दास गुर हिरदय ध्यावो जी हिरदय ध्यावो। श्री गुरु रामदास गुण गाओ। गुरु अर्जन बिघ्नन के नासक बिघ्नन के नासक। हारे गोबिंद शुभ मत प्रकाश। श्री हर राय नमो कर जोरी नमो कर जोरी। श्री हर कृष्ण मनाओ बहोरी। तेग बहादुर परम पाला जी परम कृपा। श्री गुरु गोबिंद सिंह तारों तारा पर पुन पुन साजी पुन पुन सी। बंदों बार बार जगत एक अंकारा सतगुरु ते प्रसाद सच होए। वाहिगुरु जी की फतेह है विघ्न विनाशन सोए। जिसमें अमृत ज्ञान है मानक भगत वैराग। गुरु ग्रंथ साहिब उदद बंदों कार्यन। जजन भजन मम खालसा खालसा पूज बिजोग। दास गोबिंद फतेह खालसा दर्श परस मिटे सोग। आत्म रस जो जानहि सो है खालस देव। प्रभ मह मोह मह तास मह रंचक नाहिन पेव। मूक उचरै शास्त्र खट पिंग गिरन चढ़ जाय। अंध लखै बदरो सुनै जो काल कृपा। कहाँ बुद्ध प्रभ तुच्छ हमारी बरन सकै महिमा जो त्यारी। हम ना सकत कर सिफत तुम्हारी आप लिहो तुम कथा। हम ना सकत कर सिफत तुम्हारी आप लिहो तुम कथा सुधारी। सतनाम श्री वाहिगुरु जीओ। दोहरा दिवस जान कर जान को कशक फकीरन संग। केतक सिख जुत त्यार होए चढ़ कर चलियो तुरंग। वाहिगुरु जी का खालसा वाहिगुरु जी की फतेह। परम सन्मान जो गुरु साहब जी की साजी नवाजी हुई। गुरु रूप गुरु खालसा साध संगत माई भाई आप जी सब ਵੱਡੇ ਭਾਗਾਂ ਵਾਲੇ ਹੋ। ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਹਾਜ਼ਰੀਆਂ ਭਰੀਆਂ ਹਨ। ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਸਿੰਘਾਂ ਪਾਸੋਂ ਬਹੁਤ ਹੀ ਰਸ ਭਿੰਨਾ ਪ੍ਰੇਮਮਈ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਸਾਡਾ ਸਾਰੇ ਲੋਕਾਂ ਦਾ ਜਿੰਨੇ ਵੀ ਦੁਨੀਆ 'ਤੇ ਆਏ ਹਾਂ ਇੱਕੋ ਹੀ ਮਕਸਦ ਹੈ ਕਿਸੇ ਤਰ੍ਹਾਂ ਸਾਡਾ ਧਿਆਨ ਪਰਮਾਤਮਾ ਵਿੱਚ ਜੁੜ ਜਾਵੇ। ਜੇ ਪਰਮਾਤਮਾ 'ਚ ਸਾਡਾ ਧਿਆਨ ਜੁੜ ਗਿਆ ਤਾਂ ਸਾਡਾ ਬੇੜਾ ਦੁੱਖਾਂ ਤੋਂ ਪਾਰ ਹੋ ਜਾਏਗਾ। ਜੇ ਪਰਮਾਤਮਾ 'ਚ ਧਿਆਨ ਨਾ ਜੁੜਿਆ ਅਸੀਂ ਦੁੱਖਾਂ ਦੀ ਨਦੀ 'ਚ ਡੁੱਬਦੇ ਰਹਾਂਗੇ। ਇਹ ਸੰਸਾਰ ਨੂੰ ਭਵ ਸਾਗਰ ਕਹਿੰਦੇ ਨੇ। ਸਾਗਰ ਕਹਿੰਦੇ ਸਮੁੰਦਰ ਨੂੰ। ਭਵ ਮੈਨੇ ਜਿੱਥੇ ਹਰ ਵੇਲੇ ਕੁਝ ਨਾ ਕੁਝ ਹੁੰਦਾ ਰਹੇ ਅਤੇ ਡਰ ਭੈ ਬਣਿਆ ਰਹੇ। ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ। ਜਿੱਥੇ ਇਹ ਸੰਸਾ ਹੁੰਦਾ ਹੈ ਉਹਨੂੰ ਹੀ ਸੰਸਾਰ ਕਹਿੰਦੇ ਹਨ। ਸੰਸਾ ਪੰਜਾਬੀ ਵਿੱਚ
ਲਿਖੋ ਪਹਿਲਾਂ ਸੱਸੇ ਤੇ ਟਿੱਪੀ ਤੇ ਸੱਸੇ ਨੂੰ ਕੰਨਾ ਤੇ ਅੱਗੇ ਪਾ ਦਿਓ ਰਾਰਾ। ਭਾਈ ਗੁਰਦਾਸ ਜੀ ਕਹਿੰਦੇ ਸੰਸਾ ਇਹ ਸੰਸਾਰ ਹੈ, ਜਿੱਥੇ ਹਰ ਵੇਲੇ ਸੰਸਾ ਹੈ, ਹਰ ਵੇਲੇ ਕੁਐਸਚਨ ਮਾਰਕ ਲੱਗਾ, ਉਹੀ ਸੰਸਾਰ ਹੈ। ਸੋ ਇਹ ਸੰਸਾਰ ਦੇ ਭਵਸਾਗਰ ਤੋਂ ਪਾਰ ਲੰਘਣ ਲਈ ਧਿਆਨ ਨੂੰ ਪ੍ਰਭੂ ਵਿੱਚ ਲਾਣਾ, ਪਰਮਾਤਮਾ ਵਿੱਚ ਜੋੜਨਾ, ਉਹਦੇ ਲਈ ਜਿਹੜੇ ਮਹਾਂਪੁਰਸ਼ਾਂ ਨੇ ਸਾਧਨ ਦੱਸੇ ਹਨ, ਉਹਨਾਂ 'ਚੋਂ ਸਭ ਤੋਂ ਵਧੀਆ ਤਰੀਕਾ ਹੈ ਕੀਰਤਨ ਕਰਨਾ, ਕਥਾ ਸੁਣਨੀ। ਜਿੱਥੇ ਕੀਰਤਨ ਨੂੰ ਪ੍ਰਧਾਨ ਕਿਹਾ ਹੈ, ਉੱਥੇ ਮਹਾਰਾਜ ਕਹਿੰਦੇ ਸਭ ਤੇ ਉਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਕਥਾ ਸੁਣਨ ਨਾਲ ਬੰਦੇ ਦੇ ਦੁੱਖ ਦਲਿੱਦਰ ਦੂਰ ਹੁੰਦੇ। ਸੋ ਆਪ ਜੀ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਫੇਸਬੁੱਕ ਔਰ YouTube ਮਾਧਿਅਮ ਰਾਹੀਂ ਦੇਸਾਂ ਪ੍ਰਦੇਸਾਂ 'ਚ ਵੀ ਸੁਣ ਰਹੇ ਹੋ, ਔਰ ਗੁਰੂ ਦਰਬਾਰ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਕੱਲ ਰਾਤ ਕਥਾ ਹੋਈ ਸੀ, ਆਪ ਜੀ ਨੇ ਸਰਵਣ ਕੀਤਾ ਸੀ। ਗੁਰੂ ਹਰਿਰਾਏ ਸਾਹਿਬ ਜੀ 7ਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਜੋ ਕਿ ਗੁਰੂ ਸਾਹਿਬ ਤੋਂ ਕੁਝ ਕਾਰਨਾਂ ਕਰਕੇ ਗੁਰੂ ਘਰ ਤੋਂ ਦੂਰੀ ਬਣ ਗਈ ਸੀ। ਜਦੋਂ ਉਹਨਾਂ ਨੇ ਔਰੰਗਜ਼ੇਬ ਦੀ ਖੁਸ਼ਾਮਦ ਕਰਦਿਆਂ ਹੋਇਆਂ ਗੁਰਬਾਣੀ ਦੀ ਤੁਕ ਉਲਟਾ ਦਿੱਤੀ ਸੀ, ਮਿੱਟੀ ਮੁਸਲਮਾਨਕੀ ਦੀ ਥਾਂ ਤੇ ਮਿੱਟੀ ਬੇਈਮਾਨਕੀ ਕਰਕੇ ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ ਸੀ, ਪਰ ਸਤਿਗੁਰੂ ਰਾਏ ਸਾਹਿਬ ਜੀ ਵੱਲੋਂ ਉਹਨਾਂ ਨੂੰ ਗੁਰੂ ਘਰ ਤੋਂ ਬੇਦਖਲ ਕਰ ਦਿੱਤਾ ਗਿਆ ਸੀ। ਉਹ ਜਾ ਕੇ ਦੇਹਰਾਦੂਨ ਉੱਥੇ ਬਿਰਾਜਮਾਨ ਹੋ ਗਏ ਸਨ। ਜਦੋਂ 10ਵੇਂ ਪਾਤਸ਼ਾਹ ਮਹਾਰਾਜ ਨੇ ਪੌਂਟਾ ਸਾਹਿਬ ਵਸਾਇਆ, ਉਹ ਦੇਹਰਾਦੂਨ ਦੇ ਬਿਲਕੁਲ ਨੇੜੇ ਸੀ। ਲਗਭਗ 50-40 ਕਿਲੋਮੀਟਰ ਦਾ ਉੱਥੋਂ ਫਾਸਲਾ ਹੈ ਪੌਂਟਾ ਸਾਹਿਬ ਤੋਂ ਦੇਹਰਾਦੂਨ। ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਪਹਿਲਾਂ ਤਾਂ ਡਰ ਤੌਖਲਾ ਜਿਹਾ ਪੈਦਾ ਹੋਇਆ ਵੀ ਮੇਰੇ ਚਾਚਾ ਜੀ ਨੇੜੇ ਆ ਕੇ ਬੈਠ ਗਏ ਨੇ, ਸ਼ਸਤਰਧਾਰੀ ਨੇ, ਯੋਧੇ ਨੇ, ਤੇ ਕਿਤੇ ਮੇਰਾ ਡੇਰਾ ਹੀ ਨਾ ਆ ਕੇ ਖੋਹ ਲੈਣ, ਕਿਤੇ ਮੇਰੇ ਤੇ ਹਮਲਾ ਹੀ ਨਾ ਕਰ ਦੇਣ। ਪਰ ਜਾਣੀ ਜਾਣ ਸਤਿਗੁਰੂ ਜੀ ਨੇ ਦੀਵਾਨ ਆਨੰਦ ਚੰਦ ਜੀ ਤੇ ਪੰਡਿਤ ਦਇਆ ਰਾਮ ਜੀ ਨੂੰ ਭੇਜਿਆ ਕਿ ਜਾ ਕੇ ਬਾਬੇ ਰਾਮ ਰਾਏ ਨੂੰ ਹੌਸਲਾ ਦਿਓ, ਡਰਨ ਦੀ ਕੋਈ ਲੋੜ ਨਹੀਂ, ਉਹ ਸਾਡਾ ਬੱਚਾ ਹੈ, ਸਾਡਾ ਭਤੀਜਾ ਹੈ, ਅਸੀਂ ਆਪਣੇ ਖੂਨ ਤੇ ਹਮਲਾ ਨਹੀਂ ਕਰਾਂਗੇ। ਬਾਬਾ ਜੀ ਪੰਡਿਤ ਦਇਆ ਰਾਮ ਜੀ ਤੇ ਦੀਵਾਨ ਆਨੰਦ ਚੰਦ ਜੀ ਨੇ ਜਾ ਕੇ ਜਦੋਂ ਹੌਸਲਾ ਦਿੱਤਾ ਤੇ ਬਾਬਾ ਰਾਮ ਰਾਏ ਜੀ ਬੜੇ ਖੁਸ਼ ਹੋਏ, ਕਹਿਣ ਲੱਗੇ ਜੇ ਚਾਚਾ ਜੀ ਮੇਰੇ ਨਾਲ ਨੇ ਤੇ ਮੈਨੂੰ ਕੋਈ ਖਤਰਾ ਨਹੀਂ। ਉਹ ਗੁਰੂ ਨੇ, ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਨੇ, ਤੇ ਮੈਂ ਉਹਨਾਂ ਦੇ ਘਰ ਦਾ ਹੀ ਸੇਵਕ ਹਾਂ। ਬਾਬਾ ਰਾਮ ਰਾਏ ਜੀ ਦੇ ਮਨ ਵਿੱਚੋਂ ਹੌਲੇ ਹੌਲੇ ਜਿਹੜੀ ਰਾਗ ਦਵੈਸ਼ ਦੀ ਮੈਲ ਸੀ ਨਾ, ਉਹ ਉਤਰ ਗਈ। ਅਕਸਰ ਗੁਰੂ ਦੇ ਪੁੱਤਰ ਸਨ, ਬਾਣੀ ਨਾਮ ਜਪਣ ਵਾਲੇ ਸਨ, ਫਰਕ ਪੈ ਗਿਆ, ਖਿਆਲ ਬਦਲ ਗਏ। ਹੌਲੇ ਹੌਲੇ ਮਨ 'ਚ ਇੱਛਾ ਹੋਈ ਵੀ 10ਵੇਂ ਪਾਤਸ਼ਾਹ ਨੂੰ ਮਿਲਣਾ ਚਾਹੀਦਾ, ਕਲਗੀਧਰ ਦੇ ਨਾਲ ਮੁਲਾਕਾਤ ਹੋਣੀ ਚਾਹੀਦੀ ਹੈ। ਪਰ ਮੁਲਾਕਾਤ ਜੇ ਮੈਂ ਪੌਂਟੇ ਸਾਹਿਬ ਜਾਵਾਂਗਾ ਤੇ ਜਿਹੜੇ ਮੇਰੇ ਮਸੰਦ ਨੇ ਉਹ ਮੇਰੇ ਤੋਂ ਟੁੱਟ ਜਾਣਗੇ। ਉਹ ਕਹਿਣਗੇ ਤੇ ਗੁਰੂ 10ਵੇਂ ਪਾਤਸ਼ਾਹ ਨਾਲ ਜੁੜ ਗਿਆ ਹੈ, ਤੇ ਮੇਰੀ ਸੰਗਤ ਜਿਹੜੀ ਮੈਨੂੰ ਮੰਨਦੀ ਹੈ ਉਹਦੇ ਵਿੱਚ ਮੇਰੀ ਮਾਨਤਾ ਘਟੇਗੀ। ਜੇ ਗੁਰੂ ਸਾਹਿਬ ਇੱਥੇ ਆਉਣਗੇ ਮੇਰੇ ਕੋਲ ਤਾਂ ਉਹਨਾਂ ਦਾ ਸਤਿਕਾਰ ਘਟੇਗਾ। ਐਸਾ ਕਰੀਏ ਵੀ ਰਸਤੇ 'ਚ ਕਿਤੇ ਤੀਸਰੀ ਥਾਂ ਤੇ ਮੁਲਾਕਾਤ ਪੱਕੀ ਕਰੀਏ। ਉਹਨਾਂ ਨੇ ਆਪਣੇ ਮਸੰਦ ਭਾਈ ਤਾਰੂ ਨੂੰ ਭੇਜਿਆ। ਉਹਨੇ ਆ ਕੇ ਮਹਾਰਾਜ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਪਤ ਰੂਪ 'ਚ ਬੇਨਤੀ ਕੀਤੀ ਕਿ ਬਾਬਾ ਰਾਮ ਰਾਏ ਜੀ ਆਪ ਜੀ ਨੂੰ ਮਿਲਣਾ ਚਾਹੁੰਦੇ ਹੈ। ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਮਿਹਰ ਕਰੋ, ਦਇਆ ਕਰੋ ਕਿ ਜਾ ਕੇ ਬਾਬੇ ਰਾਮ ਰਾਏ ਜੀ ਕੋਲ ਤੁਸੀਂ ਨਹੀਂ ਜਾ ਸਕਦੇ, ਉਹ ਤੁਹਾਡੇ ਕੋਲ ਨਹੀਂ ਆ ਸਕਦੇ, ਕਿਸੇ ਤੀਸਰੀ ਥਾਂ ਤੇ ਮੁਲਾਕਾਤ ਕਰੋ। ਹੋ ਸਕੇ ਤੇ ਤੁਸੀਂ ਦੇਹਰਾਦੂਨ ਵਾਲੇ ਪਾਸੇ ਸ਼ਿਕਾਰ ਖੇਡਣ ਦੇ ਬਹਾਨੇ ਆ ਜਾਓ ਤੇ ਅਸੀਂ ਤੁਹਾਨੂੰ ਉੱਥੇ ਆ ਕੇ ਮਿਲਾਂਗੇ। ਮਾਮਾ ਕਿਰਪਾਲ ਚੰਦ ਨੇ ਥੋੜੀ ਆਪੱਤੀ ਵੀ ਜਨਾਈ, ਕਹਿਣ ਲੱਗੇ ਕਿ ਬਾਬਾ ਰਾਮ ਰਾਏ ਜੀ ਸਾਡੇ ਲਈ ਸਤਿਕਾਰਯੋਗ ਨੇ, ਉਹਨਾਂ ਨੂੰ ਗੁਰੂ ਘਰ ਤੇ ਆਉਂਦਿਆਂ ਕੀ ਡਰ ਹੈ, ਕੀ ਸ਼ੰਕਾ ਹੈ, ਉਹਨਾਂ ਦਾ ਕੋਈ ਇੱਥੇ ਆਉਣ ਨਾਲ ਮਾਣ ਘਟਣ ਤਾਂ ਨਹੀਂ ਲੱਗਾ, ਬਲਕਿ ਉਹਨਾਂ ਦਾ ਅਸੀਂ ਪੂਰਾ ਸਤਿਕਾਰ ਕਰਾਂਗੇ, ਇੱਜ਼ਤ ਕਰਾਂਗੇ, ਕਿਉਂਕਿ ਉਹਨਾਂ ਨੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਆਪਣੀਆਂ ਕਰਾਮਾਤਾਂ ਸ਼ਕਤੀਆਂ ਦੇ ਨਾਲ ਜਿਹੜੇ ਗੁਰੂ ਘਰ ਦੇ ਦੋਖੀ ਸਨ, ਕਾਜੀ ਮੁਲਾਣੇ ਮੁੱਲਾ, ਉਹਨਾਂ ਦਾ ਮੂੰਹ ਬੰਦ ਕਰ ਦਿੱਤਾ ਸੀ। ਤੋ ਇਸ ਕਰਕੇ ਉਹਨਾਂ ਦੀ ਤਾਂ ਵਡਿਆਈ ਸਾਰੇ ਸੰਸਾਰ ਵਿੱਚ ਹੈ। ਉਹ ਕਿਉਂ ਇੱਦਾਂ ਸੋਚਦੇ ਨੇ? ਪਰ 10ਵੇਂ ਪਾਤਸ਼ਾਹ ਨੇ
ਆਖਿਆ ਕੋਈ ਗੱਲ ਨਹੀਂ ਮਾਮਾ ਜੀ, ਉਹ ਤਾਂ ਸੋਚਦੇ ਨੇ ਵੀ ਮੇਰੇ ਮਸੰਦ ਨਾ ਕਿਤੇ ਮੇਰੇ ਤੋਂ ਟੁੱਟ ਜਾਣ। ਅਸਲ ਮਸੰਦ ਹੀ ਬਾਬਾ ਰਾਮ ਰਾਏ ਨੂੰ ਪਰੇਸ਼ਾਨ ਕਰ ਰਹੇ ਨੇ। ਤਾਂ ਬਾਬਾ ਰਾਮ ਰਾਏ ਜੀ ਨੂੰ ਕਹਿ ਦਿਓ ਇਸ ਐਤਵਾਰ ਨੂੰ ਦੂਜ ਦੀ ਤਿਥੀ ਹੈ, ਦੂਜ ਵਾਲੇ ਦਿਨ ਐਤਵਾਰ ਦਾ ਦਿਹਾੜਾ ਹੈ, ਅਸੀਂ ਜਮਨਾ ਵਿੱਚ ਬੇੜੀ ਤੇ ਬਹਿ ਕੇ ਆਵਾਂਗੇ। ਉਹ ਪਰਲੇ ਪਾਸਿਓਂ ਬੇੜੀ ਤੇ ਬਹਿ ਕੇ ਆ ਜਾਣ, ਅਸੀਂ ਬੇੜੀ ਦੇ ਵਿੱਚ ਮੁਲਾਕਾਤ ਕਰਾਂਗੇ। ਸੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਨਾਲ ਕੁਝ 94 ਸਿੱਖ ਲੈ ਕੇ ਇੱਧਰੋਂ ਚਾਲਾ ਪਾਇਆ, ਉੱਧਰੋਂ 94 ਬੰਦੇ ਲੈ ਕੇ ਬਾਬਾ ਰਾਮ ਰਾਏ ਜੀ ਆਏ। ਦੋਵਾਂ ਦਾ ਮੁਲਾਕਾਤ ਇਹ ਜਮਨਾ ਨਦੀ ਦੇ ਵਿਚਕਾਰ ਹੋਣੀ ਹੈ। ਅੱਜ ਇਹ ਕਥਾ ਆਪ ਜੀ ਸਰਵਣ ਕਰੋ। ਮਨ ਬਿਰਤੀਆਂ ਸ੍ਰੀ ਪਾਉਂਟਾ ਸਾਹਿਬ ਲੈ ਚਲੋ। ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਵਸ ਜਾਣ ਕਰ ਜਾਣ ਕੋ। ਕਹਿੰਦੇ ਜਿਸ ਦਿਨ ਐਤਵਾਰ ਦਾ ਦਿਨ ਆਇਆ, ਦੂਜ ਵਾਲਾ ਦਿਨ ਆਇਆ, ਕਸ਼ਕ ਫਕੀਰਨ ਸੰਗ। ਕੁਝ ਆਪਣੀ ਸੰਪਰਦਾ ਦੇ ਬਾਬਾ ਰਾਮ ਰਾਏ ਜੀ ਨੇ ਫਕੀਰ ਨਾਲ ਲੈ ਲਏ, ਸਾਧੂ ਨਾਲ ਲੈ ਲਏ। ਕੇਤਕ ਸਿੱਖ ਜੁਤ ਤਿਆਰ ਹੋਏ। ਕੁਝ ਉਹਨਾਂ ਦੇ ਖਾਸ ਸਿੱਖ ਸਨ ਜਿਹੜੇ, ਜਿਨ੍ਹਾਂ ਵਿੱਚੋਂ ਭਾਈ ਬਹਿਲੋ ਜੀ ਦੇ ਪਰਿਵਾਰ ਚੋਂ ਭਾਈ ਗੁਰਦਾਸ ਤੇ ਉਹਦਾ ਭਰਾ ਤਾਰਾ ਚੰਦ, ਇਹ ਬਾਬੇ ਰਾਮ ਰਾਏ ਦੇ ਬਹੁਤ ਨੇੜਲੇ ਸਨ। ਇੱਕ ਪੰਮਾ ਸੀ, ਇੱਕ ਮਸੰਦ, ਇੱਕ ਤਾਰੂ। ਇਹ ਸਾਰੇ ਜਿਹੜੇ ਹਨ ਇਕੱਠੇ ਹੋ ਕੇ ਬਾਬੇ ਰਾਮ ਰਾਏ ਦੇ ਨਾਲ ਚੱਲੇ ਹਨ। ਚੱਕ ਕਰ ਚਲਿਓ ਤਰੰਗ। ਇਹ ਸਾਰੇ ਘੋੜਿਆਂ ਤੇ ਸਵਾਰ ਹੋ ਕੇ ਦੇਹਰਾਦੂਨ ਤੋਂ ਚੱਲ ਪਏ ਹਨ। ਬਾਬਾ ਰਾਮ ਰਾਏ ਜੀ ਵੀ ਘੋੜੇ ਤੇ ਸਵਾਰ ਹੋਏ ਹਨ। ਚੌਪਈ ਸਤਿਗੁਰ ਪੂਰਨ ਸ੍ਰੀ ਹਰਿ ਰਾਏ। ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ, 7ਵੇਂ ਪਾਤਸ਼ਾਹ। ਸਿਮਰੋ ਸ੍ਰੀ ਹਰਿ ਰਾਏ। 7ਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀ, ਸੁਤ ਸ੍ਰੀ ਰਾਮ ਰਾਏ ਹਰਿ ਖਾਏ। ਉਹਨਾਂ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਉਹ ਬੜੀ ਖੁਸ਼ੀ ਦੇ ਨਾਲ, ਬੜੀ ਪ੍ਰਸੰਨਤਾ ਦੇ ਨਾਲ ਮਿਲਵੇ ਹਿਤ ਗਮਨਿਓ ਤਤਕਾਲਾ। ਕਹਿੰਦੇ ਗੁਰੂ ਕਲਗੀਧਰ ਜੀ ਨੂੰ ਮਿਲਣ ਵਾਸਤੇ ਉਸੇ ਵੇਲੇ ਤਿਆਰ ਹੋਏ ਹਨ। ਐਤਵਾਰ ਵਾਲੇ ਦਿਨ ਸਵੇਰੇ ਹੀ ਤਿਆਰੀਆਂ ਕਰ ਲਈਆਂ ਹਨ। ਸੂਰਜ ਸੁਤਾ ਤੀਰ ਕੋ ਚਾਲਾ। ਜਮਨਾ ਨਦੀ ਜਿਹੜੀ ਸੂਰਜ ਦੀ ਪੁੱਤਰੀ ਹੈ, ਉਹਦੇ ਕੰਢੇ ਵੱਲ ਰੁਖ ਕਰ ਲਿਆ ਬਾਬਾ ਰਾਮ ਰਾਏ ਜੀ ਨੇ। ਇਤ ਸ੍ਰੀ ਕਲਗੀਧਰ ਕੇ ਤਿਆਰ। ਇਧਰ ਪਾਉਂਟਾ ਸਾਹਿਬ ਵਿੱਚੋਂ ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਜੀ ਵੀ ਤਿਆਰ ਹੋਏ ਨੇ ਬਾਬਾ ਰਾਮ ਰਾਏ ਜੀ ਨੂੰ ਮਿਲਣ ਵਾਸਤੇ। ਚਪਲ ਤੁਰੰਗਮ ਪਰ ਅਸਵਾਰ। ਬੜੇ ਚੰਚਲ ਬਲੀ ਘੋੜੇ ਤੇ ਸਵਾਰ ਹੋਏ ਨੇ। ਦਇਆ ਰਾਮ ਪ੍ਰੋਹਤ ਹੋਏ ਨਾਲੇ। ਕਹਿੰਦੇ ਦਇਆ ਰਾਮ ਪ੍ਰੋਹਤ ਨੂੰ ਨਾਲ ਲੈ ਲਿਆ ਪੰਡਿਤ ਜੀ ਨੂੰ, ਕਿਉਂਕਿ ਇਹ ਸੋਢੀ ਕੁਲ ਦੇ ਪ੍ਰੋਹਤ ਸਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕੁਲ ਦੇ ਪ੍ਰੋਹਤ ਸਨ। ਸੰਘਾ ਪ੍ਰੋਹਤ, ਸੰਘੇ ਦਾ ਪੁੱਤਰ ਜਾਤੀ ਮਲਕ ਤੇ ਜਾਤੀ ਮਲਕ ਦਾ ਪੁੱਤਰ ਦਇਆ ਰਾਮ। ਇਹ ਜਾਤ ਦੇ ਬ੍ਰਾਹਮਣ ਸਨ ਤੇ ਤਿੰਨੇ ਹੀ ਬੜੇ ਸੂਰਮੇ ਸਨ। ਜਾਤੀ ਮਲਕ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦਾ ਜਰਨੈਲ ਸੀ ਤੇ ਦਇਆ ਰਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਦਾ ਜਰਨੈਲ ਹੋਇਆ। ਪੰਡਿਤ ਦਇਆ ਰਾਮ ਜੀ ਨੂੰ ਕਲਗੀਧਰ ਜੀ ਨੇ ਨਾਲ ਲਿਆ ਹੈ। ਪੰਚੋ ਵੀਰ ਅਰੂਰਤ ਚਾਲੇ। ਪੰਜੇ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ, ਜਿਹੜੇ ਸਾਧ ਸੰਗਤ ਜੀ ਮਹਾਰਾਜ ਦੀ ਭੂਆ ਦੇ ਪੁੱਤਰ ਸਨ, ਕਿਉਂਕਿ ਸਤਿਗੁਰੂ ਤਾਂ ਆਪਣੇ ਮਾਤਾ ਪਿਤਾ ਦੇ ਘਰ ਮਾਤਾ ਗੁਜਰੀ ਦੀ ਕੁੱਖ ਤੋਂ ਇਕੱਲੇ ਹੀ ਪ੍ਰਗਟ ਹੋਏ ਨੇ 10ਵੇਂ ਪਾਤਸ਼ਾਹ ਜੀ। ਨਾ ਕੋਈ ਭੈਣ ਨਾ ਕੋਈ ਭਾਈ ਹੋਇਆ, ਪਰ ਉਹਨਾਂ ਦੀ ਭੂਆ ਦੇ ਪੁੱਤਰ ਸਨ 5 ਭਰਾ। ਜੀਤਮਲ, ਸੰਗੋ ਸ਼ਾਹ, ਜਾਤੀ ਮਲਕ, ਸੰਗੋ ਸ਼ਾਹ, ਜੀਤਮਲ, ਮਾਰੀ ਚੰਦ, ਗੁਲਾਬ ਰਾਏ, ਗੰਗਾ ਰਾਮ। ਇਹ 5 ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦੋਤੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣਜੇ ਸਨ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚੱਲੇ ਹਨ। ਮਾਤੁਲ ਲੈ ਕਿਰਪਾਲ ਕੋ ਸਾਥ। ਮਾਮੇ ਕਿਰਪਾਲ ਚੰਦ ਨੂੰ ਗੁਰੂ ਸਾਹਿਬ ਜੀ ਨੇ ਨਾਲ ਲਿਆ ਹੈ। ਗਮਨ ਕੀਨ ਕਲਗੀਧਰ ਨਾਥ। ਕਲਗੀਧਰ ਪਾਤਸ਼ਾਹ ਪੌਂਟੇ ਤੋਂ ਚਾਲਾ ਪਾਇਆ ਹੈ। ਅਪਰ ਸੁਪਟ ਸਭ ਬਰਜ ਹਟਾਏ। ਬਾਕੀ ਫੌਜ ਸਾਰੀ ਨਹੀਂ ਛੱਡ ਦਿੱਤੀ ਪਿੱਛੇ। ਸਾਰਿਆਂ ਨੂੰ ਕਿਹਾ ਵੀ ਤੁਸੀਂ ਸਾਰੇ ਰਹੋ ਇੱਥੇ ਪੌਂਟਾ ਸਾਹਿਬ। ਸਿਰਫ 5 ਭਰਾ ਗੁਰੂ ਸਾਹਿਬ ਜੀ ਦੇ ਤੇ ਇੱਕ ਆਨੰਦ ਚੰਦ ਦੀਵਾਨ ਤੇ ਇੱਕ ਪੰਡਿਤ ਦਇਆ ਰਾਮ ਜੀ,
ਇਹ ਕੁਝ ਖਾਸ ਯੋਧੇ ਮਹਾਰਾਜ ਨੇ ਆਪਣੇ ਨਾਲ ਲਏ ਹਨ ਖਰੇ ਬਲੋਕਤ ਹੋਇਆ ਸਮੁਦਾਏ। ਔਰ ਸਾਰੇ ਖਲੋ ਕੇ ਵੇਖ ਰਹੇ ਨੇ, ਸਤਿਗੁਰੂ ਪਾਤਸ਼ਾਹ ਚੱਲ ਪਏ ਨੇ। ਜਮਨਾ ਤੀਰ ਤੀਰ ਗਮਨੰਤੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਮਨਾ ਦੇ ਕੰਢੇ ਉੱਪਰ ਨੂੰ ਜਾ ਰਹੇ ਨੇ। ਰੁਚਰ ਪ੍ਰਵਾਹ ਹੇਰ ਹਰ ਖੰਤੇ। ਬੜਾ ਸੋਹਣਾ ਜਮਨਾ ਦਾ ਨੀਲਾ ਪਾਣੀ ਹੈ ਤੇ ਉਹਦੇ ਕੰਢਿਆਂ ਦੇ ਉੱਤੇ ਸਤਿਗੁਰੂ ਜੀ ਘੋੜਿਆਂ ਦੇ ਨਾਲ ਸੈਰ ਕਰਦੇ ਜਾ ਰਹੇ ਨੇ। ਨੰਦ ਚੰਦ ਸੋ ਬੋਲਤ ਜਾਤੇ। ਨਾਲ ਦੀਵਾਨ ਆਨੰਦ ਚੰਦ ਨੂੰ ਆਪਣੇ ਘੋੜੇ ਤੇ ਬਰਾਬਰ ਤੋਰਿਆ ਹੋਇਆ ਹੈ ਤੇ ਨਾਲ ਆਨੰਦ ਚੰਦ ਦੇ ਗੱਲਾਂ ਬਾਤਾਂ ਬਚਨ ਵਿਲਾਸ ਕਰਦੇ ਜਾ ਰਹੇ ਨੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ। ਸੁੰਦਰ ਨਦੀ ਵਿਪਨ ਬਹੁ ਭਾਂਤੇ। ਬੜੀ ਸੋਹਣੀ ਨਦੀ ਹੈ ਸਾਧ ਸੰਗਤ ਜੀ ਜਮਨਾ, ਤੇ ਜਮਨਾ ਦਾ ਕਿਨਾਰਾ ਜੰਗਲ ਵੀ ਬੜਾ ਸੋਹਣਾ ਹੈ। ਜਮਨਾ ਦੇ ਕੰਢੇ ਹਰੇ ਦਰਖਤ ਹਨ ਤੇ ਬੜਾ ਸੋਹਣਾ ਬਨ ਹੈ। ਸੰਗੋ ਸ਼ਾਹ ਜੀਤਮਲ ਸੰਗ। ਭਾਈ ਸੰਗੋ ਸ਼ਾਹ ਗੁਰੂ ਸਾਹਿਬ ਜੀ ਦੀ ਭੂਆ ਦੇ ਵੱਡੇ ਪੁੱਤਰ ਅਤੇ ਦੂਜੇ ਨੰਬਰ ਤੇ ਜੀਤਮਲ ਜੀ ਜਾ ਰਹੇ ਨੇ। ਗੰਗਾ ਰਾਮ ਅਨੇਕ ਪ੍ਰਸੰਗ। ਗੰਗਾ ਰਾਮ ਦੇ ਨਾਲ ਗੱਲਾਂ ਕਰਦੇ ਨੇ, ਕਦੀ ਦਇਆ ਰਾਮ ਨਾਲ ਗੱਲਾਂ ਕਰਦੇ ਨੇ ਸਤਿਗੁਰੂ, ਕਦੀ ਮਾਰੀ ਚੰਦ ਨਾਲ ਬੋਲਦੇ ਨੇ, ਕਦੀ ਆਪਣੇ ਮਾਮੇ ਕਿਰਪਾਲ ਚੰਦ ਨੂੰ ਕੋਈ ਗੱਲ ਪੁੱਛਦੇ ਨੇ। ਉਹਨਾਂ ਦੇ ਘੇਰੇ ਵਿੱਚ ਸਤਿਗੁਰਾਂ ਦਾ ਘੋੜਾ ਹੈ। ਇਹ 5-7 94 ਜਿਹੜੇ ਯੋਧੇ ਹਨ ਗੁਰੂ ਘਰ ਦੇ ਸੂਰਮੇ ਹਨ। ਇਹ ਗੁਰੂ ਸਾਹਿਬ ਦੇ ਅੱਗੇ ਪਿੱਛੇ ਤਿਆਰ ਬਰ ਤਿਆਰ ਬੰਦੂਕਾਂ ਤੀਰ ਕਮਾਨ ਸ਼ਸਤਰ ਬਸਤਰ ਪਹਿਨ ਕੇ ਘੋੜਿਆਂ ਤੇ ਜਾ ਰਹੇ ਨੇ। ਬਾਹੁਲ ਮਾਰੀ ਚੰਦ ਪਰਵੀਨ। ਮਾਰੀ ਚੰਦ ਗੁਰੂ ਸਾਹਿਬ ਦੀ ਭੂਆ ਦਾ ਪੁੱਤਰ ਬੜਾ ਹੀ ਜੰਗੀ ਯੋਧਾ ਹੈ। ਸੰਗ ਗੁਲਾਬ ਚੰਦ ਬਲਪੀਨ। ਤੇ ਗੁਲਾਬ ਚੰਦ ਵੀ ਗੁਰੂ ਸਾਹਿਬ ਦੀ ਭੂਆ ਦਾ ਪੁੱਤਰ ਬੜਾ ਸੂਰਮਾ ਹੈ। ਪੰਚੋ ਵੀਰਨ ਕੋ ਗੁਰਹੇਰ। ਇਹਨਾਂ ਪੰਜਾਂ ਭਰਾਵਾਂ ਨੂੰ ਮਹਾਰਾਜ ਆਪਣੇ ਪੰਜ ਪਾਂਡਵ ਕਿਹਾ ਕਰਦੇ ਸਨ। ਜਿਵੇਂ ਮਹਾਰਾਜ ਕ੍ਰਿਸ਼ਨ ਭਗਵਾਨ ਜੀ ਦੁਆਪਰ ਯੁੱਗ ਦੇ ਅਵਤਾਰ ਹੋਏ ਨੇ, ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੀ ਭੂਆ ਦੇ 5 ਪੁੱਤਰ ਸਨ। ਮਹਾਰਾਜ ਯੁਧਿਸ਼ਟਰ, ਭੀਮਸੈਨ, ਅਰਜਨ, ਨਕੁਲ ਤੇ ਸਹਿਦੇਵ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀ ਭੂਆ ਦੇ ਵੀ 5 ਹੀ ਪੁੱਤਰ ਸਨ। ਭਾਈ ਸੰਗੋ ਸ਼ਾਹ, ਜੀਤਮਲ, ਮਾਰੀ ਚੰਦ, ਗੰਗਾ ਰਾਮ ਤੇ ਗੁਲਾਬ ਰਾਏ। ਪੰਜੇ ਹੀ ਬੜੇ ਸੂਰਮੇ ਸਤਿਗੁਰਾਂ ਦੇ ਨਾਲ ਜਾ ਰਹੇ ਨੇ। ਖਰੇ ਹੋਏ ਬੋਲੇ ਤਿਸ ਬੇਰ। ਤੇ ਮਹਾਰਾਜ ਦਸਵੇਂ ਪਾਤਸ਼ਾਹ ਉੱਥੇ ਕੁ ਪਹੁੰਚ ਗਏ ਜਿੱਥੇ ਬਾਬਾ ਰਾਮ ਰਾਏ ਜੀ ਨੇ ਆਉਣਾ ਸੀ। ਉੱਥੇ ਘੋੜਾ ਰੋਕ ਲਿਆ ਤੇ ਕਹਿਣ ਲੱਗੇ, ਭਰਾ ਜੀ ਆਓ ਫਿਰ ਅੱਜ ਘੋੜ ਦੌੜ ਕਰੀਏ, ਕਿਉਂਕਿ ਜਮਨਾ ਦੇ ਕੰਢੇ ਦੇ ਉੱਤੇ ਨਾ ਰੇਤਾ ਬੜਾ ਸੋਹਣਾ ਹੁੰਦਾ ਤੇ ਘੋੜਿਆਂ ਦੇ ਦੌੜਨ ਵਾਸਤੇ ਬੜੀ ਸਾਫ਼ ਸੁਥਰੀ ਜਗ੍ਹਾ ਸੀ। ਕਲਗੀਧਰ ਪਾਤਸ਼ਾਹ ਕਹਿੰਦੇ ਮਾਮਾ ਕਿਰਪਾਲ ਚੰਦ ਜੀ ਨੂੰ ਤੇ ਆਪਣੇ ਭਰਾਵਾਂ ਨੂੰ ਆਪਾਂ ਆਪਣੇ ਘੋੜਿਆਂ ਦੀ ਦੌੜ ਲਾਈਏ। ਹਾਏ ਦਵਾਏ ਹਥਿਆਰ ਪ੍ਰਹਾਰਨ। ਘੋੜੇ ਨੂੰ ਦੌੜਾ ਕੇ ਸ਼ਸਤਰ ਦਾ ਵਾਰ ਕਿਵੇਂ ਕਰੀਦਾ, ਕਿਉਂਕਿ ਜੰਗ ਦੇ ਮੈਦਾਨ ਵਿੱਚ ਘੋੜਾ ਹਵਾ ਦੀ ਤਰ੍ਹਾਂ ਦੌੜਦਾ ਹੋਵੇ ਤੇ ਉਹ ਚੱਲਦੇ ਹੋਏ ਘੋੜੇ ਤੋਂ ਬੰਦੂਕ ਨਾਲ ਨਿਸ਼ਾਨਾ ਲਾਣਾ ਸੌਖਾ ਕੰਮ ਨਹੀਂ ਹੈ। ਉੜਦੇ ਹੋਏ ਘੋੜੇ ਤੋਂ ਤੀਰ ਨਾਲ ਨਿਸ਼ਾਨਾ ਲਾਣਾ, ਉੜਦੇ ਹੋਏ ਘੋੜੇ ਤੋਂ ਨੇਜਾ ਵਗਾ ਕੇ ਦੁਸ਼ਮਣ ਦੀ ਛਾਤੀ 'ਚ ਮਾਰਨਾ, ਉੜਦੇ ਹੋਏ ਘੋੜੇ ਤੋਂ ਢਾਲ ਤਲਵਾਰ ਦੇ ਨਾਲ ਦੁਸ਼ਮਣ ਦਾ ਸਿਰ ਵੱਢ ਕੇ ਲੈ ਜਾਣਾ। ਇਹ ਸਾਰੀ ਵਿਦਿਆ ਮਹਾਰਾਜ ਦਸਵੇਂ ਪਾਤਸ਼ਾਹ ਆਪਣੇ ਯੋਧਿਆਂ ਨੂੰ ਸਿਖਾਇਆ ਕਰਦੇ ਸਨ। ਕਹਿੰਦੇ ਆਓ ਭਰਾ ਜੀ, ਅਜੇ ਬਾਬਾ ਰਾਮ ਰਾਏ ਜੀ ਦੇ ਆਉਣ 'ਚ ਥੋੜੀ ਦੇਰੀ ਹੈ, ਉਹਨਾਂ ਚਿਰ ਆਪਾਂ ਇੱਥੇ ਸ਼ਸਤਰ ਵਿਦਿਆ ਦਾ ਅਭਿਆਸ ਕਰ ਲਈਏ। ਕਰੋ ਕਵਾਇਦ ਅਬਹਿ ਦਿਖਾਰਨ। ਆਪਣੀ ਕਵਾਇਦ ਕਰਕੇ ਪ੍ਰੈਕਟਿਸ ਕਰਕੇ ਅਭਿਆਸ ਕਰਕੇ ਵਿਖਾਓ ਸਾਨੂੰ। ਦੇਖਦੇ ਅੱਜ ਕਿਹੜਾ ਘੋੜਾ ਅੱਗੇ ਲੰਘਦਾ, ਕਿਹਦਾ ਨਿਸ਼ਾਨਾ ਟਿਕਾਣੇ ਤੇ ਵੱਜਦਾ ਹੈ। ਪੇਖ ਮੈਦਾਨ ਆਛੋ ਉਮਗਾਏ। ਘੋੜਿਆਂ ਦੇ ਦੌੜਨ ਵਾਸਤੇ ਜਮਨਾ ਦੇ ਕੰਢੇ ਤੇ ਮੈਦਾਨ ਬੜਾ ਸਾਫ਼ ਸੁਥਰਾ ਸੀਗਾ। ਸ੍ਰੀ ਕਲਗੀਧਰ ਪਾਤਸ਼ਾਹ ਦਾ ਦਿਲ ਕਰ ਆਇਆ ਇੱਥੇ ਅੱਜ ਘੋੜ ਦੌੜ ਕਰਾਈਏ। ਪ੍ਰਿਥਕ ਹੈ ਬਲੀ ਧਵਾਏ। ਤੇ ਆਪਣੇ ਬਲੀ ਘੋੜੇ, ਇੱਕ ਤੋਂ ਇੱਕ ਚੜ੍ਹਦਾ ਘੋੜਾ ਸੀ ਮਹਾਰਾਜ ਦੇ ਕੋਲ। ਮਹਾਰਾਜ ਦਸਵੇਂ ਪਾਤਸ਼ਾਹ ਦਾ ਘੋੜਾ, ਸੰਗੋ ਸ਼ਾਹ ਦਾ ਘੋੜਾ, ਮਾਮੇ ਕਿਰਪਾਲ ਚੰਦ ਦਾ ਘੋੜਾ, ਦੀਵਾਨ ਆਨੰਦ ਚੰਦ ਦਾ ਘੋੜਾ, ਪੰਡਿਤ ਦਇਆ ਰਾਮ ਜੀ ਦਾ ਘੋੜਾ, ਇੱਕ ਤੋਂ ਇੱਕ ਚੜ੍ਹਦੇ ਘੋੜੇ ਸਨ। ਤੇ ਸੂਰਮਿਆਂ ਨੇ ਫਿਰ ਆਪਣੇ ਘੋੜਿਆਂ ਦੀ ਦੌੜ ਛੱਡੀ ਹੈ। ਦੇਖਤ ਸਤਿਗੁਰ ਠਾਂਡੇ ਰਹੇ। ਮਹਾਰਾਜ ਕਲਗੀਧਰ ਪਾਤਸ਼ਾਹ ਅਜੇ ਦੇਖ ਰਹੇ ਨੇ। ਪਹਿਲਾਂ ਆਪਣੀ ਫੌਜ ਦੇ ਪਹਿਲਾਂ ਆਪਣਾ ਘੋੜਾ ਨਹੀਂ ਦੌੜਾਇਆ, ਪਹਿਲਾਂ ਆਪਣੀ ਭੂਆ ਦੇ ਪੁੱਤਰਾਂ ਨੂੰ ਕਿਹਾ ਹੈ ਤੁਸੀਂ ਆਪਣੇ ਘੋੜੇ ਛੱਡੋ, ਤੇ ਸਾਰਿਆਂ ਨੇ ਵਾਰੀ ਘੋੜੇ ਛੱਡੇ ਹਨ। ਨਿਪੁਣ ਸ਼ਸਤਰ ਵਿਦਿਆ ਮਹਿ ਲਹੇ। ਤੇ ਸਾਰੇ ਇੱਕ ਤੋਂ ਇੱਕ ਵੱਧ ਕੇ ਸੂਰਮੇ ਸਨ।
ਸ਼ਸਤਰ ਵਿਦਿਆ ਵਿੱਚ ਮਾਹਰ ਸਨ। ਘੋੜਾ ਦੌੜਦਾ ਜਾ ਰਿਹਾ ਤੇ ਨੇਜੇ ਦੇ ਨਾਲ ਉਹ ਬਾਜੀ ਏਦਾਂ ਪੁੱਟ ਕੇ ਲਿਜਾਣੀ ਹੈ, ਨਿਸ਼ਾਨਾ ਲਾਣਾ, ਘੋੜੇ ਨੂੰ ਵੀ ਕੰਟਰੋਲ ਕਰਨਾ ਹੈ ਤੇ ਉਹਦੇ ਉੱਤੇ ਨਿਸ਼ਾਨਾ ਵੀ ਰੱਖਣਾ ਹੈ ਤੇ ਐ ਜਦੋਂ ਮੌਕਾ ਆਣਾ ਉਦੋਂ ਹੀ ਉਹਨੂੰ ਮਾਰ ਕੇ ਲੈ ਕੇ ਜਾਣਾ। ਉਸ ਤੋਂ ਬਾਅਦ ਫਿਰ ਦੁਸ਼ਮਣ ਨੂੰ ਦੂਰੋਂ ਵਗਾ ਕੇ ਨੇਜਾ ਕਿਵੇਂ ਮਾਰਨਾ ਹੈ, ਨਿਸ਼ਾਨੇ ਦੇ ਉੱਤੇ ਤੀਰ ਕਿਵੇਂ ਨਿਸ਼ਾਨੇ ਤੇ ਚੱਲਦੇ ਘੋੜੇ ਤੋਂ ਛੱਡਣਾ ਹੈ, ਇਹ ਸਾਰੀ ਵਿਦਿਆ ਆਪਣੇ ਯੋਧਿਆਂ ਕੋਲੋਂ ਕਲਗੀਧਰ ਪਾਤਸ਼ਾਹ ਜੀ ਕਰਾ ਰਹੇ ਹਨ। ਨੰਦ ਚੰਦ ਉਤਸ਼ਾਹ ਵਧਾਇਓ। ਦੀਵਾਨ ਨੰਦ ਚੰਦ ਮਹਾਰਾਜ ਦੇ ਕੋਲ ਖੜਾ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸ਼ਾਬਾਸ਼ ਦਿੱਤੀ ਹੈ, ਉਹਦਾ ਉਤਸ਼ਾਹ ਵਧਾਇਆ ਹੈ। ਹੇਤ ਦਿਖਾਵਨ ਤਰੰਗ ਧਵਾਇਓ। ਇਹ ਦੀਵਾਨ ਨੰਦ ਚੰਦ ਸਾਧ ਸੰਗਤ ਜੀ ਭਾਈ ਉਮਰ ਸ਼ਾਹ ਦਾ ਪੋਤਰਾ ਸੀ। ਭਾਈ ਉਮਰ ਸ਼ਾਹ ਬ੍ਰਹਮ ਗਿਆਨੀ ਗੁਰੂ ਘਰ ਦਾ ਇੱਕ ਮਸੰਦ ਹੋਇਆ। ਡਰੌਲੀ ਭਾਈ ਕੀ ਪਿੰਡ ਹੈ, ਇਹ ਮੋਗੇ ਦੇ ਕੋਲ, ਉੱਥੋਂ ਦਾ ਰਹਿਣ ਵਾਲਾ। ਇਹਦਾ ਸੰਸਕਾਰ ਦੀਵਾਨ ਨੰਦ ਚੰਦ ਦਾ ਕਾਲਾ ਸੰਘਿਆ ਪਿੰਡ ਹੈ, ਕਪੂਰਥਲੇ ਜ਼ਿਲ੍ਹੇ ਵਿੱਚ, ਉੱਥੇ ਹੋਇਆ ਹੈ। ਸੋ ਸਾਧ ਸੰਗਤ ਜੀ ਇਹ ਬੜਾ ਸੂਰਮਾ ਕਲਗੀਧਰ ਪਾਤਸ਼ਾਹ ਦਾ ਬਹੁਤ ਵੱਡਾ ਦੀਵਾਨ ਸੀਗਾ, ਪੜ੍ਹਿਆ ਲਿਖਿਆ ਵੀ ਸੀ, ਸ਼ਸਤਰ ਵਿਦਿਆ ਵਿੱਚ ਵੀ ਬੜਾ ਮਾਹਰ ਸੀ ਤੇ ਕਲਗੀਧਰ ਪਾਤਸ਼ਾਹ ਦੇ ਬਾਕੀ ਮਸੰਦਾਂ ਨਾਲੋਂ ਇਸ ਕਰਕੇ ਵੱਖਰਾ ਸੀ ਕਿ ਬਾਕੀ ਡਰਪੋਕ ਸਨ, ਇਹ ਸੂਰਮਾ ਸੀ। ਮਹਾਰਾਜ ਇਹਨੂੰ ਆਪਣੇ ਕੋਲ ਰੱਖਦੇ ਸਨ। ਉਹਨੇ ਆਪਣਾ ਘੋੜਾ ਦਿਖਾ ਦੌੜਾਇਆ ਹੈ। ਸ਼ਸਤਰ ਹੱਥਨ ਕੀ ਘਾਤ ਵਿਸਾਲਾ। ਕਹਿੰਦੇ ਸ਼ਸਤਰ ਦਾ ਵਾਰ ਕਿਵੇਂ ਕਰਨਾ ਹੈ, ਇਹ ਦੀਵਾਨ ਨੰਦ ਚੰਦ ਕਰਕੇ ਵਿਖਾ ਰਿਹਾ ਪ੍ਰੈਕਟੀਕਲ। ਬਾਮ ਦਾਹਨੀ ਕਰ ਕਰ ਚਾਲਾ। ਸੱਜੇ ਪਾਸੇ ਜੇ ਦੁਸ਼ਮਣ ਆ ਜਾਏ ਤੇ ਸੱਜੇ ਪਾਸੇ ਵਾਰ ਕਿਵੇਂ ਕਰਨਾ, ਜੇ ਘੋੜੇ ਦੇ ਖੱਬੇ ਪਾਸੇ ਦੁਸ਼ਮਣ ਆ ਜਾਏ ਤੇ ਖੱਬੇ ਪਾਸੇ ਵਾਰ ਕਿਵੇਂ ਕਰਨਾ, ਦੁਸ਼ਮਣ ਦਾ ਆਉਂਦਾ ਵਾਰ ਰੋਕਣਾ ਕਿਵੇਂ ਹੈ, ਦੁਸ਼ਮਣ ਦੇ ਤੀਰ ਤੋਂ, ਦੁਸ਼ਮਣ ਦੀ ਗੋਲੀ ਤੋਂ, ਦੁਸ਼ਮਣ ਦੇ ਬਰਛੇ ਤੋਂ ਬਚਣਾ ਕਿਵੇਂ ਹੈ ਤੇ ਦੁਸ਼ਮਣ ਦੇ ਵਾਰ ਦਾ ਅੱਗੋਂ ਉੱਤਰ ਕਿਵੇਂ ਦੇਣਾ ਹੈ, ਇਹ ਦੀਵਾਨ ਨੰਦ ਚੰਦ ਨੇ ਕਰਕੇ ਵਿਖਾਇਆ ਹੈ। ਦਇਆ ਰਾਮ ਕੋ ਚਿਤ ਹੁਲਸਾਇਓ। ਜਦੋਂ ਦੀਵਾਨ ਨੰਦ ਚੰਦ ਨੇ ਆਪਣੇ ਕਰਤੱਵ ਦਿਖਾਏ ਤੇ ਪੰਡਿਤ ਦਇਆ ਰਾਮ ਜੀ ਵੀ ਕਿਹੜਾ ਘੱਟ ਸਨ, ਉਹ ਵੀ ਆਪਣੇ ਪਿਓ ਦਾਦੇ ਦੀ ਤਰ੍ਹਾਂ ਗੁਰੂ ਘਰ ਦੇ ਬੜੇ ਮੰਨੇ ਸੂਰਮੇ ਸਨ। ਇਹਨਾਂ ਦੇ ਪਿਤਾ ਜਾਤੀ ਮਲਕ ਨੇ 6ਵੇਂ ਪਾਤਸ਼ਾਹ ਨਾਲ 4 ਜੰਗਾਂ ਵਿੱਚ ਹਾਜ਼ਰੀ ਭਰੀ ਸੀ, ਬੜਾ ਸੂਰਮਾ ਸੀ ਔਰ ਜੰਗਾਂ ਵਿੱਚ ਹੀ ਲੜਦਾ ਹੋਇਆ ਸ਼ਹੀਦ ਹੋਇਆ ਸੀ। ਉਹ ਜਾਤੀ ਮਲਕ ਦਾ ਇਹ ਪੁੱਤਰ ਦਇਆ ਰਾਮ, ਇਹਦਾ ਵੀ ਹੌਸਲਾ ਹੋਇਆ ਵੀ ਮੈਂ ਵੀ ਹੁਣ ਆਪਣੇ ਕਰਤੱਵ ਦਿਖਾਵਾਂ। ਤੁੰਦ ਤਰੰਗਮ ਕਰ ਪੰਧਾਇਓ। ਇਹਨੇ ਆਪਣੇ ਘੋੜੇ ਨੂੰ ਅੱਡੀ ਲਾਈ, ਘੋੜਾ ਤਿੱਖਾ ਕੀਤਾ ਤੇ ਹਵਾ ਨਾਲ ਘੋੜਾ ਗੱਲਾਂ ਕਰਨ ਲੱਗ ਪਿਆ। ਬਹੁਰ ਧਵਾਏ ਘਾਤ ਹਥਿਆਰ। ਕਹਿੰਦੇ ਫਿਰ ਘੋੜਾ ਦੌੜਾ ਕੇ ਸ਼ਸਤਰ ਦਾ ਵਾਰ ਕਿਵੇਂ ਕਰੀਦਾ ਪੰਡਤ ਦਇਆ ਰਾਮ ਜੀ ਆਪ ਯੋਧਿਆਂ ਨੂੰ ਸਿਖਾਇਆ ਕਰਦੇ ਸਨ। ਕਰੀ ਦਿਖਾਵਨ ਸਰਬ ਪ੍ਰਕਾਰ। ਸਰਬ ਪ੍ਰਕਾਰ ਦੇ ਨਾਲ ਦਇਆ ਰਾਮ ਨੇ ਸ਼ਸਤਰ ਵਿਦਿਆ ਦੇ ਕੌਤਕ ਕਰਕੇ ਵਿਖਾਏ ਹਨ। ਪੁੰਨ ਕਿਰਪਾਲ ਮਾਤੁਲ ਬਰ ਵੀਰ। ਫਿਰ ਮਾਮਾ ਕਿਰਪਾਲ ਚੰਦ ਦੀ ਵਾਰੀ ਆ ਗਈ, ਜਿਹੜਾ ਬਹੁਤ ਯੋਧਾ ਸੀ, ਕਿਉਂਕਿ ਮਾਮਾ ਕਿਰਪਾਲ ਮਾਤਾ ਗੁਜਰੀ ਦਾ ਛੋਟਾ ਭਰਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਦੀ ਫੌਜ ਵਿੱਚ ਭਰਤੀ ਹੋਇਆ ਸੀਗਾ। 5 ਪਾਤਸ਼ਾਹੀਆਂ ਦੇ ਮਾਮੇ ਕਿਰਪਾਲ ਚੰਦ ਨੇ ਦਰਸ਼ਨ ਕੀਤੇ ਸਨ ਤੇ ਬੜਾ ਸੂਰਮਾ ਸੀ। ਫਿਰ ਉਹਨੇ ਆਪਣਾ ਘੋੜਾ ਦੌੜਾਇਆ ਹੈ। ਸਰਬ ਪ੍ਰਕਾਰਨ ਪੁੰਨ ਧਰ ਧੀਰ। ਉਹਨੇ ਸਰਬ ਪ੍ਰਕਾਰ ਦੇ ਸ਼ਸਤਰ ਚਲਾਏ ਨੇ, ਗੋਲੀ ਕਿਵੇਂ ਚਲਾਈਦੀ ਹੈ ਘੋੜੇ ਤੋਂ, ਤੀਰ ਕਿਵੇਂ ਘੋੜੇ ਤੋਂ ਚਲਾਈਦਾ ਹੈ, ਨੇਜਾ ਕਿਵੇਂ ਮਾਰੀਦਾ ਹੈ ਔਰ ਢਾਲ ਤਲਵਾਰ ਨਾਲ ਘੋੜੇ ਤੇ ਬਹਿ ਕੇ ਜੰਗ ਕਿਵੇਂ ਕਰੀਦਾ ਹੈ, ਇਹ ਸਾਰੇ ਸ਼ਸਤਰ ਉਹਨੇ ਚਲਾਏ ਹਨ। ਚੰਚਲ ਬਲੀ ਫੇਰ ਬਹੁ ਭਾਂਤ। ਉਹਨੇ ਆਪਣਾ ਬਲੀ ਘੋੜਾ, ਚੰਚਲ ਘੋੜਾ ਕਈ ਤਰ੍ਹਾਂ ਫੇਰਿਆ। ਘੋੜਿਆਂ ਦੀ ਕਈ ਚਾਲਾਂ ਹੁੰਦੀਆਂ, ਘੋੜਾ ਰਵਾਲ ਚਾਲ, ਛੋਟੀ ਵੱਡੀ, ਰੇਵੀਆ, ਦੁੜਕੀ, ਇਹ ਸਾਰੀਆਂ ਘੋੜਿਆਂ ਦੀਆਂ ਚਾਲਾਂ ਹੁੰਦੀਆਂ। ਮਹਾਰਾਜ ਦੇ ਮਾਮੇ ਨੇ ਸਾਰੀਆਂ ਕੱਢ ਕੇ ਦਿਖਾਈਆਂ ਹਨ ਚਾਲਾਂ। ਜਥਾ ਹੋਤ ਜੋਧਨ ਕੀ ਘਾਤ। ਜਿਵੇਂ ਯੋਧਿਆਂ ਦੀ ਬਿਰਤੀ ਹੁੰਦੀ ਹੈ, ਯੋਧਿਆਂ ਦੇ ਦਾਅ ਹੁੰਦੇ ਨੇ, ਪੇਚ ਹੁੰਦੇ ਨੇ ਲੜਾਈ ਦੇ, ਸਾਰੇ ਮਾਮਾ ਕਿਰਪਾਲ ਚੰਦ, ਕਿਉਂਕਿ ਉਹਨੇ 6ਵੇਂ ਪਾਤਸ਼ਾਹ ਤੋਂ ਸਿੱਖੇ ਸਨ, ਉਹ ਪੁਰਾਣਾ ਯੋਧਾ ਸੀ। ਉਹਨੇ ਆਪਣੇ ਸਾਰੇ ਭਾਣਜੇ ਨੂੰ ਵੀ ਤੇ ਬਾਕੀਆਂ ਨੂੰ ਵੀ ਉਹ ਕੌਤਕ ਕਰਕੇ ਵਿਖਾਏ ਹਨ। ਸਭ ਵਿਦ ਕੀ ਕਰ ਕਰ ਦਿਖਰਾਈ। ਕਹਿੰਦੇ ਸਭ ਤਰ੍ਹਾਂ ਦੀ ਆਪਣੀ ਵਿਦਿਆ ਦੇ ਕਰਤੱਵ ਉਸ ਬੁੱਢੇ ਜਰਨੈਲ ਨੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਨੂੰ ਵਿਖਾਏ ਹਨ। ਭਗਨੀ ਸੁੱਤ ਕੇ ਖੁਸ਼ੀ ਉਪਾਈ। ਆਪਣੇ ਭਾਣਜੇ ਨੂੰ ਖੁਸ਼ ਕਰ ਦਿੱਤਾ ਹੈ। ਭਗਨੀ ਸੁੱਤ ਦਾ ਭੈਣ ਦਾ ਪੁੱਤਰ, ਮਾਂ ਗੁਜਰੀ ਦਾ ਲਾਲ, ਕਲਗੀਆਂ ਵਾਲਾ ਮਾਮੇ ਕਿਰਪਾਲ ਚੰਦ ਦਾ ਭਾਣਜਾ ਹੈ ਨਾ, ਇਸ ਕਰਕੇ ਮਾਮੇ ਨੇ ਆਪਣੇ ਭਾਣਜੇ ਨੂੰ ਖੁਸ਼ ਕਰਨ ਲਈ ਆਪਣੇ ਕਰਤੱਵ ਸਾਰੇ ਹੀ ਵਿਖਾਏ ਹਨ। ਪ੍ਰਿਥਕ ਪ੍ਰਿਥਕ ਇਮ ਸਭ ਕੀ ਦੇਖ। ਸਾਰਿਆਂ ਦੇ ਮਹਾਰਾਜ ਨੇ ਕੌਤਕ ਵੇਖੇ, ਆਪਣੇ ਭੂਆ ਦੇ ਪੁੱਤਰਾਂ ਦੇ ਵੀ,
ਆਪਣੇ ਦੀਵਾਨ ਆਨੰਦ ਚੰਦ ਦੇ ਵੀ, ਆਪਣੇ ਪ੍ਰੋਤ ਦਇਆ ਰਾਮ ਦੇ ਵੀ, ਆਪਣੇ ਮਾਮੇ ਕਿਰਪਾਲ ਚੰਦ ਦੇ ਵੀ ਜੌਹਰ ਵੇਖੇ ਹਨ। ਸ੍ਰੀ ਕਲਗੀਧਰ ਤੁਰੰਗ ਵਿਸ਼ੇਸ਼। ਹੁਣ ਕਲਗੀਧਰ ਦਾ ਘੋੜਾ ਕਿੱਥੇ ਰਹਿ ਸਕਦਾ ਸੀ? ਮਹਾਰਾਜ ਕਹਿੰਦੇ ਹੁਣ ਸਾਡੀ ਵਾਰੀ ਹੈ। ਕਰਿਓ ਤੇਜ ਪਗ ਮੋਰਤ ਦੋਨ। ਕਹਿੰਦੇ ਘੋੜਾ ਦੂਜਿਆਂ ਘੋੜਿਆਂ ਨੂੰ ਦੌੜਦਿਆਂ ਵੇਖ ਕੇ ਨਾ ਤੇ ਉਹ ਕਹਿੰਦਾ ਮੈਨੂੰ ਛੱਡੋ ਹੁਣ। ਅਗਲੇ ਪੈਰ ਦੋਵੇਂ ਐ ਟੇਢੇ ਟੇਢੇ ਕਰ ਕਰਕੇ ਇਹਨਾਂ ਦੇ ਪੈਰ ਧਰਦਾ ਤੇ ਮਹਾਰਾਜ ਤੋਂ ਜ਼ੋਰ ਨਾਲ ਛੁਡਾਉਣਾ ਚਾਹੁੰਦਾ ਸੀ। ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਘੋੜਾ ਹੁਣ ਤੇਜ਼ ਹੋ ਗਿਆ ਹੈ। ਰਿਸਿਓ ਨਾ ਗਮਨੈ ਅਗ੍ਰਿਯ ਪੌਣ। ਕਹਿੰਦੇ ਘੋੜਾ ਇੰਨੇ ਵੀਰ ਰਸ ਚ ਆ ਗਿਆ, ਕਹਿੰਦਾ ਵੀ ਹਵਾ ਹੁਣ ਜੇ ਮੇਰੇ ਤੋਂ ਅੱਗੇ ਲੰਘ ਗਈ ਤਾਂ ਫਿਰ ਮੈਂ ਕੀ ਹੋਇਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਪਾਤਸ਼ਾਹ ਨੇ ਲਿਖਿਆ ਨਾ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ। ਹਵਾ ਨੂੰ ਪਿੱਛੇ ਛੱਡ ਕੇ ਫਿਰ ਘੋੜਾ ਅੱਗੇ ਜਾਂਦਾ। ਇਹ 10ਵੇਂ ਪਾਤਸ਼ਾਹ ਦਾ ਘੋੜਾ ਹੈ। ਆਹ ਕੌਣ ਮ੍ਰਿਗ ਛੋਣ ਪਲਾਵੈ। ਕਹਿੰਦੇ ਹਿਰਨ ਦਾ ਬੱਚਾ ਕੀ ਹੈ ਜਿਹੜਾ ਮੇਰੇ ਬਰਾਬਰ ਦੌੜ ਦੇਵੇ? ਕੋਟ ਤੁਰੰਗ ਕੁਰੰਗ। ਕੁਰੰਗ ਕੀ ਹੁੰਦਾ? ਤੁਰੰਗ ਹੁੰਦਾ ਘੋੜਾ ਤੇ ਕੁਰੰਗ ਹੁੰਦਾ ਹਿਰਨ। ਤੁਰੰਗ ਮੈਨੇ ਤੱਤੇ ਨਾਲ ਹੋ ਗਿਆ, ਤੁਰੰਗ ਘੋੜਾ ਤੇ ਕੁਰੰਗ ਹਿਰਨ। ਕਹਿੰਦੇ ਹਿਰਨ ਤੋਂ ਵੀ ਵੱਡੀਆਂ ਚੁੰਗੀਆਂ ਭਰ ਕੇ ਉੱਡਣ ਵਾਲੇ ਘੋੜੇ ਹਨ। 10ਵੇਂ ਪਾਤਸ਼ਾਹ ਨੇ ਕ੍ਰਿਸ਼ਨਾਮਾ ਅਵਤਾਰ ਵਿੱਚ ਇੱਕ ਸਵਈਆ ਲਿਖਿਆ, ਕਹਿੰਦੇ ਘੋੜਿਆਂ ਦੀ ਚੰਚਲਤਾ ਉੱਤੇ ਲਿਖਿਆ। ਕਹਿੰਦੇ ਕਿੰਨੇ ਸੋਹਣੇ ਨੇ ਘੋੜੇ, ਨਾਗਰਾ ਕੇ ਨੈਣ ਹੈ। ਜਿਵੇਂ ਇੱਕ ਸੁੰਦਰ ਚੰਚਲ ਇਸਤਰੀ ਦੀਆਂ ਅੱਖਾਂ ਮਟਕਦੀਆਂ ਨੇ, ਚੰਚਲ ਹੁੰਦੀਆਂ ਨੇ। ਕਹਿੰਦੇ ਨਾਗਰਾ ਕੇ ਨੈਣ ਹੈ ਕਿ ਚਾਤੁਰਾ ਕੇ ਬੈਨ ਹੈ। ਜਿਵੇਂ ਇੱਕ ਵਿਦਵਾਨ ਵਕਤਾ ਦੀ ਜੀਭ ਚੱਲਦੀ ਹੈ ਕਿ ਬਗੂਲਾ ਮਨੋ ਗੈਨ ਕੇ। ਕਹਿੰਦੇ ਜਿਵੇਂ ਵਾਵਰੋਲੇ, ਉਹ ਬਗੂਲੇ ਵਾਵਰੋਲੇ ਹਵਾ ਨੂੰ ਉੱਡ ਜਾਂਦੇ ਏਦਾਂ ਉਤਾਂ ਨੂੰ। ਕਹਿੰਦੇ ਬਗੂਲਾ ਮਨੋ ਗੈਨ ਕੇ ਤੈਸੇ ਥਹਿਰਤ ਹੈ। ਘੋੜੇ ਏਦਾਂ ਦੌੜਦੇ ਹਨ। ਸ੍ਰੀ ਕਲਗੀਧਰ ਪਾਤਸ਼ਾਹ ਦਾ ਘੋੜਾ ਹੁਣ ਤੇਜ਼ ਹੋ ਗਿਆ ਹੈ। ਪਾਦ ਉਤੰਗ ਅਦਕ ਉਤਲਾਵੈ। ਕਹਿੰਦੇ ਲੰਮੀਆਂ ਛਾਲਾਂ ਮਾਰਦਾ ਹੋਇਆ ਹਵਾ ਨੂੰ ਕੱਟਦਾ ਜਾ ਰਿਹਾ ਹੈ। ਤੀਰ ਤੁਪੰਗਨ ਤੋਂ ਮਰ ਮਾਰਨ। ਮਹਾਰਾਜ ਹੁਣ ਆਪ ਸ਼ਸਤਰ ਵਿਦਿਆ ਚੜ੍ਹਦੇ ਉੱਡਦੇ ਹੋਏ ਘੋੜੇ ਤੋਂ ਤੀਰ ਲਾ ਕੇ ਨਿਸ਼ਾਨੇ ਤੇ ਮਾਰਦੇ ਹਨ ਤੇ ਬਰਛਾ ਘੁਮਾ ਕੇ ਦੂਰ ਸੁੱਟਦੇ ਤੇ ਉੱਥੇ ਹੀ ਜਾ ਕੇ ਵੱਜਦਾ ਜਿੱਥੇ ਨਿਸ਼ਾਨਾ ਮਿੱਥਿਆ ਹੁੰਦਾ। ਤੇ ਬੰਦੂਕ ਘੋੜਾ ਦੌੜ ਰਿਹਾ ਤੇ ਜਿਹੜਾ ਨਿਸ਼ਾਨਾ ਮਿੱਥਿਆ ਉੱਥੇ ਗੋਲੀ ਵੀ ਮਾਰ ਦਿੰਦੇ ਹਨ। ਹਾਥ ਸਿਪਰ ਤਰ ਖਿੱਚ ਤਰਵਾਰਨ। ਕਹਿੰਦੇ ਹੱਥ ਵਿੱਚ ਢਾਲ ਲੈ ਕੇ ਤਲਵਾਰ ਖਿੱਚ ਕੇ ਮਿਆਨ ਵਿੱਚੋਂ। ਸਕਲ ਕਵਾਇਦ ਕੀਨ ਬਿਸਾਲਾ। ਮਹਾਰਾਜ ਨੇ ਉਹਦੇ ਵਾਰ ਕਿਵੇਂ ਲੋਕੀ ਦੇ ਕਿਵੇਂ ਕਰੀਦੇ ਨੇ, ਸਾਰੀ ਕਵਾਇਦ ਆਪਣੇ ਯੋਧਿਆਂ ਕੋਲੋਂ ਵੀ ਕਰਵਾਈ ਹੈ ਤੇ ਆਪ ਵੀ ਕੀਤੀ ਹੈ। ਤਦ ਸੁੰਦਰ ਜਮਨਾ ਤਟ ਪਾਸਾ। ਜਮਨਾ ਦਾ ਕੰਢਾ ਹੈ, ਬੜੀ ਸੁੰਦਰ ਸੋਹਣੀ ਜਗ੍ਹਾ ਹੈ। ਕਰਹਿ ਪਰਸ ਪਰ ਅਦਕ ਸਰਾਹਨ। ਆਪਸ ਵਿੱਚ ਬਹੁਤ ਸਰਾਹਨਾ ਕਰਦੇ ਹਨ ਇਮ ਕੀਜਾ ਹੈ ਸ਼ਤਰੂ ਦਲ ਗਾਹਨ। ਤੇ ਆਪਣੇ ਯੋਧਿਆਂ ਨੂੰ ਕਹਿੰਦੇ ਜੇ ਯੁੱਧ ਦਾ ਸਮਾਧਾਨ ਆਵੇਗਾ ਸਮਾਂ ਤੇ ਇਸ ਤਰ੍ਹਾਂ ਵੈਰੀਆਂ ਨੂੰ ਮਾਰਾਂਗੇ, ਮੈਦਾਨੇ ਜੰਗ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਾਂਗੇ। ਤੀਰ ਤੀਰ ਰਵ ਤਨੁ ਜਾ ਗਏ। ਸੋ ਹੌਲੇ ਹੌਲੇ ਨਾਲੇ ਸਤਿਗੁਰੂ ਜੀ ਸਫ਼ਰ ਕਰਦੇ ਗਏ, ਨਾਲੇ ਘੋੜੇ ਦੌੜਾਉਂਦੇ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ, ਜਮਨਾ ਦੇ ਕੰਢੇ ਕੰਢੇ ਤੁਰੇ ਗਏ। ਕਰਨੀ ਹੇਰ ਸਥਿਰਤਾ ਲਏ। ਜਿੱਥੇ ਕਿਸ਼ਤੀਆਂ ਦਾ ਘਾਟ ਬਣਿਆ ਸੀ, ਬੇੜੀਆਂ ਦਾ, ਦਰਿਆਵਾਂ ਦੇ ਉੱਤੇ ਘਾਟ ਬਣੇ ਹੁੰਦੇ ਨੇ, ਬੇੜੀਆਂ ਨਾਲ ਇਧਰੋਂ ਉਧਰ ਜਾਣ ਦੇ ਰਸਤੇ ਹੁੰਦੇ ਆ। ਉੱਥੇ ਜਿੱਥੇ ਬੇੜੀਆਂ ਦਾ ਘਾਟ ਆ ਗਿਆ ਉੱਥੇ ਸਤਿਗੁਰੂ ਜੀ ਘੋੜਾ ਰੋਕ ਲਿਆ। ਉਤਰ ਤੁਰੰਗਨ ਤੇ ਹੋਏ ਤਰੇ। ਮਹਾਰਾਜ ਘੋੜੇ ਤੋਂ ਉਤਰ ਕੇ ਥੱਲੇ ਖਲੋ ਗਏ। ਤਰੇ ਚਹੰਤ ਤੀਰ ਪਰ ਖਰੇ। ਮਹਾਰਾਜ ਹੁਣ ਜਮਨਾ 'ਚ ਤਰਨਾ ਚਾਹੁੰਦੇ, ਭਾਵ ਜਮਨਾ 'ਚ ਬੇੜੀ ਦੇ ਸੈਲ ਕਰਨੀ ਚਾਹੁੰਦੇ ਆ। ਇਸ ਕਰਕੇ ਜਮਨਾ ਦੇ ਕੰਢੇ ਤੇ ਘੋੜੇ ਤੋਂ ਉਤਰ ਕੇ ਖਲੋ ਗਏ। ਹਰੇ ਤਰੋਵਰ ਹੇਰਤ ਹਰੇ। ਹਰੇ ਹਰੇ ਦਰਖਤ ਜਮਨਾ ਦੇ ਦੋਵੇਂ ਪਾਸੇ ਬੜੇ ਬੜੇ ਉੱਚੇ। ਕਦੀ ਪੌਂਟਾ ਸਾਹਿਬ ਜਾਓ ਨਾ, ਉੱਥੋਂ ਦੀ ਸੁੰਦਰਤਾ ਫਿਰ ਵੇਖੋ, ਪਤਾ ਲੱਗਦਾ ਹੈ। ਨੀਲਾ ਜਲ ਜਮਨਾ ਦਾ ਤੇ ਹਰੇ ਹਰੇ ਦਰਖਤ। ਮਹਾਰਾਜ ਕਲਗੀਧਰ ਪਾਤਸ਼ਾਹ ਸਾਫ ਸੁਥਰੀ ਜਮਨਾ ਦੇ ਕੰਢੇ ਤੇ ਉਤਰੇ ਹਨ। ਹਰੇ ਪਾਪ ਜਲ ਮੈਂ ਜਲ ਜਹ ਥਲ ਤਰੇ। ਕਹਿੰਦੇ ਉਹ ਜਮਨਾ ਜਿਹਦੇ ਇਸ਼ਨਾਨ ਕਰਨ ਨਾਲ ਪਾਪ ਕੱਟੇ ਜਾਂਦੇ ਹਨ, ਪਾਪ ਨਾਸ਼ਨੀ ਜਮਨਾ ਕਹਿੰਦੇ ਆ। ਕਿਉਂਕਿ ਦੁਆਪਰ ਯੁੱਗ ਵਿੱਚ ਮਹਾਰਾਜ ਭਗਵਾਨ ਕ੍ਰਿਸ਼ਨ ਜੀ ਨੇ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ। ਤੇ ਆ 10ਵੇਂ ਜਾਮੇ 'ਚ ਫੇਰ ਪੌਂਟਾ ਸਾਹਿਬ ਉਹਦੇ ਕੰਢੇ ਤੇ ਵਸਾਇਆ ਹੈ। ਉਹ ਜਮਨਾ ਦੇ ਦਰਸ਼ਨ ਕਰਕੇ ਹੀ ਪਾਪਾਂ ਦਾ ਨਾਸ ਹੋ ਜਾਂਦਾ ਹੈ। ਵੇਖ ਮਲਾਹ ਆਨੀ ਤਬ ਤਰਨੀ। ਕਹਿੰਦੇ ਮਲਾਵਾਂ ਨੇ ਵੇਖਿਆ ਵੀ ਕਲਗੀਆਂ ਵਾਲੇ ਪਾਤਸ਼ਾਹ ਆਪਣੇ ਨਾਲ ਦੇ ਸਾਥੀਆਂ ਸਮੇਤ ਆਏ ਨੇ ਤੇ ਨੌਕਾ ਵਿਹਾਰ ਕਰਨਗੇ। ਨੌਕਾ ਵਿਹਾਰ ਦਾ ਮਤਲਬ ਹੁੰਦਾ ਵੀ ਬੇੜੀਆਂ 'ਚ ਬਹਿ ਕੇ ਪਾਣੀ ਦੀ ਸੈਰ ਕਰਨੀ।
ਮਹਾਰਾਜ ਨੌਕਾ ਵਿਹਾਰ ਕਰਨੇ ਵਾਸਤੇ ਆਏ ਨੇ। ਮਲਾਵਾਂ ਨੇ ਆਪਣੀਆਂ ਆਪਣੀਆਂ ਬੇੜੀਆਂ ਨੇੜੇ ਲਿਆਂਦੀਆਂ ਹਨ। ਕਰਨੀ ਪਏ ਸੁਖ ਕੀ ਗੁਰ ਕਰਨੀ। ਮਹਾਰਾਜ 10ਵੇਂ ਪਾਤਸ਼ਾਹ ਦੀ ਜਵਾਨੀ ਦੀ ਉਮਰ ਹੈ। ਅਜੇ ਮਹਾਰਾਜ ਦੇ ਮੂੰਹ ਤੇ ਮਾੜੀ ਮਾੜੀ ਮੁੱਛ ਫੁੱਟੀ ਹੈ। ਬੜਾ ਸੋਹਣਾ ਸੁੰਦਰ ਰੂਪ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ। ਜਿਹੜਾ ਵੀ ਦਰਸ਼ਨ ਕਰਦਾ ਹੈ ਨਾ, ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਕੇ ਮੋਹਿਆ ਜਾਂਦਾ ਹੈ। ਕਰਨੀ ਕਰੀ ਪਗਨ ਗਨ ਖੋਜ। ਮਹਾਰਾਜ ਨੇ ਉੱਥੇ ਇਹ ਵੇਖਿਆ ਵੀ ਇੱਥੇ ਤੇ ਹਾਥੀਆਂ ਦਾ ਝੁੰਡ ਆਉਂਦਾ ਹੈ। ਉਹ ਜਗ੍ਹਾ ਦਾ ਨਾਮ ਵੀ ਹਾਥੀ ਕੁੰਡ ਜਾਂ ਹਾਥੀ ਝੁੰਡ ਕਰਕੇ, ਹਥਨੀ ਕੁੰਡ ਕਰਕੇ ਕਹਿੰਦੇ ਹਨ। ਉੱਥੇ ਹਾਥੀ ਪਾਣੀ ਪੀਣ ਆਉਂਦੇ ਹਨ। ਹਾਥੀਆਂ ਦੀ ਪੈੜਾਂ ਲੱਗੀਆਂ ਹੋਈਆਂ ਨੇ। ਖੋਜਤ ਦੇ ਦੇ ਦ੍ਰਿਗਨ ਸਰੋਜ। ਮਹਾਰਾਜ ਸੱਚੇ ਪਾਤਸ਼ਾਹ ਨਾਲੇ ਹਾਥੀਆਂ ਦੇ ਪੈਰ ਵੇਖੀ ਜਾਂਦੇ ਆ, ਤੇ ਨਾਲੇ ਮਾਮੇ ਕਿਰਪਾਲ ਚੰਦ ਨਾਲ, ਆਨੰਦ ਚੰਦ ਨਾਲ ਤੇ ਦਇਆ ਰਾਮ ਨਾਲ ਉਹਨਾਂ ਬਾਰੇ ਗੱਲਾਂ ਕਰਦੇ ਐ। ਬੋਲੇ ਸਤਿਗੁਰ ਸਾਰੰਗ ਪਾਨੀ। ਮਹਾਰਾਜ 10ਵੇਂ ਪਾਤਸ਼ਾਹ ਕਲਗੀਆਂ ਵਾਲੇ ਧਨੁਸ਼ਬਾਣ ਧਾਰੀ ਸਤਿਗੁਰੂ ਬੋਲੇ। ਪਾਣੀ ਪਏਵੇ ਥਾਏ ਪਛਾਨੀ। ਕਹਿਣ ਲੱਗੇ ਮਾਮਾ ਜੀ, ਆਹ ਤੇ ਹਾਥੀਆਂ ਦੇ ਪਾਣੀ ਪੀਣ ਵਾਲੀ ਥਾਂ ਹੈ, ਕਿਉਂਕਿ ਹਾਥੀ ਇੱਥੇ ਆ ਕੇ ਪਾਣੀ ਪੀਂਦੇ ਹਨ। ਸ਼ਾਨੀ ਨਹਿ ਜਗ ਵਿਦਤ ਕਹਾਨੀ। ਇਹ ਗੱਲ ਲੁਕੀ ਛੁਪੀ ਨਹੀਂ ਹੈ, ਪ੍ਰਗਟ ਹੈ। ਹਾਨੀ ਕਰਨ ਬਹੁਤ ਇਸ ਥਾਨੀ। ਇੱਥੇ ਬਹੁਤ ਜ਼ਿਆਦਾ ਹੀ ਜਿਹੜੀਆਂ ਹਾਥਣੀਆਂ ਆਉਂਦੀਆਂ, ਹਾਥੀ ਆਉਂਦੇ, ਬੱਚੇ ਆਉਂਦੇ ਹਨ। ਇਮ ਬੋਲਤ ਸਭੇ ਹਨ ਕੇ ਲੈ ਸਾਥ। ਇਸ ਤਰ੍ਹਾਂ ਹਾਥੀਆਂ ਦੇ ਬਾਰੇ ਗੱਲਾਂ ਕਰਦੇ ਕਰਦੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬੇੜੀ ਦੇ ਕੋਲ ਚਲੇ ਗਏ। ਨੌਕਾ ਪਰ ਅਰੋਹ ਗੁਰਨਾਥ। ਬੜੀ ਸੋਹਣੀ ਮਲਾਹ ਨੇ ਬੇੜੀ ਤਿਆਰ ਕਰਕੇ ਲਿਆਂਦੀ। ਸਤਿਗੁਰੂ ਜੀ ਉਹਦੇ ਵਿੱਚ ਸਵਾਰ ਹੋ ਗਏ ਠੇਲ ਨੀਰ ਪਰ ਕੀਰ ਚਲਾਵਨ। ਤੇ ਸਾਰੇ ਸਾਥੀਆਂ ਨੂੰ ਵਿੱਚ ਬਿਠਾ ਲਿਆ। ਮਾਮੇ ਕਿਰਪਾਲ ਚੰਦ ਨੂੰ, ਦਇਆ ਰਾਮ ਜੀ ਨੂੰ, ਆਨੰਦ ਚੰਦ ਨੂੰ ਤੇ ਆਪਣੇ ਭਾਈਆਂ ਨੂੰ। ਤੇ ਸਤਿਗੁਰੂ ਜੀ ਨੇ ਮਲਾਹ ਨੂੰ ਇਸ਼ਾਰਾ ਕੀਤਾ ਤੇ ਉਹਨੇ ਪਾਣੀ ਦੇ ਵਿੱਚ ਬੇੜੀ ਠੇਲ ਦਿੱਤੀ, ਭਾਵ ਜਲ ਦੇ ਵਿੱਚ ਬੇੜੀ ਤੁਰਨ ਲੱਗੀ ਹੈ। ਲਾਵੰਤਾ ਦੇਖਤ ਜਲ ਪਾਵਨ। ਕਹਿੰਦੇ ਬੜਾ ਸਾਫ਼ ਨੀਲਾ ਪਾਣੀ, ਸਾਫ਼ ਸੁਥਰਾ, ਥੱਲੇ ਪਈ ਹੋਈ ਚੀਜ਼ ਦਿਸਦੀ। ਹੁਣ ਤਾਂ ਸਾਡੇ ਇੰਡੀਆ ਦੇ ਲੋਕਾਂ ਨੇ ਇੰਨਾ ਗੰਦ ਨਦੀਆਂ 'ਚ ਪਾਤਾ ਨਾ ਵੀ ਉੱਥੇ ਨਦੀਆਂ ਸਾਫ਼ ਨਹੀਂ ਰਹੀਆਂ। ਪਰ ਉਸ ਵੇਲੇ ਲੋਕ ਨਦੀਆਂ ਨੂੰ ਬੜਾ ਪਵਿੱਤਰ ਸੁੱਚਾ ਮੰਨਦੇ ਸੀ। ਗੰਦੇ ਹੱਥ ਨਹੀਂ ਸੀ ਨਦੀ ਤੇ ਧੋਂਦੇ ਹੁੰਦੇ। ਪਾਣੀ ਦੇ ਉੱਤੇ ਜਾ ਕੇ ਗੰਦੇ ਹੱਥ ਨਹੀਂ ਸੀ ਧੋਂਦੇ, ਕਹਿੰਦੇ ਪਵਿੱਤਰ ਨਦੀ ਹੈ। ਤੇ ਅੱਜ ਜਿੰਨਾ ਫੈਕਟਰੀਆਂ ਦਾ ਗੰਦਾ ਪਾਣੀ, ਨਾਲਿਆਂ ਦਾ, ਤੇ ਉਹ ਸਾਰਾ ਹੀ ਨਦੀਆਂ 'ਚ ਸੁੱਟਦੇ ਹੈ। ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਹਾਲਾਂਕਿ ਇਸ ਮਸਲੇ ਤੇ ਬਾਹਰ ਵਾਲੇ ਲੋਕ ਚੰਗੇ ਹੈ ਜਿਨ੍ਹਾਂ ਨੇ ਆਪਣੀਆਂ ਨਦੀਆਂ ਜੇ ਸਾਫ਼ ਰੱਖੀਆਂ ਹੋਈਆਂ। ਹਾਲਾਂਕਿ ਸਾਡੇ ਦੇਸ਼ 'ਚ ਨਦੀਆਂ ਦੀ ਪੂਜਾ ਕਰਦੇ ਆ ਪਰ ਗੰਦ ਪਾਉਂਦੇ ਨਦੀਆਂ ਵਿੱਚ। ਇਹ ਸੋਚਣਾ ਚਾਹੀਦਾ ਵੀ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਉਹਨਾਂ 'ਚ ਗੰਦ ਕਿਉਂ ਪਾਉਂਦੇ ਆ। ਮਹਾਰਾਜ ਕਲਗੀਧਰ ਪਾਤਸ਼ਾਹ ਜਮਨਾ ਦੇ ਜਲ 'ਚ, ਨਦੀ ਦੇ ਵਿੱਚ ਆਪਣੀ ਬੇੜੀ ਨਾਲ ਹੀ ਸੈਰ ਕਰ ਰਹੇ ਆ ਤੇ ਥੱਲੇ ਪਈ ਹੋਈ ਚੀਜ਼ ਦਿਸਦੀ ਹੈ। ਇੰਨਾ ਸਾਫ਼ ਸੁਥਰਾ ਜਲ ਹੈ। ਉਤ ਸ਼੍ਰੀ ਰਾਮ ਰਾਏ ਚਲ ਆਇਓ। ਉਧਰੋਂ ਬਾਬਾ ਰਾਮ ਰਾਏ ਜੀ ਵੀ ਦੇਹਰਾਦੂਨ ਤੋਂ ਚੱਲੇ ਹੋਏ ਸਨ ਸਵੇਰ ਦੇ। ਉਹ ਵੀ ਇੱਥੇ ਇਸ ਘਾਟ ਉੱਤੇ ਆ ਪਹੁੰਚੇ ਹਨ। ਦੇਖ ਕਮਲ ਦ੍ਰਿਗ ਤੇ ਵਿਗਸਾਇਓ। ਉਹਨਾਂ ਨੇ ਪਰਲੇ ਪਾਸਿਓਂ, ਇਹ ਗੁਰੂ ਸਾਹਿਬ ਉਰਲੇ ਪਾਸਿਓਂ। ਇਹ ਜਦੋਂ ਘੋੜੇ ਇੱਧਰ ਖੜੇ ਹੋਏ ਸਨ, ਉਧਰ ਉਹਨਾਂ ਦੇ ਘੋੜੇ ਆ ਕੇ ਰੁਕ ਗਏ। ਬਾਬਾ ਰਾਮ ਰਾਏ ਜੀ ਨੇ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਨਾ ਦੂਰੋਂ ਹੀ, ਤੇ ਨੇਤਰ ਠੰਡੇ ਹੋ ਗਏ। ਮਨ ਨੂੰ ਬੜੀ ਸ਼ਾਂਤੀ, ਬੜੀ ਖੁਸ਼ੀ ਮਿਲੀ ਹੈ। ਉਤਲਾ ਵਤ ਪਹੁੰਚਿਓ ਤਬ ਘੋੜਾ। ਉਹਨਾਂ ਦਾ ਘੋੜਾ ਬੜੀ ਛੇਤੀ ਨਾਲ ਆਇਆ ਜਮਨਾ ਦੇ ਕੰਢੇ ਤੇ। ਕੇਵਟ ਪ੍ਰੇਰਿਓ ਗੁਰ ਤਿਸ ਓਰਾ। ਤੇ ਘੋੜਾ ਛੱਡ ਕੇ ਤੇ ਬਾਬਾ ਰਾਮ ਰਾਏ ਜੀ ਉਸ ਮਲਾਹ ਨੂੰ ਆਖਿਆ, ਜਿਹੜਾ ਉਸ ਪਾਸੇ ਬੇੜੀ ਲਾਈ ਖੜਾ ਸੀ, ਵੀ ਮੈਨੂੰ ਉਹ ਸਤਿਗੁਰੂ ਪਾਤਸ਼ਾਹ ਦੇ ਕੋਲ ਲੈ ਚੱਲ। ਤੇ ਉਹ ਦੂਸਰੀ ਬੇੜੀ 'ਚ ਬਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇੜੇ ਆ ਗਏ। ਤਟ ਆਵਤ ਲੋ ਪਹੁੰਚੀ ਤਰੀ। ਕਹਿੰਦੇ ਜਿੰਨੇ ਚਿਰ ਨੂੰ ਬਾਬਾ ਰਾਮ ਰਾਏ ਜੀ ਉਧਰ ਘੋੜੇ ਤੇ ਆ ਰਹੇ ਸਨ ਨਾ, ਮਹਾਰਾਜ ਨੇ ਪਹਿਲਾਂ ਹੀ ਮਲਾਹ ਨੂੰ ਕਹਿ ਛੱਡਿਆ ਸੀ ਵੀ ਤੂੰ ਉਹਨਾਂ ਨੂੰ ਨਾਲ ਲੈ ਕੇ ਆਉਣਾ। ਉੱਥੇ ਨੂੰ ਮਹਾਰਾਜ ਦੀ ਬੇੜੀ ਉੱਥੇ ਪਹੁੰਚ ਗਈ। ਚੜਵੇ ਮਹਿ ਤੁਰੰਤਾ ਕਰੀ। ਜਦੋਂ ਮਹਾਰਾਜ ਦੀ ਬੇੜੀ ਪਹੁੰਚ ਗਈ ਤੇ ਬਾਬਾ ਰਾਮ ਰਾਏ ਜੀ ਬੜੀ ਛੇਤੀ ਨਾਲ ਘੋੜੇ ਤੋਂ ਉਤਰ ਕੇ ਸਤਿਗੁਰਾਂ ਦੀ ਬੇੜੀ ਵਿੱਚ ਆ ਗਏ। ਬੰਦ ਦੁੰਦ ਕਰ ਪਦ ਅਰਬਿੰਦ। ਬਾਬਾ ਰਾਮ ਰਾਏ ਦੋਵੇਂ ਹੱਥ ਜੋੜ ਕੇ ਨਾ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵੱਲ ਝੁਕੇ ਹਨ। ਬੰਧਨ ਕੀਨ ਬੁਲੰਦ ਆਨੰਦ। ਤੇ ਬੜੇ ਆਨੰਦ ਦੇ ਨਾਲ ਉਹਨਾਂ ਨੇ ਮਹਾਰਾਜ ਨੂੰ ਮੱਥਾ ਟੇਕਿਆ ਹੈ। ਹਾਲਾਂਕਿ ਉਮਰ ਵਿੱਚ ਬਾਬਾ ਜੀ ਮਹਾਰਾਜ ਤੋਂ 20-22 ਸਾਲ ਵੱਡੇ ਸਨ। ਬਾਬਾ ਰਾਮ ਰਾਏ ਜੀ
ਸਤਿਗੁਰਾਂ ਤੋਂ ਲਗਭਗ 20 ਸਾਲ ਵੱਡੇ ਸਨ, ਪਰ ਰਿਸ਼ਤੇ ਵਿੱਚ ਉਹ ਭਤੀਜੇ ਸਨ ਤੇ ਕਲਗੀਧਰ ਜੀ ਉਹਨਾਂ ਦੇ ਚਾਚਾ ਜੀ ਲੱਗਦੇ ਸਨ। ਕਿਉਂਕਿ ਇਹ ਰਿਸ਼ਤਾ ਇਉਂ ਸੀਗਾ, ਸੰਗਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰਿਰਾਏ ਸਾਹਿਬ ਜੀ ਤੇ ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਬਾਬਾ ਰਾਮ ਰਾਏ ਜੀ। ਇਸ ਕਰਕੇ ਬਾਬਾ ਰਾਮ ਰਾਏ ਜੀ 6ਵੇਂ ਪਾਤਸ਼ਾਹ ਦੇ ਪੜ ਪੋਤਰੇ ਹਨ। ਔਰ ਇਧਰ ਗੁਰੂ ਹਰਗੋਬਿੰਦ ਸਾਹਿਬ ਦੇ ਦੂਜੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਇਸ ਕਰਕੇ ਇਹਨਾਂ ਦਾ ਚਾਚੇ ਭਤੀਜੇ ਦਾ ਰਿਸ਼ਤਾ ਹੈ। ਪਰ ਉਮਰ ਵਿੱਚ ਬਾਬਾ ਰਾਮ ਰਾਏ ਜੀ ਲਗਭਗ 20 ਸਾਲ, ਕਿਉਂਕਿ 9ਵੇਂ ਪਾਤਸ਼ਾਹ ਤਾਂ 40 ਸਾਲ 45 ਸਾਲ ਦੀ ਉਮਰ ਦੇ ਹੋ ਗਏ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੋਇਆ। ਮਹਾਰਾਜ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਹੋਇਆ 1621 ਵਿੱਚ। 45 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ 1666 ਵਿੱਚ। ਤੇ ਉਹਨਾਂ ਦੇ ਪਰਿਵਾਰ ਜਿਹੜੇ ਸੀ ਉਹ ਪਹਿਲਾਂ ਹੀ ਚਲੇ ਆਉਂਦੇ ਸੀ। ਉਮਰ 'ਚ ਬਾਬਾ ਰਾਮ ਰਾਏ ਵੱਡੇ, ਪਰ ਰਿਸ਼ਤੇ ਵਿੱਚ ਪਦਵੀ ਵਿੱਚ ਕਲਗੀਧਰ ਜੀ ਵੱਡੇ ਹਨ। ਇਸ ਕਰਕੇ ਬਾਬਾ ਰਾਮ ਰਾਏ ਜੀ ਨੇ ਇਹ ਨਹੀਂ ਸੋਚਿਆ ਮੈਂ ਉਮਰ 'ਚ ਵੱਡਾ ਆ, ਉਹਨਾਂ ਨੇ ਆਖਿਆ ਇਹ ਰਿਸ਼ਤੇ 'ਚ ਵੀ ਵੱਡੇ ਨੇ, ਗੁਰੂ ਦੀ ਗੱਦੀ ਦੇ ਮਾਲਕ ਨੇ। ਕਹਿੰਦੇ ਇਦਾਂ ਦੋਵੇਂ ਹੱਥ ਮਹਾਰਾਜ ਦੇ ਚਰਨਾਂ ਵੱਲ ਵਧਾਏ ਹਨ। ਸ੍ਰੀ ਕਲਗੀਧਰ ਬਹੁਤ ਸਨਮਾਨਾ। ਜਦੋਂ ਮਹਾਰਾਜ ਨੂੰ ਮੱਥਾ ਟੇਕਣ ਲੱਗੇ ਤੇ ਮਹਾਰਾਜ ਨੇ ਦੋਵੇਂ ਹੱਥ ਫੜ ਲਏ, ਬੜਾ ਹੀ ਸਨਮਾਨ ਕੀਤਾ। ਆਓ ਬਾਬਾ ਜੀ ਆ ਸਾਡੇ ਕੋਲ ਬੈਠ ਜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਮਣੇ ਬਾਬਾ ਰਾਮ ਰਾਏ ਜੀ ਨੂੰ ਬਿਠਾ ਲਿਆ ਹੈ। ਨਿਕਟ ਬਿਠਾਵਨ ਆਪਣੇ ਠਾਣਾ, ਬਿਲਕੁਲ ਆਪਣੇ ਕੋਲ। ਬੜਾ ਸੋਹਣਾ ਆਸਣ ਲੱਗਾ ਹੋਇਆ ਸੀ ਬੇੜੀ ਦੇ ਵਿੱਚ, ਕਿਸ਼ਤੀ ਦੇ ਵਿੱਚ, ਤੇ ਮਹਾਰਾਜ ਉਹਦੇ ਉੱਤੇ ਆਪਣੇ ਕੋਲ ਬਿਠਾ ਲਿਆ ਆਪਣੇ ਭਤੀਜੇ ਰਾਮ ਰਾਏ ਨੂੰ। ਦੇਖਤ ਚੰਦ ਬਦਨ ਕੀ ਕੋਰਾ। ਕਹਿੰਦੇ ਬਾਬਾ ਰਾਮ ਰਾਏ ਜੀ ਮਹਾਰਾਜ ਦੇ ਕਲਗੀਧਰ ਪਾਤਸ਼ਾਹ ਦੇ ਚੰਦਰਮਾ ਵਰਗੇ ਸੋਹਣੇ ਮੁਖੜੇ ਵੱਲ ਵੇਖੀ ਜਾਂਦੇ ਐ। ਲੋਚਨ ਮਨੋ ਚਕੋਰਨ ਜੋਰਾ। ਕਹਿੰਦੇ ਅੱਖਾਂ ਉਹਨਾਂ ਦੀਆਂ ਨਾ ਮਹਾਰਾਜ ਦੇ ਚਿਹਰੇ ਵੱਲ ਏਦਾਂ ਗੱਡੀਆਂ ਗਈਆਂ ਜਿਵੇਂ ਚੰਦ ਵੱਲ ਚਕੋਰ ਦੀਆਂ ਗੱਡੀਆਂ ਜਾਂਦੀਆਂ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ। ਕਹਿੰਦੇ ਇਸ ਤਰ੍ਹਾਂ ਮਹਾਰਾਜ ਸਾਹਿਬ ਕਲਗੀਧਰ ਦਾ ਸੁੰਦਰ ਸਰੂਪ ਵੇਖ ਕੇ ਬਾਬਾ ਰਾਮ ਰਾਏ ਜੀ ਉੱਥੇ ਹੀ ਦਰਸ਼ਨਾਂ ਵਿੱਚ ਹੀ ਮੰਤਰ ਮੁਗਧ ਹੋ ਗਏ। ਦੀਰਘ ਦੀਪਤ ਤੇਜ ਉਚੇਰਾ। ਤੇ ਸਤਿਗੁਰਾਂ ਦੇ ਚਿਹਰੇ ਤੇ ਬੜਾ ਤੇਜ ਪ੍ਰਤਾਪ ਸੀਗਾ, ਬਹੁਤ ਜ਼ਿਆਦਾ, ਜਿਵੇਂ ਕਰੋੜਾਂ ਸੂਰਜ ਚੜੇ ਹੋਣ ਨਾ, ਇੰਨਾ ਤੇਜ ਪ੍ਰਕਾਸ਼ 10ਵੇਂ ਪਾਤਸ਼ਾਹ ਦੇ ਚਿਹਰੇ ਤੇ ਬਾਬਾ ਰਾਮ ਰਾਏ ਜੀ ਨੂੰ ਨਜ਼ਰ ਆਇਆ ਹੈ। ਭਲਿਓ ਸ਼ਕਤ ਥਲ ਵਿਖੇ ਬਡੇਰਾ। ਕਹਿੰਦੇ ਮਹਾਰਾਜ ਸਾਰੀਆਂ ਸ਼ਕਤੀਆਂ, ਬਾਬਾ ਰਾਮ ਰਾਏ ਜੀ ਵੀ ਕਿਹੜਾ ਘੱਟ ਸਨ, ਉਹ ਵੀ ਬੜੀ ਸ਼ਕਤੀਆਂ ਦੇ ਮਾਲਕ ਸਨ, ਸਤਿਗੁਰਾਂ ਦੇ ਪੁੱਤਰ ਸਨ ਗੁਰੂ ਹਰਿਰਾਏ ਸਾਹਿਬ ਦੇ। ਉਹਨਾਂ ਨੂੰ ਸੋਝੀ ਸੀ ਵੀ ਜੋਤ ਕੀ ਹੁੰਦੀ ਹੈ, ਗੁਰੂ ਕੀ ਹੁੰਦਾ, ਅਵਤਾਰੀ ਕਲਾ ਕੀ ਹੁੰਦੀ। ਉਹਨਾਂ ਨੇ ਪਛਾਣ ਲਿਆ ਵੀ ਇਹ ਕੋਈ ਆਮ ਸਧਾਰਨ ਨਹੀਂ ਹਨ, ਇਹ ਰੱਬੀ ਜੋਤ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ। ਜਿਨ ਅਲਖ ਅਪਾਰ ਨਿਰੰਜਨਾ, ਜਪਿਓ ਕਰਤਾਰਾ, ਨਿਜ ਪੰਥ ਚਲਾਇਓ ਖਾਲਸਾ, ਤਰ ਤੇਜ ਕਰਾਰਾ, ਸਿਰ ਕੇਸ ਧਾਰ ਗਏ ਖੜਕ ਕੋ ਤਪ ਦੁਸ਼ਟ ਪਸ਼ਾਰਾ, ਕੁੱਦੇ ਸਿੰਘ ਪੁਚੰਗੀਏ ਨੀਲੰਬਰ ਧਾਰਾ, ਤਿਨੇ ਆਗੇ ਕੋਏ ਨਾ ਠਹਿਰਿਓ ਭਾਗੇ ਸਿਰਦਾਰਾ। ਉਹ 10ਵੇਂ ਪਾਤਸ਼ਾਹ ਦਾ ਤਪ ਤੇਜ ਵੇਖ ਕੇ ਬਾਬਾ ਰਾਮ ਰਾਏ ਜੀ ਅੰਦਾਜ਼ਾ ਲਾ ਗਏ ਬਈ ਕੋਈ ਸਧਾਰਨ ਨਹੀਂ ਆਨੇ, ਇਹ ਕੋਈ ਅਕਾਲ ਪੁਰਖ ਦੀ ਨਿਰੰਜਨੀ ਜੋਤ ਪ੍ਰਗਟ ਹੋਏ ਹਨ। ਉਚਿਤ ਪ੍ਰਤਾਪ ਵਧਾਵਨ ਮਾਹੀ। ਕਹਿੰਦੇ ਇਹਨਾਂ ਦਾ ਪ੍ਰਤਾਪ ਵਧੇਗਾ। ਇਹ ਜਿਵੇਂ ਮੇਰੇ ਪੜਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ, ਉਦਾਂ ਦੇ ਹੀ ਪ੍ਰਤਾਪਵਾਨ ਇਹ ਸਾਡੇ ਪਰਿਵਾਰ ਵਿੱਚ ਪ੍ਰਗਟ ਹੋਏ ਹਨ। ਚਾਹੇ ਸੋ ਕਰਹਿ ਮਿਟਹਿ ਤਿਨ ਨਾਮ। ਇਹ ਜੋ ਚਾਹਣਗੇ ਕਰ ਦੇਣਗੇ, ਇਹ ਮਿਟਣਗੇ ਨਹੀਂ, ਇਹ ਟਲਣਗੇ ਨਹੀਂ, ਕਿਉਂਕਿ ਇਹਨਾਂ ਦੇ ਚਾਲ ਢਾਲ ਤੌਰ ਤਰੀਕੇ ਹੁਣੇ ਦੱਸ ਰਹੇ ਨੇ ਵੀ ਇਹ 6ਵੇਂ ਪਾਤਸ਼ਾਹ ਦੀ ਤਰ੍ਹਾਂ ਯੋਧੇ ਸੂਰਮੇ ਗੁਰੂ ਹੋਣਗੇ। ਗੁਰ ਨੰਦਨ ਸ਼੍ਰੀ ਗੁਰ ਕੋ ਦੇਖਾ। ਮਹਾਰਾਜ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਬਾਬਾ ਰਾਮ ਰਾਏ ਜੀ ਨੇ ਦਰਸ਼ਨ ਕੀਤੇ। ਅਦਿਕ ਲਾਇਕੀ ਉਚਿਤ ਪਰੇਖਾ। ਉਹਨਾਂ ਨੇ ਪਰਖ ਲਿਆ ਕਿ ਬਾਬਾ ਰਾਮ ਰਾਏ ਜੀ ਨੂੰ ਨਜ਼ਰ ਆ ਗਿਆ ਕਿ ਸਾਰੀਆਂ ਗੱਲਾਂ ਦੇ ਲਾਇਕ ਨੇ, ਸਰਵ ਉਪਮਾ ਯੋਗ ਨੇ 10ਵੇਂ ਪਾਤਸ਼ਾਹ, ਇਹਨਾਂ ਵਿੱਚ ਸਾਰੇ ਹੀ ਗੁਣ ਨੇ, ਇਹ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ। ਕੁਸ਼ਲ ਪ੍ਰਸ਼ਨ ਕਹਿ ਆਪਸ ਮਾਹੀ। ਬਾਬਾ ਰਾਮ ਰਾਏ ਜੀ ਨੂੰ ਗੁਰੂ ਕਲਗੀਧਰ ਜੀ ਪੁੱਛਦੇ, ਬਾਬਾ ਜੀ ਸਿਹਤ ਸੁਣਾਓ ਪਰਿਵਾਰ ਦਾ, ਕਿਉਂਕਿ ਬਾਬਾ ਜੀ ਦੇ ਘਰ ਬੱਚਾ ਨਹੀਂ ਹੋਇਆ, 4 ਵਿਆਹ ਹੋਏ ਸਨ।
ਬਾਬਾ ਰਾਮ ਰਾਏ ਜੀ ਨੇ 4 ਵਿਆਹ ਕਰਾਏ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਦਿੱਲੀ ਸੱਦਿਆ ਔਰੰਗਜ਼ੇਬ ਨੇ, ਬਾਬਾ ਰਾਮ ਰਾਏ ਜੀ ਨੇ ਚੁੱਕਣਾ ਦਿੱਤੀ ਸੀ ਨਾ, ਔਰੰਗਜ਼ੇਬ ਦੇ ਕੰਨ ਭਰੇ ਸੀ। ਇਸ ਗੱਲ ਤੋਂ ਦੁਖੀ ਹੋ ਕੇ ਵੀ ਪਿਤਾ ਜੀ ਨੇ ਗੱਦੀ ਮੈਨੂੰ ਨਹੀਂ ਦਿੱਤੀ, ਮੈਂ ਹੱਕਦਾਰ ਸੀ, ਮੈਨੂੰ ਕੱਢ ਦਿੱਤਾ, ਛੋਟੇ ਭਰਾ ਨੂੰ ਗੱਦੀ ਦੇਤੀ ਹੈ। ਤੇ ਔਰੰਗਜ਼ੇਬ ਨੂੰ ਕਿਹਾ ਵੀ ਬਾਦਸ਼ਾਹ ਮੇਰੀ ਕਰਾਮਾਤਾਂ ਤੇ ਵੇਖ ਲਈਆਂ ਨੇ, ਮੇਰੇ ਛੋਟੇ ਭਰਾ ਕੋਲ ਮੇਰੇ ਤੋਂ ਵੀ ਜ਼ਿਆਦਾ ਨੇ, ਉਹਨਾਂ ਨੂੰ ਬੁਲਾ ਕੇ ਉਹਨਾਂ ਦੀਆਂ ਵੇਖ ਲਓ। ਮਨ 'ਚ ਥੋੜੀ ਖੋਟ ਬੇਈਮਾਨੀ ਆ ਗਈ ਸੀ ਵੀ ਉਹਨਾਂ ਨੇ ਕਰਾਮਾਤ ਦਿਖਾਣੀ ਕੋਈ ਨਹੀਂ, ਫਿਰ ਮੇਰੀ ਟੌਰ ਬਣ ਜਾਣੀ ਆ। ਲੋਕਾਂ ਨੇ ਆਖਣਾ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਕੋਈ ਕਲਾ ਨਹੀਂ ਹੈ, ਰਾਮ ਰਾਏ ਕੋਲ ਬੜੀਆਂ ਸ਼ਕਤੀਆਂ ਨੇ। ਉਹ ਥੋੜਾ ਜਿਹਾ ਬੜਾ ਵੱਡਾ ਉਹਨਾਂ ਕੋਲੋਂ ਫਿਰ ਭੁੱਲ ਹੋਈ ਸੀ। ਫਿਰ ਮਹਾਰਾਜ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਦਿੱਲੀ ਚਲੇ ਗਏ, ਉਹਨਾਂ ਦਾ ਪ੍ਰਤਾਪ ਉਦਾਂ ਹੀ ਵੱਧ ਗਿਆ ਬਿਨਾਂ ਕਰਾਮਾਤ ਦਿਖਾਣ ਦੇ। ਉਹ ਤਾਂ ਸੁੱਤੇ ਸਿੱਧ ਦੀ ਕਲਾ ਵਰਤ ਗਈ। ਗੁਰੂ ਦਾ ਗੁਰੂ ਹੀ ਹੁੰਦਾ, ਗੁਰੂ ਦੀ ਤੇ ਹਰ ਗੱਲ ਹੀ ਕਰਾਮਾਤ ਹੁੰਦੀ। ਆਖੋ ਸਤਨਾਮ। ਗੁਰੂ ਕਰਾਮਾਤ ਵਿਖਾਉਂਦਾ ਨਹੀਂ, ਗੁਰੂ ਦੀ ਕਲਾ ਵਰਤਦੀ ਆ ਸੁੱਤੇ ਸਿੱਧ। ਪਹਿਲਾਂ ਮਹਾਰਾਜ 8ਵੇਂ ਪਾਤਸ਼ਾਹ ਰਾਜਾ ਬੰਗਲਾ ਸਾਹਿਬ ਗਏ ਨੇ ਜੈ ਸਿੰਘ ਦੇ ਘਰ, ਉਹਦੀਆਂ ਰਾਣੀਆਂ ਨੇ ਸਵਾਗਤ ਕਰਨਾ ਸੀ। ਵੱਡੀ ਰਾਣੀ ਗੋਲੀ ਬਣ ਕੇ ਬਹਿ ਗਈ, ਛੋਟੀਆਂ ਰਾਣੀਆਂ ਬੜੇ ਸੋਹਣੇ ਕੱਪੜੇ ਪਾ ਕੇ ਬਹਿ ਗਈਆਂ। ਵੱਡੀ ਰਾਣੀ ਨੇ ਮਨ 'ਚ ਫੁਰਨਾ ਕੀਤਾ, ਜੇ ਅੰਤਰਜਾਮੀ ਹੋਣਗੇ ਮੇਰੀ ਗੋਦੀ 'ਚ ਆ ਕੇ ਬਹਿਣਗੇ। ਬਾਲਾ ਪ੍ਰੀਤਮ ਪਾਤਸ਼ਾਹ ਛੜੀ ਰੱਖਦੇ ਸੀ ਹੱਥ ਵਿੱਚ, ਰਾਣੀਆਂ ਦੇ ਸਿਰ ਤੇ ਰੱਖਦੇ, ਇਹ ਰਾਣੀ ਨਹੀਂ, ਇਹ ਰਾਣੀ ਨਹੀਂ, ਇਹ ਵੱਡੀ ਰਾਣੀ ਨਹੀਂ, ਇਹ ਪਟਰਾਣੀ ਨਹੀਂ, ਇਹ ਨਹੀਂ। ਜਦੋਂ ਉਹ ਪਿੱਛੇ ਬੈਠੀ ਸੀ, ਇਹ ਪਟਰਾਣੀ ਆ ਕਹਿ ਕੇ ਗੋਦੀ 'ਚ ਬਹਿ ਗਏ। ਉੱਥੇ ਚਰਨਾਂ ਦੇ ਢਹਿ ਪਈ ਸੀ। ਏਦਾਂ ਬੇਅੰਤ ਕਲਾ ਵਰਤਾ ਕੇ ਸ਼ਹਿਰ ਦੇ ਦੁੱਖਾਂ ਦੇ ਜਿੰਨੇ ਬਿਮਾਰ ਸਨ, ਰੋਗੀ ਸਨ, ਬਿਮਾਰੀਆਂ ਫੈਲ ਗਈਆਂ, ਸਾਰੀਆਂ ਦੂਰ ਕਰਤੀਆਂ। ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਨੂੰ। ਤੇ ਬਾਬਾ ਰਾਮ ਰਾਏ ਜੀ ਪਹਿਲਾਂ ਤਾਂ ਸੀਗਾ ਵੀ ਕਰਾਮਾਤ ਨਹੀਂ ਦਿਖਾਣਗੇ ਤੇ ਇਹਨਾਂ ਦੀ ਮਹਿਮਾ ਘਟੇਗੀ, ਪਰ ਬਿਨਾਂ ਕਰਾਮਾਤ ਦਿਖਾਇਆ ਹੀ ਕਰਾਮਾਤ ਹੋ ਗਈ। ਸਾਰੀ ਦੁਨੀਆ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਨਾਮ ਲੈਣ ਲੱਗ ਪਈ, ਖਿੱਚ ਗਏ, ਕਹਿਣ ਲੱਗੇ ਇਹ ਮਾਤਾ ਦੇ ਸੀਤਲਾ ਦੇ ਖਾਜੇ ਬਣਨਗੇ। ਬਾਬਾ ਰਾਮ ਰਾਏ ਨੇ ਸਤਿਗੁਰੂ ਜੀ ਨੂੰ 8ਵੇਂ ਪਾਤਸ਼ਾਹ ਨੂੰ ਸਰਾਪ ਦਿੱਤਾ ਕਿ ਮਹਾਰਾਜ ਚੇਚਕ ਦੇ ਨਾਲ, ਸੀਤਲਾ ਦੇ ਨਾਲ ਇਸ ਦੁਨੀਆ ਤੋਂ ਚਲੇ ਜਾਣਗੇ। ਇਹ ਸਿੱਖਾਂ ਨੇ ਸੁਣ ਕੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ, ਮਹਾਰਾਜ ਤੁਹਾਡੇ ਵੱਡੇ ਭਰਾ ਇੰਨੇ ਜ਼ਿਆਦਾ ਖਫਾ ਹੋ ਗਏ ਨੇ ਵੀ ਉਹਨਾਂ ਨੇ ਆਪ ਜੀ ਨੂੰ ਇੱਦਾਂ ਜਾਣ ਦਾ ਬਚਨ ਕਰ ਦਿੱਤਾ, ਤੇ ਤੁਸੀਂ ਮਹਾਰਾਜ ਉਹਨਾਂ ਦਾ ਬਚਨ ਬਦਲ ਦਿਓ, ਉਹਨਾਂ ਦਾ ਬਚਨ ਖਾਲੀ ਕਰ ਦਿਓ। ਸਤਿਗੁਰੂ ਕਹਿਣ ਲੱਗੇ ਭਾਈ ਜੇ ਭਰਾ ਜੀ ਦਾ ਬਚਨ ਹੁੰਦਾ ਤੇ ਅਸੀਂ ਖਾਲੀ ਕਰ ਵੀ ਦਿੰਦੇ। ਇਹ ਸਾਡੇ ਪਿਤਾ ਜੀ ਦਾ ਬਚਨ ਬਾਬੇ ਰਾਮ ਰਾਏ ਜੀ ਨੂੰ ਹੋਇਆ ਸੀ ਵੀ ਰਾਮ ਰਾਏ ਜੋ ਤੂੰ ਕਹੇਗਾ ਉਹ ਪੂਰਾ ਹੋਵੇਗਾ। ਇਸ ਕਰਕੇ ਸਾਡਾ ਭਰਾ ਨਹੀਂ ਬੋਲ ਰਿਹਾ, ਗੁਰੂ ਨਾਨਕ ਦੀ ਕਲਾ ਵਰਤ ਰਹੀ ਹੈ। ਅਸੀਂ ਸਰੀਰ ਤੇ ਛੱਡਣਾ ਹੀ ਹੈ, ਅਸੀਂ ਉਹਨਾਂ ਦੇ ਬਚਨ ਨੂੰ ਸਿਰ ਮੱਥੇ ਤੇ ਲੈ ਕੇ ਜੋਤੀ ਜੋ ਸਮਾਣਾ ਹੈ। ਸੇ ਕਹਿਣ ਲੱਗੇ ਮਹਾਰਾਜ ਫਿਰ ਤਾਂ ਲੋਕ ਨਿੰਦਾ ਬੜੀ ਕਰਨਗੇ, ਕਹਿਣਗੇ ਗੁਰੂ ਦੇ ਵਿੱਚ ਕਲਾ ਹੀ ਕੋਈ ਨਹੀਂ ਸੀ, ਸ਼ਰਧਾ ਟੁੱਟੇਗੀ ਸਿੱਖਾਂ ਦੀ, ਕੋਈ ਬਚਨ ਛੱਡੋ। ਮਹਾਰਾਜ ਕਹਿੰਦੇ ਅਸੀਂ ਨਹੀਂ ਬਚਨ ਛੱਡਣਾ। ਕਹਿੰਦੇ ਨਾ ਮਹਾਰਾਜ ਕੋਈ ਬਚਨ ਛੱਡੋ। ਮਹਾਰਾਜ ਕਹਿੰਦੇ ਬਾਬਾ ਰਾਮ ਰਾਏ ਜੀ ਈਰਖਾ ਦੀ ਅੱਗ 'ਚ ਸੜਦੇ ਨੇ, ਉਹ ਜਿਉਂਦੇ ਸੜਨਗੇ। ਦੂਸਰਾ ਬਚਨ ਇਹ ਕਰਤਾ ਬਈ ਜਿਹੜੀ ਗੱਦੀ ਦਾ ਲਾਲਚ ਪਰਿਵਾਰ ਦਾ ਕਰਦੇ ਨੇ, ਇਸ ਸੰਸਾਰ ਤੋਂ ਇਸੇ ਤਰ੍ਹਾਂ ਹੀ ਜਾਣਗੇ, ਪਰਿਵਾਰ ਬੱਚੇ ਨਹੀਂ ਹੋਣਗੇ। 4 ਵਿਆਹ ਹੋਏ ਸਨ ਤੇ ਇਹਨਾਂ ਦੇ ਘਰ ਔਲਾਦ ਨਹੀਂ ਹੋਈ, ਬੱਚਾ ਨਹੀਂ ਹੋਇਆ। ਤੋ ਗੁਰੂ ਸਾਹਿਬ 10ਵੇਂ ਪਾਤਸ਼ਾਹ ਦੇ ਹੁਣ ਦਰਸ਼ਨ ਕਰ ਰਹੇ ਨੇ ਤੇ ਮਨ 'ਚ ਬਹੁਤ ਜ਼ਿਆਦਾ ਪ੍ਰੇਮ ਪੈਦਾ ਹੋ ਗਿਆ ਆਪਣਾ, ਕਿਉਂਕਿ ਮਹਾਂਪੁਰਸ਼ ਸੀ, ਅਕਸਰ ਨੂੰ ਸ਼ਕਤੀਆਂ ਸਨ ਸਾਰੀਆਂ, ਤੇ ਆਪਣੀਆਂ ਭੁੱਲਾਂ ਦਾ ਵੀ ਸਾਧੂ ਉਹੀ ਹੁੰਦਾ ਜਿਹਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਜਾਵੇ। ਆਖੋ ਸਤਨਾਮ। ਸਾਧੂ ਵਿੱਚ ਤੇ ਆਮ ਬੰਦੇ 'ਚ ਫਰਕ ਹੀ ਹੈ, ਭੁੱਲ ਸਾਧੂ ਕੋਲੋਂ ਵੀ ਹੁੰਦੀ ਹੈ। ਇਹ ਦੁਨੀਆ ਦੇ ਕੋਈ ਨਹੀਂ ਜਿਹੜਾ ਸਾਧ ਸੰਗਤ ਜੀ ਦੁੱਧ ਦਾ ਧੋਤਾ, ਗਲਤੀ ਸਾਰਿਆਂ ਤੋਂ ਹੁੰਦੀ ਹੈ, ਪਰ ਸਾਡੇ ਵਰਗੇ ਗਲਤੀ ਕਰਕੇ ਵੀ ਕਹਿੰਦੇ ਨਹੀਂ ਅਸੀਂ ਨਹੀਂ ਮੰਨਣਾ। ਸਾਧੂ ਹੁੰਦਾ ਜਿਹੜਾ ਹੋ ਜਾਵੇ ਤੇ ਕਵੇ ਮਹਾਰਾਜ ਮੇਰੇ ਤੋਂ ਹੋ ਗਈ। ਹੁਣ ਬਾਬੇ ਰਾਮ ਰਾਏ ਜੀ ਦੇ ਅੰਦਰ
ਆਪਣੀਆਂ ਅੰਤਲਾ ਸਮਾਂ ਵੀ ਨੇੜੇ ਦਿਸਦਾ ਸੀਗਾ ਤੇ ਆਪਣੀਆਂ ਭੁੱਲਾਂ ਦਾ ਅਹਿਸਾਸ ਹੋ ਗਿਆ। ਹਾਂਜੀ, ਪ੍ਰੇਮ ਸਹਿਤ ਮੋਦ ਉਪਜਾਹੀ। ਪ੍ਰੇਮ ਤੇ ਪ੍ਰਸੰਨਤਾ, ਮਨ ਵਿੱਚ ਪ੍ਰੇਮ ਸੀਗਾ ਤੇ ਦਰਸ਼ਨ ਕਰਕੇ ਮੋਦ ਕਹਿੰਦੇ ਨੇ ਖੁਸ਼ੀ ਨੂੰ, ਆਨੰਦ ਪ੍ਰਸੰਨ ਹੋ ਰਹੇ ਦਸਵੇਂ ਪਾਤਸ਼ਾਹ ਦੇ ਕੋਲ ਬੈਠੇ ਹਨ। ਮਹਿਲੋ ਕਾ ਗੁਰਦਾਸ ਰੁਤਾਰਾ। ਉਧਰੋਂ ਉਹਦੇ ਨਾਲ ਕੌਣ ਕੌਣ ਆਏ ਨੇ? ਭਾਈ ਬਹਿਲੋ ਸਭ ਤੋਂ ਪਹਿਲੋਂ ਪੰਜਵੇਂ ਪਾਤਸ਼ਾਹ ਦੇ ਬ੍ਰਹਮ ਗਿਆਨੀ ਸਿੱਖ ਹੋਏ ਨੇ ਭਾਈ ਬਹਿਲੋ ਜੀ। ਉਹਨਾਂ ਦੀ ਅੰਸ਼ ਬੰਸ ਵਿੱਚੋਂ ਭਾਈ ਗੁਰਦਾਸ, 4 ਗੁਰਦਾਸ ਹੋਏ ਨੇ। ਇੱਕ ਭਾਈ ਗੁਰਦਾਸ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ, ਜਿਨ੍ਹਾਂ ਦੀਆਂ ਵਾਰਾਂ ਤੇ ਕਵਿਤ ਸਵਈਆਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ, ਉਹ ਪਹਿਲਾਂ ਹੋ ਚੁੱਕੇ ਨੇ। ਦੂਜਾ ਗੁਰਦਾਸ ਇਹ ਭਾਈ ਬਹਿਲੋ ਦੇ ਪਰਿਵਾਰ ਚੋਂ ਹੋਇਆ। 7ਵੇਂ ਪਾਤਸ਼ਾਹ ਦਾ ਮੁਖੀ ਮਸੰਦ ਸੀ ਗੁਰੂ ਹਰਿਰਾਏ ਸਾਹਿਬ ਦਾ। ਜਦੋਂ ਬਾਬਾ ਰਾਮ ਰਾਏ ਜੀ ਨੂੰ ਮਹਾਰਾਜ 7ਵੇਂ ਪਾਤਸ਼ਾਹ ਦਿੱਲੀ ਤੋਰਿਆ, ਉਦੋਂ ਭਾਈ ਗੁਰਦਾਸ ਨੂੰ ਤੇ ਉਹਦੇ ਭਰਾ ਤਾਰਾ ਚੰਦ ਨੂੰ ਕਿਹਾ ਤੁਸੀਂ ਬਾਬਾ ਜੀ ਦੇ ਨਾਲ ਜਾਣਾ। ਉਹਨਾਂ ਨੇ ਸਤਿਗੁਰੂ 7ਵੇਂ ਪਾਤਸ਼ਾਹ ਦਾ ਬਚਨ ਮੰਨ ਲਿਆ। ਉਹ ਸਾਰੀ ਉਮਰ ਹੀ ਬਾਬੇ ਰਾਮ ਨਾਲ ਹੀ ਰਹੇ ਨੇ, ਉਹ ਉਧਰੋਂ ਵਾਪਸ ਨਹੀਂ ਆਏ। ਤੋ ਬਹਿਲੋ ਕਾ ਗੁਰਦਾਸ ਅਵਤਾਰਾ, ਗੁਰਦਾਸ ਤੇ ਤਾਰਾ ਚੰਦ ਇੱਕ ਦੋ ਨਿਕਟ ਮਸੰਦ ਉਧਾਰਾ। ਇੱਕ ਦੋ ਹੋਰ ਖਾਸ ਪੰਮਾ ਤੇ ਇੱਕ ਸੀ ਤਾਰੂ ਮਸੰਦ। ਇਹ 4 ਮਸੰਦ ਨਾਲ ਹਨ। ਸਤਿਗੁਰ ਸੰਗ ਅਸ਼ਟ ਇਹ ਵੀਰ। ਤੇ ਗੁਰੂ ਸਾਹਿਬ ਨਾਲ 8 ਯੋਧੇ ਸਨ। ਕਿਹੜੇ ਸਨ? 5 ਤੇ ਉਹਨਾਂ ਦੀ ਭੂਆ ਦੇ ਪੁੱਤਰ ਸਨ, ਤੇ ਇੱਕ ਮਾਮਾ ਸੀ, ਇੱਕ ਦਇਆਰਾਮ ਸੀ, ਤੇ ਇੱਕ ਨੰਦ ਚੰਦ। 8 ਗੁਰੂ ਸਾਹਿਬ ਨਾਲ ਸਨ ਤੇ 4-5 ਬੰਦੇ ਜਿਹੜੇ ਸਨ ਉਹ ਬਾਬਾ ਰਾਮ ਰਾਏ ਦੇ ਖਾਸ ਜਿਹੜੇ ਸਨ ਉਹ ਨਾਲ ਸਨ। ਅਪਰ ਖਰੇ ਸਭ ਜਮਨਾ ਤੀਰ। ਬਾਕੀ ਸਾਰਿਆਂ ਨੂੰ ਜਮਨਾ ਦੇ ਕੰਢੇ ਖੜੇ ਕਰਤਾ ਸੀ। ਬਾਬਾ ਰਾਮ ਰਾਏ ਜੀ ਨੇ ਆਪਣੇ ਸਾਥੀ ਜਿਹੜੇ ਉਹ ਵੀ ਪਿੱਛੇ ਛੱਡਤੇ ਤੇ ਮਹਾਰਾਜ ਨੇ ਵੀ ਪਿੱਛੇ ਛੱਡਤੇ। ਬੰਧਨ ਸੋ ਸ਼ਰੀਕਪਨ ਕਰਬੋ। ਕਿਉਂਕਿ ਭਰਾਵਾਂ ਦੇ ਵਿੱਚ ਸ਼ਰੀਕਾ ਹੁੰਦਾ। ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਦੋਵੇਂ ਹੀ ਬਾਬਾ ਰਾਮ ਰਾਏ ਜੀ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚ ਸ਼ਰੀਕੇਪਣੇ ਦੇ ਤੀਰ ਚੱਲੇ ਸਨ। ਉਹਨਾਂ ਨੂੰ ਬਚਨ ਛੱਡਿਆ ਸੀ ਕਿ ਉਹ ਸੀਤਲਾ ਦੇ ਖਾਜੇ ਬਣਨਗੇ, ਤੇ ਉਹਨਾਂ ਦਾ ਬਚਨ ਚੱਲਿਆ ਸੀ ਵੀ ਬੇਔਲਾਦੇ ਜਾਣਗੇ ਜਿਉਂਦੇ ਸੜਨਗੇ। ਉਹ ਦੋਵੇਂ ਤੀਰ ਜਿਹੜੇ ਚੱਲੇ ਸੀ ਸ਼ਰੀਕਪੁਣੇ ਦੇ ਚੱਲੇ ਸੀ। ਮਤਸਰ ਆਦ ਅਸੂਆ ਧਰਗੋ। ਬਾਬਾ ਰਾਮ ਰਾਏ ਜੀ ਸੋਚਦੇ ਮੈਂ ਆਪਣੇ ਛੋਟੇ ਭਰਾ ਨਾਲ ਈਰਖਾ ਕਰਦਾ ਰਿਹਾ। ਉਹ ਸਾਧੂ ਸੀ, ਰੱਬ ਦੇ ਪਿਆਰੇ ਸੀ, ਤੇ ਮੈਂ ਉਹਨਾਂ ਨੂੰ ਪਰੇਸ਼ਾਨ ਕੀਤਾ। ਪਹਿਲਾਂ ਔਰੰਗਜ਼ੇਬ ਦੇ ਕੰਨ ਭਰੇ, ਉਹਨਾਂ ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਦਿੱਲੀ ਸੱਦਿਆ। ਮਹਾਰਾਜ ਗੁਰੂ 8ਵੇਂ ਪਾਤਸ਼ਾਹ ਦੀ ਉਮਰ ਕੀ ਸੀ ਉਦੋਂ? 5.25 ਸਾਲ ਜਦੋਂ ਗੱਦੀ ਤੇ ਬੈਠੇ ਆ। ਜਦੋਂ ਜੋਤੀ ਜੋਤ ਸਮਾਏ ਆ ਪੌਣੇ 8 ਸਾਲ, ਪੌਣੇ 8 ਸਾਲ ਦੀ ਉਮਰ ਜੋਤੀ ਜੋਤ ਵੀ ਸਮਾ ਗਏ ਸਨ। ਤੇ ਉਹਨਾਂ ਨੂੰ ਦਿੱਲੀ ਸੱਦਣਾ, ਇਹ ਸਾਰੀ ਜਿਹੜੀ ਸਾਜ਼ਿਸ਼ ਸੀਗੀ ਇਹ ਬਾਬੇ ਰਾਮ ਰਾਏ ਹੋਰਾਂ ਨੇ ਰਚੀ ਸੀ ਨਾ, ਸੱਕੇ ਭਰਾ ਨਾਲ। ਹੁਣ ਉਹ ਜਿਹੜੀ ਗੱਲ ਸੀ ਨਾ ਮੈਂ ਕੀਤੀ ਆ, ਬੰਦੇ ਨੂੰ ਆਪਣੀ ਗਲਤੀਆਂ ਦਾ, ਆਪਣੀਆਂ ਕੀਤੀਆਂ ਦਾ ਯਾਦ ਤਾਂ ਆਉਂਦਾ ਹੀ ਆ। ਆਖੋ ਸਤਿਨਾਮ ਸ੍ਰੀ ਅਕਾਲ। ਹਰ ਬੰਦੇ ਨੂੰ ਪਤਾ ਹੁੰਦਾ ਮੈਂ ਕਿੱਥੇ ਗਲਤੀ ਕੀਤੀ ਹੈ, ਮੈਂ ਵਾਧਾ ਕੀਤਾ। ਹੁਣ ਉਹ ਗੱਲਾਂ ਚੇਤੇ ਆ ਰਹੀਆਂ ਨੇ। ਪੂਰਬ ਅਨੇਕ ਪ੍ਰਕਾਰ ਉਠਾਵਾਂ। ਬਹੁਤ ਜ਼ਿਆਦਾ ਕਈ ਤਰ੍ਹਾਂ ਦੇ ਉਪਦਰਵ ਖੜੇ ਕਰ ਬੈਠੇ ਗੁਰੂ ਮਹਾਰਾਜ 8ਵੇਂ ਪਾਤਸ਼ਾਹ ਦੇ ਖਿਲਾਫ। ਬਾਬੇ ਰਾਮ ਰਾਏ ਨੇ ਬੜੀਆਂ ਵੱਡੀਆਂ ਗਲਤੀਆਂ ਕਰ ਲਈਆਂ। ਚਿਤ ਸ਼੍ਰੀ ਰਾਮ ਰਾਏ ਪਛਤਾਵਾ। ਪਰ ਹੁਣ ਬਾਬੇ ਰਾਮ ਰਾਏ ਨੂੰ ਆਪਣੀਆਂ ਕੀਤੀਆਂ ਦਾ ਪਛਤਾਵਾ ਹੋ ਰਿਹਾ, ਆਪਣੀਆਂ ਭੁੱਲਾਂ ਦਾ ਅਹਿਸਾਸ ਹੋ ਰਿਹਾ ਹੈ। ਤਰੀ ਸਰਲਤਾ ਉਰ ਮਹਿ ਭਲੇ। ਹੁਣ ਮਨ ਸਾਫ਼ ਕਰ ਲਿਆ, ਮਨ ਸਰਲ ਕਰ ਲਿਆ। ਉਹ ਜਿਹੜੀਆਂ ਗੱਲਾਂ ਸੀ ਨਾ ਮਨ ਦੀਆਂ ਘੁੰਡੀਆਂ, ਹੁਣ 10ਵੇਂ ਪਾਤਸ਼ਾਹ ਦੇ ਸਾਹਮਣੇ ਖੋਲਣ ਲੱਗੇ। ਭਾਈ ਸਫਲਤਾ ਗੁਰ ਸੰਗ ਮਿਲੇ। ਕਹਿੰਦੇ ਅੱਜ ਮੇਰਾ ਜੀਵਨ ਸਫਲ ਹੋ ਗਿਆ, ਐਨੇ ਸਮੇਂ ਬਾਅਦ ਗੁਰੂ ਜੋਤੀ ਦੇ ਦਰਸ਼ਨ ਹੋ ਰਹੇ ਆ। ਕਿਉਂਕਿ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮੱਥੇ ਨਹੀਂ ਲੱਗੇ। 8ਵੇਂ ਪਾਤਸ਼ਾਹ ਨੇ ਮੱਥੇ ਲਾਇਆ ਨਹੀਂ, 7ਵੇਂ ਪਾਤਸ਼ਾਹ ਨੇ 8ਵੇਂ ਪਾਤਸ਼ਾਹ ਨੂੰ ਵੀ ਨਹੀਂ ਮਿਲੇ, 9ਵੇਂ ਪਾਤਸ਼ਾਹ ਨੂੰ ਵੀ ਨਹੀਂ ਮਿਲੇ। ਹੁਣ 10ਵੇਂ ਪਾਤਸ਼ਾਹ ਨੂੰ ਮਿਲੇ ਆ। ਤੇ ਬਾਬਾ ਜੀ ਕਹਿੰਦੇ ਚਲੋ ਪਿਛਲੀਆਂ ਭੁੱਲਾਂ ਬਖਸ਼ਾ ਲਈਏ। ਬੂਝਤ ਭਇਓ ਆਨੰਦਪੁਰ ਗਾਥਾ। ਤੇ ਗੁਰੂ ਸਾਹਿਬ ਦੇ ਕੋਲ ਬਹਿ ਕੇ ਆਨੰਦਪੁਰ ਸਾਹਿਬ ਦੀ ਗੱਲ ਪੁੱਛਣ ਲੱਗੇ। ਮਹਾਰਾਜ ਜੀ ਸੁਣਾਓ ਆਨੰਦਪੁਰ ਸਾਹਿਬ ਦਾ ਕੀ ਹਾਲ ਹੈ? ਉੱਥੇ ਸੁਣਿਆ ਰਾਜੇ ਨਾਲ ਤੁਹਾਡਾ ਵਿਗਾੜ ਪੈ ਗਿਆ, ਭੀਮ ਚੰਦ ਦੇ ਨਾਲ। ਕਿਮ ਵਿਰੋਧ ਉਪਜਿਓ ਨਰਕ ਸਾਥਾ। ਭੀਮ ਚੰਦ ਦੇ ਨਾਲ ਤੁਹਾਡਾ ਵਿਰੋਧ ਕਿਉਂ ਪੈਦਾ ਹੋਇਆ?
ਉਹਦਾ ਵਿਰੋਧ ਦਾ ਕਾਰਨ ਕੀ ਬਣਿਆ ਗੁਰੂ ਜੀ, ਇਹ ਦੱਸੋ। ਸਿਮਾ ਧਾਰ ਇੱਕ ਦਿਸ਼ ਕੋ ਆਏ। ਪਤਾ ਲੱਗਾ ਆਪ ਜੀ ਉਹਦੀਆਂ ਗਲਤੀਆਂ ਨਾ ਚਿਤਾਰਦੇ ਹੋਏ ਰਾਜੇ ਭੀਮ ਚੰਦ ਨੂੰ ਖਿਮਾ ਕਰਕੇ ਇੱਧਰ ਪੌਂਟੇ ਸਾਹਿਬ ਵੱਲ ਆ ਗਏ ਹੋ। ਦੇਸ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਮਟਾ ਕੀ ਸੁਧ ਲਈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਆਪ ਇੱਧਰ ਆਏ ਹੋ। ਨਹਿਨ ਜੰਗ ਤਿਨ ਸੰਗ ਬਚਾਏ। ਮਹਾਰਾਜ ਜੀ ਗਰੀਬ ਨਵਾਜ਼ ਜੀ ਤੁਸੀਂ ਉਹਨਾਂ ਦੇ ਨਾਲ ਜੰਗ ਨਹੀਂ ਕੀਤਾ ਰਾਜੇ ਭੀਮ ਚੰਦ ਨਾਲ, ਤੇ ਉਹਨੂੰ ਖਿਮਾ ਕਰਕੇ ਆ ਗਏ ਹੋ। ਸੁਨ ਕਲਗੀਧਰ ਸਕਲ ਬਖਾਨਾ। ਬਾਬੇ ਰਾਮ ਰਾਏ ਜੀ ਦਾ ਬਚਨ ਸੁਣ ਕੇ ਕਲਗੀਧਰ ਪਾਤਸ਼ਾਹ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਲੱਗੇ ਹਨ। ਮੂੜ ਚਾਹੇ ਹਮ ਸੋ ਛਲ ਠਾਨਾ। ਸਤਿਗੁਰੂ ਕਹਿੰਦੇ ਬਾਬਾ ਜੀ ਅਸਲ ਵਿੱਚ ਭੀਮ ਚੰਦ ਮੂਰਖ ਹੈ, ਉਹ ਸਾਡੇ ਨਾਲ ਕਪਟ ਕਰਨਾ ਚਾਹੁੰਦਾ ਸੀ, ਉਹ ਸਾਡੇ ਨਾਲ ਛਲ ਧੋਖਾ ਕਰਨਾ ਚਾਹੁੰਦਾ ਸੀ। ਕਪਟ ਸੰਗ ਚਹ ਲਹਿਓ ਮਤੰਗਾ। ਸਾਡਾ ਪ੍ਰਸਾਦੀ ਹਾਥੀ, ਸਾਡਾ ਕੀਮਤੀ ਤੰਬੂ, ਸਾਡੀਆਂ ਕੀਮਤੀ ਸੁਗਾਤਾਂ ਵੇਖ ਕੇ ਉਹਦਾ ਮਨ ਬੇਈਮਾਨ ਹੋ ਗਿਆ, ਤੇ ਉਹ ਸਾਡੇ ਕੋਲੋਂ ਜੇ ਤੇ ਪ੍ਰੇਮ ਨਾਲ ਮੰਗਦਾ ਤੇ ਅਸੀਂ ਦੇ ਦਿੰਦੇ, ਉਹ ਛਲ ਨਾਲ ਲੈਣੀਆਂ ਚਾਹੁੰਦਾ ਸੀ, ਕਪਟ ਨਾਲ ਲੈਣੀਆਂ ਚਾਹੁੰਦਾ ਸੀ ਵੀ ਇੱਕ ਵਾਰੀ ਲੈ ਲਵਾਂਗਾ ਗੁਰੂ ਦਾ ਪ੍ਰਸਾਦੀ ਹਾਥੀ ਤੇ ਪਿੱਛੋਂ ਮੈਂ ਨਾ ਕਰ ਦਿਆਂਗਾ ਵੀ ਮੈਂ ਨਹੀਂ ਦਿੰਦਾ, ਫਿਰ ਗੁਰੂ ਮੇਰਾ ਕੀ ਵਿਗਾੜ ਲੇਗਾ। ਉਹ ਕਪਟ ਨਾਲ ਬੇਈਮਾਨੀ ਨਾਲ ਸਾਥੋਂ ਲੈਣਾ ਚਾਹੁੰਦਾ ਸੀ। ਗੁਰ ਘਰ ਸੋ ਕਿਮ ਪੁਜੈ ਹੈ ਕੁਟੰਗਾ। ਪਰ ਬਾਬਾ ਜੀ ਤੁਹਾਨੂੰ ਪਤਾ ਹੈ ਗੁਰੂ ਘਰ ਦੇ ਨਾਲ ਛਲ ਨਹੀਂ ਚੱਲਦਾ, ਗੁਰੂ ਦੇ ਨਾਲ ਇਦਾਂ ਦੇ ਕਪਟ ਨਹੀਂ ਚੱਲਦੇ। ਸਰਬ ਪ੍ਰਕਾਰ ਭਾਈ ਰਨ ਤਿਆਰੀ। ਬਾਬਾ ਜੀ ਸਾਡੇ ਵੱਲੋਂ ਤਾਂ ਜੰਗ ਦੀ ਪੂਰੀ ਤਿਆਰੀ ਹੋ ਗਈ ਸੀ, ਅਸੀਂ ਤੇ ਨਗਾਰੇ ਚੋਭਾਂ ਲਾਤੀਆਂ ਸੀ, ਅਸੀਂ ਤਾਂ ਤਿਆਰ ਬੈਠੇ ਸੀ। ਮਿਲ ਪ੍ਰਾਤਨ ਸੋ ਤਬ ਹੈ ਵਿਚਾਰੀ। ਰਾਜੇ ਭੀਮ ਚੰਦ ਨੇ ਆਪਣੇ ਰਾਜਿਆਂ ਨਾਲ ਭਰਾਵਾਂ ਨਾਲ ਵਿਚਾਰ ਕੀਤੀ ਵੀ ਆਪਾਂ ਹੁਣ ਵਿਆਹ ਕਰੀਏ ਕਿ ਲੜਾਈ ਕਰੀਏ, ਕਿਉਂਕਿ ਭੀਮ ਚੰਦ ਦੇ ਮੁੰਡੇ ਦਾ ਵਿਆਹ ਆਇਆ ਹੋਇਆ ਸੀ ਉੱਤੋਂ। ਉਹਦੀ ਰਾਣੀ ਨੇ ਵੀ ਆਖਿਆ, ਉਹਦੇ ਸਾਥੀਆਂ ਨੇ ਵੀ ਆਖਿਆ ਵੀ ਜੇ ਤੂੰ ਵਿਆਹ ਤੋਂ ਪਹਿਲਾਂ ਲੜਾਈ ਕਰ ਲਈ ਤੇ ਲੜਾਈ 'ਚ ਪਤਾ ਨਹੀਂ ਕੌਣ ਕੌਣ ਮਾਰਿਆ ਜਾਵੇ, ਜੇ ਘਰ ਦਾ ਕੋਈ ਵੱਡਾ ਬੰਦਾ ਮਾਰਿਆ ਗਿਆ ਤੇ ਵਿਆਹ ਵਿੱਚ ਗਮੀ ਸੋਗ ਪੈ ਜਾਏਗਾ, ਵਿਆਹ ਦੇ ਵਿੱਚ ਰੰਗ 'ਚ ਭੰਗ ਪੈ ਜਾਏਗਾ। ਇਸ ਕਰਕੇ ਗੁਰੂ ਮਹਾਰਾਜ ਦੇ ਨਾਲ ਲੜਾਈ ਅਜੇ ਥੋੜੇ ਸਮੇਂ ਲਈ ਟਾਲ ਦੇ। ਰਾਜੇ ਭੀਮ ਚੰਦ ਨੇ ਸਲਾਹ ਕਰਕੇ ਮੰਤਰੀਆਂ ਨਾਲ ਲੜਾਈ ਤੋਂ ਟਾਲਾ ਕਰ ਲਿਆ। ਵਿਆਹ ਵਿਖਾ ਹੋਏ ਸ਼ੋਕ ਮਹਾਨਾ। ਵੀ ਵਿਆਹ ਦੇ ਵਿੱਚ ਮੌਤਾਂ ਹੋ ਗਈਆਂ, ਲੜਾਈ ਵਿੱਚ ਵਿਆਹ ਤੋਂ ਪਹਿਲਾਂ ਤੇ ਬੜਾ ਸ਼ੋਕ ਹੋਵੇਗਾ। ਚਾਰ ਕਰ ਗਇਓ ਵੀਰ ਰਸ ਹਾਨਾ। ਇਸ ਕਰਕੇ ਰਾਜਾ ਭੀਮ ਚੰਦ ਵੀਰ ਰਸ ਛੱਡ ਕੇ ਕਾਇਰ ਹੋ ਗਿਆ ਤੇ ਸਾਡੇ ਨਾਲ ਲੜਾਈ ਤੋਂ ਟਾਲਾ ਕਰ ਗਿਆ। ਅਸੀਂ ਤਾਂ ਤਿਆਰ ਬੈਠੇ ਸੀ ਪਰ ਉਹ ਹੀ ਨਹੀਂ ਆਇਆ ਲੜਨ ਵਾਸਤੇ। ਨਾਹ ਨੇਸ਼ ਇਤ ਹਮ ਹੈ ਬੁਲਾਇਓ। ਇਧਰੋਂ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਸਾਨੂੰ ਆਪਣੇ ਇਲਾਕੇ 'ਚ ਸੱਦ ਲਿਆ, ਨਾਹਣ ਦੇ ਇਲਾਕੇ ਵਿੱਚ। ਚਾਹਤ ਆਪ ਕੇ ਨਿਕਟ ਟਿਕਾਇਓ। ਤੇ ਕਿਉਂਕਿ ਬਾਬਾ ਜੀ ਤੁਸੀਂ ਉਧਰ ਬੈਠੇ ਹੋ, ਅਸੀਂ ਇੱਧਰ ਬੈਠੇ ਆ, ਤੁਸੀਂ ਵੀ ਸਤਿਗੁਰਾਂ ਦੇ ਸਾਹਿਬਜ਼ਾਦੇ ਤੇ ਅਸੀਂ ਵੀ ਸਤਿਗੁਰਾਂ ਦੇ ਆ, ਇਸ ਕਰਕੇ ਆਪਣਾ ਤੁਹਾਡਾ ਸਾਡਾ ਨੇੜੇ ਘਰ ਬਣ ਗਿਆ। ਇਹ ਮੁਲਾਕਾਤ ਹੋਣੀ ਸੀ, ਤਾਂ ਹੀ ਪਰਮੇਸ਼ਰ ਨੇ ਇਹ ਵਿਧੀ ਬਣਾਈ ਹੈ। ਜਮਨਾ ਤਟ ਸੁੰਦਰ ਕੋ ਹੀਰਾ। ਜਮਨਾ ਦਾ ਸੋਹਣਾ ਟਿਕਾਣਾ ਵੇਖ ਕੇ ਕਾਲਿਓ ਆਨ ਆਪਣੋ ਡੇਰਾ। ਅਸੀਂ ਉੱਥੇ ਆਪਣਾ ਡੇਰਾ ਬਣਾ ਲਿਆ ਤੇ ਉੱਥੇ ਅਸੀਂ ਘਰ ਬਣਾ ਲਿਆ, ਪੌਂਟਾ ਸਾਹਿਬ ਕਿਲਾ ਰਚ ਲਿਆ ਹੈ। ਕਾਰਨ ਅਨਕ ਜਾਣ ਕਰ ਆਏ। ਅਨੇਕਾਂ ਕਾਰਨ ਜਾਣ ਕੇ ਬਾਬਾ ਜੀ ਇਸ ਇਲਾਕੇ 'ਚ ਆਏ ਹਾਂ। ਬਸਤ ਸੁ ਬਹਿਰਤ ਆਨੰਦ ਉਪਾਏ। ਬੜੇ ਆਨੰਦ ਨਾਲ ਵਸ ਰਹੇ ਹਾਂ, ਬੜੀ ਮੌਜ ਨਾਲ ਸ਼ਿਕਾਰ ਖੇਡਦੇ ਹਾਂ, ਇਸ ਇਲਾਕੇ ਵਿੱਚ ਵਿਚਰਦੇ ਹਾਂ। ਸੋਨ ਸ਼੍ਰੀ ਰਾਮ ਰਾਏ ਪੁਨ ਭਾਖਾ। ਬਾਬਾ ਰਾਮ ਰਾਏ ਜੀ ਸਤਿਗੁਰਾਂ ਦੇ ਬਚਨ ਸੁਣ ਕੇ ਬੋਲੇ, ਕੋਇ ਨਾ ਹਟਾਏ ਸਕੈ ਤੁਮ ਕਾਖਾ। ਮਹਾਰਾਜ ਤੁਹਾਡੀ ਇੱਛਾ ਨੂੰ ਕੌਣ ਹਟਾ ਸਕਦਾ, ਜੋ ਵੀ ਤੁਸੀਂ ਫੁਰਨਾ ਕਰੋ ਪੂਰਾ ਹੁੰਦਾ ਹੈ। ਜਾਨੀ ਪਰੈ ਬੈਸ ਮਮ ਥੋਰੀ। ਬਾਬਾ ਜੀ ਰਾਮ ਰਾਏ ਜੀ ਹੁਣ ਆਪਣੇ ਟਿਕਾਣੇ ਤੇ ਆ ਗਏ, ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਲੱਗਦਾ ਹੈ ਕਿ ਮੇਰੇ ਦਿਨ ਥੋੜੇ ਰਹਿ ਗਏ ਆ। ਆਖੋ ਸਤਨਾਮ। ਜਾਨੀ ਪਰ ਹੈ, ਮੈਨੂੰ ਲੱਗਦਾ ਹੈ ਕਿ ਉਮਰ ਮੇਰੀ ਹੁਣ ਥੋੜੀ ਰਹਿ ਗਈ ਹੈ, ਥੋੜੇ ਕੁ ਦਿਨਾਂ ਨੂੰ ਮੇਰਾ ਸੰਸਾਰ ਤੋਂ ਕੂਚ ਹੋ ਜਾਣਾ ਹੈ। ਕਿਉਂਕਿ ਮਹਾਂਪੁਰਸ਼ ਸੀਗੇ, ਬੰਦਗੀ ਵਾਲੇ ਗੁਰੂ ਦੇ ਪੁੱਤਰ ਸੀਗੇ, ਤੇ ਇਹ ਤੇ ਮਹਾਂਪੁਰਸ਼ਾਂ ਨੂੰ ਸੋਝੀ ਹੁੰਦੀ ਹੈ ਨਾ ਵੀ ਕਦੋਂ ਜਾਣਾ ਹੈ। ਪਾਣੀ 'ਚ ਪੰਕਤੀ ਆਉਂਦੀ ਹੈ, ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ। ਮਾਰੂ ਰਾਗ ਦਾ ਪਹਿਲਾ ਹੀ ਸ਼ਬਦ ਹੈ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹਨਾਂ ਨੂੰ ਪਹਿਲਾਂ ਹੀ ਸੱਦਾ ਮਿਲ ਜਾਂਦਾ। ਸਾਧ ਸੰਗਤ ਜੀ, ਬ੍ਰਹਮ ਗਿਆਨੀ ਬਾਬਾ ਗੁਰਮੁਖ ਸਿੰਘ ਜੀ
ਬਾਬੇ ਬਕਾਲੇ ਵਾਲੇ ਤਰਨੇ ਦਲ ਦੇ ਜਥੇਦਾਰ ਹੋਏ ਨੇ। ਉੱਥੇ ਇੱਕ ਉਹਨਾਂ ਦੇ ਸਮੇਂ ਜਿਹੜਾ ਸਿੰਘ ਕੋਲ ਬੈਠਾ ਸੀ ਉਹ ਅੰਬਾਲੇ ਸਾਡੇ ਮਿਸਤਰੀ ਸੀ ਮੋਹਨ ਸਿੰਘ। ਉਹ ਕਹਿੰਦਾ ਮੈਂ ਉਦੋਂ ਖਾਲਸਾ ਸਕੂਲ ਬਾਬੇ ਬਕਾਲੇ ਦਾ ਵਿਦਿਆਰਥੀ ਸੀ ਤੇ ਉਹ ਕਹਿੰਦੇ ਵੀ ਮੈਂ 10ਵੀਂ ਪੜ੍ਹਦਾ ਸੀ। ਇਹ ਗੱਲ 1930-32 ਦੀ ਗੱਲ ਹੈ, ਅੱਜ ਦੀ ਗੱਲ ਨਹੀਂ। ਉਦੋਂ ਕਹਿੰਦਾ ਮੈਂ 10ਵੀਂ ਪੜ੍ਹਦਾ ਸੀ। ਹੁਣ ਤਾਂ ਬਜ਼ੁਰਗ ਚੜ੍ਹਾਈ ਕਰ ਗਿਆ, ਸਾਡੇ ਅੰਬਾਲੇ 'ਚ ਖਰਾਦ ਦਾ ਮਿਸਤਰੀ ਸੀ। ਉਹ ਕਹਿੰਦਾ ਮੈਂ 10ਵੀਂ ਪੜ੍ਹਦਾ ਸੀ ਤੇ ਘੜੀ ਉਦੋਂ ਹੁੰਦੀ ਨਹੀਂ ਸੀ ਕਿਸੇ ਕੋਲ, ਕਿ 100 ਬੰਦੇ ਤੂੰ ਲੱਭ ਕੇ ਤੇ ਇੱਕ ਅੱਧੇ ਕੋਲ ਹੱਥ ਵਾਲੀ ਘੜੀ ਹੁੰਦੀ ਸੀ। ਅੰਗਰੇਜ਼ਾਂ ਦਾ ਟਾਈਮ ਸੀ। ਕਹਿੰਦੇ ਬਾਬੇ ਗੁਰਮੁਖ ਸਿੰਘ ਕਹਿੰਦੇ ਬਾਈ ਟਾਈਮ ਦੱਸੋ ਕੀ ਹੋਇਆ। ਕਹਿੰਦੇ ਮਸੀਂ ਕਹਿੰਦੇ ਕਿਸੇ ਮੁੰਡੇ ਨੂੰ ਪੁੱਛਿਆ, ਇੱਧਰੋਂ ਪੁੱਛਿਆ ਉੱਧਰੋਂ ਪੁੱਛਿਆ ਘੜੀ ਦਾ। ਉਹ ਕਹਿੰਦਾ ਜੀ 10 ਵਜੇ। ਇਹ ਉਸ ਬੰਦੇ ਨੇ ਅੱਖੀਂ ਵੇਖਿਆ, ਕੰਨੀ ਸੁਣਿਆ, ਵਚਨ ਮੈਨੂੰ ਸੁਣਾਇਆ। ਮੋਹਨ ਸਿੰਘ ਸੀ ਮਿਸਤਰੀ ਅੰਬਾਲੇ, ਉਹਨੇ ਦੱਸੀ ਗੱਲ। ਕਹਿੰਦਾ ਸੀ ਬਾਬੇ ਬਕਾਲੇ ਮੈਂ ਕੋਲ ਬੈਠਾ ਬਾਬਿਆਂ ਦੇ, ਬਾਬਿਆਂ ਨੇ ਟਾਈਮ ਪੁੱਛਿਆ ਗੁਰਮੁਖ ਸਿੰਘ ਹੋਰਾਂ ਨੇ। ਕਹਿੰਦੇ ਜਦੋਂ ਟਾਈਮ ਪੁੱਛਿਆ ਕਹਿੰਦੇ 10 ਵਜੇ। ਕਹਿੰਦੇ ਅੱਜ ਵਾਲੇ ਦਿਨ ਅਗਲੇ ਸਾਲ 10 ਵਜੇ ਚਾਲੇ ਮਾਰਾਂਗੇ। ਇੱਕ ਸਾਲ ਪੂਰਾ 365 ਦਿਨ ਪੂਰੇ ਹੋਏ, 10 ਵਜੇ ਬਾਬੇ ਚਾਲੇ ਮਾਰ ਗਏ। ਸਾਧੂਆਂ ਦੀ ਕਮਾਈ ਹੁੰਦੀ, ਉਹਨਾਂ ਨੂੰ ਪਤਾ ਲੱਗ ਜਾਂਦਾ ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਦ ਮਿਲੇ, ਸੱਦੇ ਮਿਲ ਜਾਂਦੇ ਆ, ਪਤਾ ਲੱਗ ਜਾਂਦਾ। ਸੋ ਸਾਧ ਸੰਗਤ ਜੀ, ਬਾਬਾ ਰਾਮ ਰਾਏ ਜੀ ਕੀ ਕਹਿੰਦੇ ਆ, ਸੱਚੇ ਪਾਤਸ਼ਾਹ ਜਾਨੀ ਪਰੈ ਬੈਸ ਮਮ ਥੋੜੀ। ਲੱਗਦਾ ਪਿਆ ਮੇਰੀ ਉਮਰ ਥੋੜੀ ਰਹਿ ਗਈ ਹੈ, ਸਮਾਂ ਥੋੜਾ ਰਹਿ ਗਿਆ ਹੈ। ਠਾਨਤ ਰਹੋ ਕਿਰਪਾ ਹਮ ਓਰੀ। ਬਸ ਮੇਰੇ ਵੱਲ ਕਿਰਪਾ ਕਰਦੇ ਰਿਹਾ ਜੇ, ਖੁਸ਼ੀਆਂ ਹੀ ਰੱਖਿਆ ਜੇ, ਮੇਰਾ ਦਾ ਹੱਥ ਰੱਖਿਆ ਜੇ। ਹੁਣ ਸਮੇਂ ਦਾ ਕੋਈ ਪਤਾ ਨਹੀਂ ਮਹਾਰਾਜ ਕੀ ਬਾਣਾ ਵਰਤੇਗਾ। ਸੋ ਸਦਾ ਹੀ ਇੱਧਰ ਨਿਗਾਹ ਰੱਖਿਆ ਜੇ ਮੇਰੇ ਡੇਰੇ ਵੱਲ। ਭੇਦ ਭਾਵ ਜੇ ਅਨੇਕ ਪ੍ਰਕਾਰੀ। ਮਹਾਰਾਜ ਜੀ ਪਿਛਲੀਆਂ ਜਿਹੜੀਆਂ ਸਾਡੇ ਪਰਿਵਾਰਾਂ ਵਿੱਚ ਗੱਲਾਂ ਹੋਈਆਂ ਨੇ, ਭੇਦ ਭਾਵ ਹੋਏ ਨੇ, ਵਾਦ ਵਿਵਾਦ ਹੋਏ ਨੇ, ਭਰਾਵਾਂ ਦੇ ਹੋਏ ਨੇ, ਸ਼ਰੀਕੇ 'ਚ ਹੋਏ ਨੇ। ਹਾਂਜੀ, ਨਹਿ ਕਛ ਰਾਖੋ ਹਿਰਦੈ ਮਜਾਰੀ। ਹੁਣ ਆਪਣੇ ਮਨ 'ਚ ਨਾ ਰੱਖਿਆ ਜੇ, ਇਹ ਨਾ ਸੋਚਿਆ ਜੇ ਵੀ ਮਹਾਰਾਜ ਰਾਮ ਰਾਏ ਤੁਹਾਡੇ ਤੋਂ ਬਾਹਰ ਹੈ। ਮਹਾਰਾਜ ਮੈਨੂੰ ਆਪਣਾ ਪੁੱਤਰ ਸਮਝਿਆ ਜੇ, ਆਪਣਾ ਭਤੀਜਾ ਸਮਝਿਆ ਜੇ। ਤੁਸੀਂ ਮੇਰੇ ਲਈ ਗੁਰੂ ਹਰਿਰਾਏ ਸਾਹਿਬ ਹੀ ਹੋ। ਕਿਉਂ? ਤੁਸੀਂ ਗੱਦੀ ਉਸ ਤੇ ਬੈਠੇ ਹੋ ਤੇ ਰਿਸ਼ਤਾ ਵੀ ਪਿਓ, ਪਰ ਪਿਓ ਦਾ ਤੇ ਚਾਚੇ ਦਾ ਕੀ ਫਰਕ ਹੁੰਦਾ। ਤੁਸੀਂ ਮਹਾਰਾਜ ਮੇਰੇ ਪਿਓ ਹੀ ਵਰਗਿਆ, ਮੇਰੇ ਤੇ ਕਿਰਪਾ ਰੱਖਿਆ ਜੇ। ਮੇਰੇ ਨਾਲ ਹੁਣ ਕੋਈ ਮਨ ਵਿੱਚ ਮਨ ਮੁਟਾਵ ਨਾ ਰੱਖਿਆ ਜੇ। ਹਾਂਜੀ, ਵਿਗੜੇ ਬ੍ਰਿੰਦ ਮਸੰਦ ਹਮਾਰੇ। ਤੇ ਨਾਲੇ ਚਾਚਾ ਜੀ ਮੇਰੇ ਮਸੰਦ ਬੜੇ ਵਿਗੜੇ ਹੋਏ ਨੇ। ਮੈਨੂੰ ਲੱਗਦਾ ਉਹਨਾਂ ਦੇ ਚਾਲ ਢਾਲ ਜਿਹੜੇ ਮੇਰੇ ਮਸੰਦਾਂ ਦੇ ਨਾ, ਮੇਰੇ ਜਿਹੜੇ ਮੁਖੀ ਨੇ ਡੇਰੇ ਦੇ, ਉਹ ਹੁਣ ਤੌਰ ਤਰੀਕੇ ਉਹਨਾਂ ਦੇ ਬਦਲ ਗਏ ਨੇ। ਉਹਨਾਂ ਦੀ ਨੀਤ ਬਦਲੀ ਹੋਈ ਹੈ। ਜੇਕਰ ਪਿੱਛੇ ਕਰ ਹੈ ਬਿਗਾਰੇ। ਕਿਉਂਕਿ ਮੇਰਾ ਕੋਈ ਬੱਚਾ ਤਾਂ ਹੈ ਨਹੀਂ ਤੇ ਉਹ ਸੋਚਦੇ ਆ ਵੀ ਬਾਬੇ ਦਾ ਕੰਮ ਕਰੀਏ ਤੇ ਆਪਾਂ ਡੇਰਾ ਸਾਂਭੀਏ। ਮਹਾਰਾਜ ਮੈਂ ਤਾਂ ਚਲੇ ਜਾਣਾ, ਪਰ ਜੇ ਮੇਰੇ ਪਿੱਛੋਂ ਕੋਈ ਵਿਗਾੜ ਕਰਨ, ਮੇਰੇ ਡੇਰੇ ਨੂੰ, ਮੇਰੀ ਸੰਗਤ ਨੂੰ ਪਰੇਸ਼ਾਨ ਕਰਨ, ਸਭ ਡੇਰੇ ਕੀ ਕਾਰ ਸੁਧਾਰੋ। ਤੇ ਹੁਣ ਤੁਸੀਂ ਆਪਣਾ ਜਾਣ ਕੇ ਮੇਰੇ ਡੇਰੇ ਦੀ ਕੰਮ ਸੁਧਾਰ ਲਿਆ ਜੇ। ਮੈਂ ਚਲੇ ਗਿਆ ਤੇ ਮੇਰਾ ਡੇਰਾ ਨਾ ਰੁਲ ਜਾਵੇ। ਤੁਸੀਂ ਡੇਰਾ ਤੁਹਾਡਾ ਹੈ, ਹੁਣ ਕਿਰਪਾ ਰੱਖਿਆ ਜੇ। ਉਚਿਤ ਅਨੁਚਿਤ ਵਿਚਾਰ ਸੰਭਾਰੋ। ਯੋਗ ਅਯੋਗ ਦੀ ਸਿਆਣੇ ਤੁਸੀਂ ਬੜੇ ਹੋ, ਸਤਿਗੁਰੂ ਹੋ, ਆਪ ਵਿਚਾਰ ਕਰ ਲਿਆ ਜੇ ਤੇ ਡੇਰਾ ਜਿਵੇਂ ਵੀ ਹੋਵੇ ਚਲਾਈ ਜਾਏ ਜੇ ਮਹਾਰਾਜ। ਕਿਉਂਕਿ ਹੁਣ ਮੇਰੇ ਪਿੱਛੋਂ ਮੇਰਾ ਕੋਈ ਵਾਲੀ ਵਾਰਸ ਨਹੀਂ ਹੈ। ਬੰਸਬ ਭੂਖਨ ਪਏ ਅਦੁਖਨ। ਤੁਸੀਂ ਸਾਡੀ ਸੋਢੀ ਕੁਲ ਦੇ ਗੁਰੂ ਰਾਮਦਾਸ ਪਾਤਸ਼ਾਹ ਦੀ ਕੁਲ ਦੇ ਗਹਿਣੇ ਹੋ ਮਹਾਰਾਜ। ਤੁਸੀਂ ਸੋਢੀ ਕੁਲ ਦੇ ਸਿਰਮੌਰ ਹੋ। ਤੁਸੀਂ ਸਾਰਿਆਂ ਚ ਹੁਣ ਵੱਡੀ ਥਾਂ ਤੇ ਹੋ। ਵਿਗਨ ਤਿਮਰ ਗਨ ਕੇ ਜਨ ਭੂਖਨ। ਮਹਾਰਾਜ ਬਿਗਨਾ ਰੂਪੀ ਹਨੇਰੇ ਨੂੰ ਦੂਰ ਕਰਨ ਲਈ ਸੂਰਜ ਵਰਗੇ, ਜਿਵੇਂ ਸੂਰਜ ਹਨੇਰੇ ਨੂੰ ਦੂਰ ਕਰ ਦਿੰਦਾ ਨਾ, ਮਹਾਰਾਜ ਬਿਗਨਾ ਦਾ ਹਨੇਰਾ ਤੁਹਾਡੇ ਹੁੰਦਿਆਂ ਨੇੜੇ ਆ ਹੀ ਨਹੀਂ ਸਕਦਾ। ਬਹੁ ਕਾਰਨ ਕਰ ਜਨਮ ਤੁਹਾਰਾ। ਮੈਂ ਵੇਖ ਲਿਆ ਮਹਾਰਾਜ ਤੁਹਾਡਾ ਜਨਮ ਐਵੇਂ ਨਹੀਂ ਹੋਇਆ ਦੁਨੀਆ ਤੇ। ਤੁਸੀਂ ਕੋਈ ਅਵਤਾਰ ਹੋ, ਉਸ ਪਰਮੇਸ਼ਰ ਦੀ ਕੋਈ ਮਹਾਨ ਸ਼ਕਤੀ ਹੋ, ਦੁਨੀਆ ਦਾ ਕੋਈ ਭਲਾ ਕਰਨ ਆਏ ਹੋ। ਤੁਹਾਡਾ ਆਮ ਲੋਕਾਂ ਵਰਗਾ ਜਨਮ ਨਹੀਂ ਹੋਇਆ। ਮੈਂ ਨਿਰਣੈ ਕਰ ਲੀਨ ਵਿਚਾਰ। ਮੈਂ ਚੰਗੀ ਤਰ੍ਹਾਂ ਨਿਰਣਾ ਕਰਕੇ ਵਿਚਾਰ ਲਿਆ। ਤੁਹਾਨੂੰ ਰੱਬ ਨੇ, ਪ੍ਰਮਾਤਮਾ ਨੇ, ਵਾਹਿਗੁਰੂ ਨੇ ਦੁਨੀਆ ਤੇ ਭੇਜਿਆ ਹੈ। ਭਵਜਲ ਸਾਗਰ ਤਰਨ ਦੁਹੇਲਾ। ਇਹ ਮਹਾਰਾਜ ਇਹ ਜਿਹੜਾ ਸੰਸਾਰ ਸਾਗਰ ਹੈ ਨਾ, ਇਹ ਤਰਨਾ ਬੜਾ ਔਖਾ ਹੈ। ਪਾਣੀ ਦਾ ਸਮੁੰਦਰ ਤੇ ਬੇੜੀਆਂ ਨਾਲ, ਜਹਾਜ਼ਾਂ ਨਾਲ, ਸ਼ਿਪਾਂ ਨਾਲ ਤਰ ਜਾਈਦਾ, ਪਰ ਦੁਨੀਆ ਦਾ ਸਮੁੰਦਰ ਤਰਨਾ
ਬਹੁਤ ਔਖਾ ਹੈ। ਭਵ ਸਾਗਰ ਤਰਨਾ ਬੜਾ ਔਖਾ ਹੈ। इसको तरबे हेत सुहेला। ਇਹ ਸੰਸਾਰ ਸਾਗਰ ਨੂੰ ਤਾਰਨ ਵਾਸਤੇ श्री नानक जी भरे जहाजा। ਗੁਰੂ ਨਾਨਕ ਦੇਵ ਜੀ ਜਹਾਜ਼ ਬਣਾਇਆ। ਆਖੋ ਸਤਨਾਮ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ। ਬਾਬੇ ਨਾਨਕ ਨੇ ਜਹਾਜ਼ ਬਣਾਇਆ। ਇਹ ਦੁਨੀਆ ਤੋਂ ਪਾਰ ਲੰਘਣ ਲਈ ਗੁਰੂ ਬਾਬੇ ਨੇ ਸਿੱਖੀ ਦਾ ਜਹਾਜ਼ ਬਣਾਇਆ ਹੈ। अनक रीत के जीव समाजा। ਇਸ ਦੁਨੀਆ 'ਚ ਅਨੇਕਾਂ ਤਰ੍ਹਾਂ ਦੇ ਜੀਵ ਨੇ, ਚੰਗੇ ਨੇ, ਮਾੜੇ ਨੇ, ਚੋਰ ਨੇ, ਸਾਧ ਨੇ, ਦਇਆਲੂ ਨੇ, ਕਿਰਪਾਲੂ ਨੇ ਤੇ ਕਸਾਈ ਵੀ ਨੇ। ਇਸ ਦੁਨੀਆ ਦੇ ਹਰ ਤਰ੍ਹਾਂ ਦੇ ਲੋਕ ਨੇ ਮਹਾਰਾਜ। ਹਾਂਜੀ, ਇਸ ਮਹਿ ਬਿਗਨ ਵਿਸਾਲ ਪ੍ਰਚੰਡ। ਤੇ ਮਹਾਰਾਜ ਜਿਹੜਾ ਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਜਹਾਜ਼ ਬਣਾਇਆ, ਉਹਦੇ ਵਿੱਚ ਵਿਘਨ ਪੈ ਗਏ। ਵਿਘਨ ਪਾਉਣ ਵਾਲੇ ਵੀ ਆ ਹੀ ਜਾਂਦੇ ਆ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਖੀ ਆਉਂਦੀ ਹੈ। ਇੱਥੇ ਬਾਬਾ ਜੀ ਉਹਦੀ ਜ਼ਿਕਰ ਕਰ ਰਹੇ ਨੇ ਹੁਣ, ਬਾਬਾ ਰਾਮ ਰਾਏ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਨਾ ਗੁਰੂ ਹਰਿਰਾਏ ਸਾਹਿਬ ਇੱਕ ਵਾਰੀ ਕੀਰਤਪੁਰ ਸਾਹਿਬ ਉੱਚੀ ਪਹਾੜੀ ਤੇ ਜਾ ਖਲੋਤੇ ਤੇ 2.5 ਪੈਰ ਇੱਕੋ ਪਾਸੇ ਵੇਖੀ ਗਏ। 2.5 ਪੈਰ ਸੰਗਤਾਂ ਖੜੀਆਂ, ਥੱਕ ਗਈਆਂ। ਮਹਾਰਾਜ ਖੜੇ ਵੇਖੀ ਗਏ, ਵੇਖੀ ਗਏ, ਵੇਖੀ ਗਏ। ਕਿਸੇ ਦੀ ਇੰਨੀ ਜ਼ਰੂਰਤ ਨਹੀਂ ਵੀ ਸਤਿਗੁਰਾਂ ਨੂੰ ਪੁੱਛ ਲਈਏ ਵੀ ਮਹਾਰਾਜ ਕੀ ਕਰਦੇ। ਭੈ ਨਾਲ ਸ਼ਰਧਾ ਨਾਲ ਖੜੇ। 2.5 ਪੈਰ ਪਿੱਛੋਂ ਮਹਾਰਾਜ ਵਾਪਸ ਆ ਕੇ ਦੀਵਾਨ ਲਾਇਆ। ਜਦੋਂ ਬੈਠ ਗਏ, ਸੰਗਤ ਨੇ ਪੁੱਛਿਆ, ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਆਪ ਲਗਾਤਾਰ 6-7 ਘੰਟੇ ਇੱਕੋ ਪਾਸੇ ਵੇਖਦੇ ਰਹੇ, ਕੀ ਵੇਖਦੇ ਰਹੇ ਹੋ, ਕੀ ਤੱਕਦੇ ਰਹੇ ਹੋ? ਮਹਾਰਾਜ ਕਹਿੰਦੇ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਹਾਜ਼ ਬਣਾਇਆ ਸੀ ਨਾ, ਉਹ ਟੁੱਟ ਗਿਆ, ਉਹ ਵੇਖ ਰਹੇ ਆ। ਜੋ ਜਹਾਜ਼ ਸ੍ਰੀ ਨਾਨਕ ਕਰਿਓ, ਜੋ ਗੁਰੂ ਨਾਨਕ ਸਾਹਿਬ ਨੇ ਜਹਾਜ਼ ਬਣਾਇਆ, ਉਹ ਫੂਟ ਗਇਓ। ਉਹਦੇ ਟੁੱਟ ਜਿਵੇਂ ਜਹਾਜ਼ ਪਾਣੀ ਦੇ ਵਿੱਚ ਥਪੇੜੇ ਲਾ ਕੇ ਟੁੱਟ ਜਾਵੇ ਤੇ ਕਿੱਡੀ ਖਤਰਨਾਕ ਗੱਲ ਹੁੰਦੀ ਹੈ। ਗੁਰੂ ਨਾਨਕ ਦਾ ਜਹਾਜ਼ ਟੁੱਟ ਗਿਆ ਜੇ। ਸਿੱਖ ਡਰ ਗਏ, ਕਹਿੰਦੇ ਜਿਹੜਾ ਗੁਰੂ ਨਾਨਕ ਦਾ ਜਹਾਜ਼ ਟੁੱਟ ਗਿਆ ਜੇ ਮਹਾਰਾਜ, ਇਹ ਤੇ ਮਲਾਹ ਤੇ ਫਿਰ ਤੁਸੀਂ ਹੋ ਨਾ। ਕਿਉਂ ਜਹਾਜ਼ ਨੂੰ ਜਦੋਂ ਖਤਰਾ ਹੁੰਦਾ ਉਦੋਂ ਮਲਾਹ ਹੀ ਸਾਂਭਦਾ, ਤੇ ਹੁਣ ਜਹਾਜ਼ ਦੇ ਮਲਾਹ, ਜਹਾਜ਼ ਦੇ ਡਰਾਈਵਰ ਤੁਸੀਂ ਹੋ, ਤੇ ਤੁਸੀਂ ਇਹਨੂੰ ਮਹਾਰਾਜ ਕਿਰਪਾ ਕਰਕੇ ਠੀਕ ਕਰੋ। ਤੇ 7ਵੇਂ ਪਾਤਸ਼ਾਹ ਕਹਿੰਦੇ 10ਵੇਂ ਜਾਮੇ 'ਚ ਕਰਾਂਗੇ। ਆਖੋ ਸਤਨਾਮ। ਜੋ ਜਹਾਜ਼ ਗੁਰੂ ਨਾਨਕ ਸਾਹਿਬ ਦਾ ਬਣਿਆ ਟੁੱਟ ਗਿਆ, ਉਹ 10ਵੇਂ ਜਾਮੇ 'ਚ ਕਰਾਂਗੇ। ਉਹ ਕੀ ਇਸ਼ਾਰਾ ਸੀ ਭਲਾ? ਜਹਾਜ਼ ਬਾਬੇ ਨਾਨਕ ਦਾ ਸਿੱਖੀ ਦਾ ਜਹਾਜ਼, ਉਹਦੇ ਵਿੱਚ ਇੱਕ ਪਾਸੇ ਤੇ ਬਣ ਗਏ ਮੀਣੇ ਬਾਬੇ ਪ੍ਰਿਥੀ ਚੰਦ ਵਾਲੇ ਹਰਿਮੰਦਰ ਸਾਹਿਬ ਤੇ 100 ਸਾਲ ਕਬਜ਼ਾ ਰਿਹਾ ਉਹਨਾਂ ਦਾ। ਗੁਰੂ ਅਰਜਨ ਦੇਵ ਦੇ ਵੱਡੇ ਭਰਾ ਸੀਗੇ, ਉਹਨਾਂ ਨੇ ਆਪਣੀ ਗੱਦੀ ਵੱਖਰੀ ਚਲਾ ਲਈ ਮੀਣਿਆਂ ਨੇ। ਬਾਬਾ ਮਿਹਰਵਾਨ ਜੀ ਦੇ ਪੁੱਤਰ ਚਤਰਭੁਜ ਜੀ, ਹਰ ਜੀ, ਅੱਗੋਂ ਉਹਨਾਂ ਦੇ ਨਿਰੰਜਨ ਰਾਏ ਜੀ, ਗਾਂ ਫਿਰ ਦੱਖਣੀ ਰਾਏ ਜੀ। ਇਹ ਕਾਫੀ ਉਹਨਾਂ ਦਾ ਲੰਮਾ ਚੌੜਾ ਇਤਿਹਾਸ ਹੈ। ਉਹ ਜਿਹੜਾ ਪਰਿਵਾਰ, ਇੱਕ ਉਹ ਗੱਦੀ ਵੱਖਰੀ, ਇੱਕ ਫਿਰ ਬਾਬਾ ਧੀਰਮਲ ਜੀ ਗੁਰੂ ਹਰਿਰਾਏ ਸਾਹਿਬ ਦੇ ਵੱਡੇ ਭਰਾ, ਉਹ ਕੀ ਕਰਤਾਰਪੁਰ ਦੁਆਬੇ ਜਲੰਧਰ ਵੱਖਰਾ ਡੇਰਾ, ਵੱਖਰੀ ਗੱਦੀ ਲਾ ਕੇ ਬਹਿ ਗਏ। ਤੇ ਇਧਰ ਅੰਧਾਲੀਏ ਜਿਹੜੇ ਨੇ ਆਪਣਾ ਡੰਡਿਆਲੇ 'ਚ ਵੱਖਰਾ ਡੇਰਾ ਬਣਾ ਕੇ ਬਹਿ ਗਏ। ਇਧਰ ਬਾਬਾ ਰਾਮ ਰਾਏ ਜੀ ਹੋਰੀ ਇੱਥੇ ਦੇਹਰਾਦੂਨ ਆ ਬੈਠੇ। ਮਹਾਰਾਜ ਗੁਰੂ ਹਰਿਰਾਏ ਸਾਹਿਬ ਦਾ ਇਸ਼ਾਰਾ ਇਹ ਸੀ ਵੀ ਗੁਰੂ ਨਾਨਕ ਦਾ ਜਹਾਜ਼ ਸਿੱਖੀ ਦਾ ਵੱਖਰਾ ਵੱਖਰਾ ਹੋ ਗਿਆ। ਤੇ ਗੁਰੂ ਹਰਿਰਾਏ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਇਕੱਠਾ ਕਦੋਂ ਕਰੋਗੇ? ਕਹਿੰਦੇ 10ਵੇਂ ਜਾਮੇ 'ਚ ਕਰਾਂਗੇ। ਅੱਜ ਆ ਗਏ ਨਾ ਮਹਾਰਾਜ ਬੇੜੀ 'ਚ ਬਹਿ ਕੇ। 10ਵਾਂ ਜਾਮਾ ਕਲਾ ਪੂਰੀ ਵਰਤ ਰਹੀ ਹੈ ਗੁਰੂ ਸਾਹਿਬ ਜੀ ਦੀ। ਬਾਬਾ ਰਾਮ ਰਾਏ ਜੀ ਕਹਿੰਦੇ, ਸ੍ਰੀ ਨਾਨਕ ਜੀ ਭਰਿਓ ਜਹਾਜ਼ਾ, ਅਨਕ ਰੀਤ ਕੈ ਜੀਵ ਸਮਾਜਾ। ਗੁਰੂ ਨਾਨਕ ਦੇ ਜਹਾਜ਼ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਜੀਵ ਚੰਗੇ ਮਾੜੇ ਵੜ ਜਾਂਦੇ ਆ। ਉਹ ਫੁੱਟ ਅੱਜ ਵੀ ਸਾਧ ਸੰਗਤ ਜੀ ਗੁਰੂ ਨਾਨਕ ਦਾ ਜਹਾਜ਼ ਸਿੱਖੀ ਹੈ। ਪਰ ਇੱਕ ਅੱਧਾ ਬੰਦਾ ਇਹੋ ਜਿਹਾ ਆ ਕੇ ਚਿੰਗਾੜੀ ਸੁੱਟਦਾ, ਸਿੱਖਾਂ ਦੀਆਂ ਪੱਗਾਂ ਲਵਾ ਦਿੰਦਾ। ਹਾਂ, ਸਿੱਖ ਨੂੰ ਸਿੱਖ ਦਾ ਵੈਰੀ ਬਣਾ ਦਿੰਦਾ ਬਿਨਾਂ ਮਤਲਬ ਦੇ। ਭਰਾ ਦਾ ਵੈਰੀ ਬਣ ਜਾਂਦਾ, ਫਤਿਹ ਨਹੀਂ ਬੁਲਾਉਂਦੇ, ਇੱਕ ਦੂਜੀ ਤੇ ਹੋਰ ਕੋਈ ਤੋਪ ਨਹੀਂ ਚੱਲਣੀ। ਇੱਕੋ ਹੀ ਬੜਾ ਵੱਡਾ ਬੰਬ ਦਾ ਗੋਲਾ ਰੱਖਿਆ, ਉਹ RSS ਦਾ ਬੰਦਾ। ਉਹਨੇ ਇਹਨੂੰ ਕਹਿ ਦੇਣਾ ਇਹ RSS ਦਾ ਬੰਦਾ। ਤੇ RSS ਕਿਸ ਬਲਾ ਨੂੰ ਕਹਿੰਦੇ ਨੇ ਪਤਾ ਕਿਸੇ ਨੂੰ ਵੀ ਨਹੀਂ। ਪੁੱਛੋ ਵੀ ਕੀ ਹੁੰਦੀ ਹੈ, ਨਾ ਕੋਈ ਪਤਾ ਨਹੀਂ। ਬਸ ਤੋਪ ਦਾ ਗੋਲਾ ਹੈ, ਛੱਡੀ ਜਾਓ ਤੇ ਇੱਕ ਦੂਜੀ ਨੂੰ ਭੰਡੀ ਜਾਓ ਤੇ ਲੜੀ ਜਾਓ। ਸੋਚ ਸਮਝ ਨੂੰ ਪਤਾ ਨਹੀਂ, ਤਾਲੇ ਵੱਜ ਕੇ ਸਾਡੀ ਨੂੰ।
ਗੁਰੂ ਕਿਰਪਾ ਕਰੇ ਸਾਡੇ ਅੰਦਰ ਉਹ ਗੱਲ ਆਵੇ ਜਿਹੜੀ ਮਾਤਾ ਨੇ ਪਤਾਸੇ ਪਾਏ ਸੀ ਤੇ ਆਖਿਆ ਸੀ ਆਪਸ 'ਚ ਭਰਾਵਾਂ ਤਰ੍ਹਾਂ ਰਹਿਣਗੇ। ਅੰਮ੍ਰਿਤ ਦੀ ਸ਼ਕਤੀ ਨੂੰ ਸਮਝੋ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ, ਬਾਬਾ ਰਾਮ ਰਾਏ ਜੀ ਕਹਿ ਰਹੇ ਨੇ ਕਿ ਸਾਡੇ ਗੁਰੂ ਨਾਨਕ ਨੇ ਜਹਾਜ਼ ਬਣਾਇਆ ਸੀ ਮਹਾਰਾਜ, ਵਿੱਚ ਬੰਦੇ ਇਹੋ ਜਿਹੇ ਆ ਜਾਂਦੇ ਜਿਹੜੇ ਫੁੱਟ ਪਾ ਦਿੰਦੇ। ਹਾਂਜੀ, ਜਿਸ ਤੇ ਫਟਿਓ ਭਇਓ ਖੰਡ ਖੰਡ। ਉਹ ਜਹਾਜ਼ ਜਿਹੜਾ ਸੀ ਨਾ ਇਹਨਾਂ ਮੂਰਖ ਲੋਕਾਂ ਨੇ ਪਾੜ ਦਿੱਤਾ, ਮਸੰਦਾਂ ਨੇ। ਬਾਬੇ ਰਾਮ ਰਾਏ ਜੀ ਹੋਰਾਂ ਨੇ ਸ਼ਾਇਦ ਨਾ ਗੁਰੂ ਤੋਂ ਦੂਰ ਹੋਣਾ ਹੁੰਦਾ, ਚੁੱਕਾਂ ਨਾ ਦੇਣ ਵਾਲਿਆਂ ਨੇ ਕਰਤਾ। ਚੁੱਕ ਚੁੱਕ ਕੇ ਵੇਖੋ ਬਾਬਾ ਜੀ, ਤੁਸੀਂ ਐਡੇ ਵੱਡੇ ਮਹਾਂਪੁਰਸ਼, ਤੁਹਾਨੂੰ ਪਿਤਾ ਜੀ ਨੇ ਕੱਢਤਾ ਹੈ। ਉਹ ਬਾਬੇ ਰਾਮ ਰਾਏ ਦੇ ਇਹੋ ਜਿਹੇ ਕੰਨ ਭਰੇ, ਉਹਨਾਂ ਨੂੰ ਵੱਖਰਾ ਕਰਤਾ। ਬਾਬੇ ਧੀਰਮਲ ਨੂੰ ਵੱਖਰਾ ਕਰਤਾ, ਬਾਬੇ ਪ੍ਰਿਥੀ ਚੰਦ ਦਾ ਡੇਰਾ ਵੱਖਰਾ ਕਰਤਾ। ਕਿੰਨਾ ਗੁਰੂ ਘਰ 'ਚ ਪਾੜ ਪਾਤਾ। ਮਹਾਰਾਜ ਇਹ ਜਹਾਜ਼ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾ ਟੁਕੜੇ ਟੁਕੜੇ ਹੋ ਗਿਆ। ਤਹਿ ਸਕੇਲ ਪੁਨ ਏਕ ਬਣਾਵੋ। ਆਪ ਜੀ ਹੁਣ ਇਹਦੇ ਮਲਾਹ ਹੋ। ਬਾਬਾ ਰਾਮ ਰਾਏ ਜੀ 10ਵੇਂ ਪਾਤਸ਼ਾਹ ਨੂੰ ਕਹਿ ਰਹੇ ਨੇ ਕਿ ਕਲਗੀਧਰ ਜੀ ਹੁਣ ਤੁਸੀਂ ਇਹਨੂੰ ਇਕੱਠੇ ਕਰੋ, ਸਾਰੇ ਟੋਟਿਆਂ ਨੂੰ ਤੇ ਇੱਕ ਬਣਾ ਦਿਓ। ਭਇਓ ਜਹਾਜ਼ ਪਾਰ ਉਤਰਾਵੋ। ਇਹ ਗੁਰੂ ਨਾਨਕ ਦਾ ਜਹਾਜ਼ ਬਣਾ ਕੇ ਪਾਰ ਲੰਘਾਓ ਜੀਵਾਂ ਨੂੰ ਸੰਸਾਰ ਸਾਗਰ ਤੋਂ, ਇਹਨਾਂ ਦਾ ਬੇੜਾ ਬੰਨੇ ਲਾਓ। ਪਿਤਾ ਗੁਰੂ ਇੱਕ ਬਾਰ ਬਖਾਨੀ। ਸਾਡੇ ਪਿਤਾ ਜੀ ਮਹਾਰਾਜ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਇੱਕ ਵਾਰੀ ਇਹ ਬਚਨ ਕਿਹਾ ਸੀ। ਸਿੱਖ ਟਿਕ ਤੇ ਮੈਂ ਸੁਣਬੋ ਕਾ। ਮੈਂ ਪੁਰਾਣੇ ਸਿੱਖਾਂ ਤੋਂ ਸੁਣਿਆ ਹੈ, ਮੈਨੂੰ ਸਿੱਖਾਂ ਨੇ ਦੱਸਿਆ ਵੀ ਤੁਹਾਡੇ ਪਿਤਾ ਜੀ ਸਤਿਗੁਰੂ 7ਵੇਂ ਪਾਤਸ਼ਾਹ ਨੇ ਬਚਨ ਸੰਗਤ ਨੂੰ ਕਹੇ ਸੀ, ਜਾ ਪਹਾੜ ਤੇ ਖੜੇ ਲਗਭਗ 2.5 ਪਹਿਰ ਵੇਖੀ ਗਏ। ਤੇ ਜਦੋਂ ਪੁੱਛਿਆ ਵੀ ਮਹਾਰਾਜ ਕੀ ਵੇਖਦੇ ਸੋ, ਤੇ ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਜਹਾਜ਼ ਦੇ ਟੁਕੜੇ ਟੁਕੜੇ ਹੋਏ ਉਹ ਵੇਖਦੇ ਸਾਂ। ਹਾਂਜੀ, ਗੁਰ ਕੋ ਭਰਿਓ ਜਹਾਜ਼ ਉਦਾਰਾ। ਪਿਤਾ ਜੀ ਨੇ ਕਿਹਾ ਸੀ ਵੀ ਗੁਰੂ ਨਾਨਕ ਸਾਹਿਬ ਦਾ ਜਹਾਜ਼ ਜਿਹੜਾ ਬਹੁਤ ਭਰਿਆ ਹੋਇਆ ਹੈ। ਲਾਏ ਧਿਆਨ ਕੋ ਹੇਰ ਵਿਚਾਰਾ। ਉਹਨੂੰ ਧਿਆਨ ਲਾ ਕੇ ਵੇਖਿਆ ਸੀ ਦਿਵ ਦ੍ਰਿਸ਼ਟੀ ਨਾਲ 7ਵੇਂ ਪਾਤਸ਼ਾਹ ਨੇ। ਪਾਪੋ ਖੰਡ ਮਿਲੈ ਪੁਨ ਸੋਈ। ਕਹਿੰਦੇ ਜਹਾਜ਼ ਦੇ ਟੋਟੇ ਟੋਟੇ ਹੋ ਗਏ ਨੇ ਪਰ ਇਕੱਠਾ ਹੋ ਜਾਏਗਾ। ਹੋਏ ਅਸ ਪੁਰਖ ਮਿਲਾਵਹਿ ਜੋਈ। ਇਹੋ ਜਿਹਾ ਕੋਈ ਪੁਰਖ ਪੈਦਾ ਹੋਵੇਗਾ, ਕੋਈ ਮਹਾਂਪੁਰਸ਼ ਕਰਨੀ ਵਾਲਾ। ਅੱਜ ਵੀ ਸਾਧ ਸੰਗਤ ਜੀ ਸਾਨੂੰ ਜਦੋਂ ਸਾਰੇ ਪਾਸਿਓਂ ਨਿਰਾਸ਼ਤਾ ਦਿਖਦੀ ਹੈ ਨਾ, ਫਿਰ ਅਰਦਾਸ ਕਰੀਦੀ ਵੀ ਮਹਾਰਾਜ ਕੋਈ ਐਸੀ ਆਤਮਾ ਭੇਜ ਜਿਹੜੀ ਸਾਨੂੰ ਸਾਰਿਆਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਿਆਂ ਕਰ ਦੇਵੇ। ਅਸੀਂ ਸਮਾਜ ਦੇ ਵਿੱਚ ਕੋਈ ਚੰਗਾ ਰੋਲ ਅਦਾ ਕਰ ਸਕੀਏ, ਅਸੀਂ ਸਮਾਜ ਨੂੰ ਕੋਈ ਚੰਗੀ ਸੇਧ ਦੇ ਸਕੀਏ। ਇਹ ਅਰਦਾਸ ਕਰਨੀ ਚਾਹੀਦੀ ਹੈ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਵੱਲ ਗੁਰੂ 7ਵੇਂ ਪਾਤਸ਼ਾਹ ਨੇ ਇਸ਼ਾਰਾ ਕੀਤਾ, ਕਹਿੰਦੇ ਇੱਕ ਪੁਰਸ਼ ਆਵੇਗਾ ਸਾਡੇ ਤੋਂ ਬਾਅਦ ਆਵੇਗਾ, ਉਹ ਇਸ ਜਹਾਜ਼ ਨੂੰ ਇਕੱਠਿਆਂ ਕਰ ਦੇਵੇਗਾ। ਤਬ ਕੋ ਮੈਂ ਵਿਚਾਰ ਤੋ ਰਹਿਓ। ਬਾਬਾ ਰਾਮ ਰਾਏ ਜੀ ਕਹਿੰਦੇ ਸਤਿਗੁਰੂ ਜੀ ਮੈਂ ਉਸ ਦਿਨ ਦਾ ਸੋਚੀ ਪਿਆ ਸੀ ਵੀ ਉਹ ਪੁਰਸ਼ ਕਿਹੜਾ ਹੋਵੇਗਾ, ਕੌਣ ਆਵੇਗਾ ਜਿਹੜਾ ਬਾਬੇ ਨਾਨਕ ਦੇ ਜਹਾਜ਼ ਨੂੰ ਇਕੱਠਿਆਂ ਕਰੇਗਾ। ਅਬ ਸੋ ਹੋਏ ਭਲੇ ਮੈਂ ਲਹਿਓ। ਬਸ ਤੁਹਾਡੇ ਦਰਸ਼ਨ ਕਰਕੇ ਭਰੋਸਾ ਹੋ ਗਿਆ ਵੀ ਹੁਣ ਗੱਲ ਬਣ ਜਾਏਗੀ, ਹੁਣ ਕੰਮ ਬਣ ਜਾਏਗਾ। ਤੁਸੀਂ ਉਹ ਪੁਰਸ਼ ਹੋ ਜਿਨ੍ਹਾਂ ਬਾਰੇ ਮੇਰੇ ਪਿਤਾ ਜੀ 7ਵੇਂ ਪਾਤਸ਼ਾਹ ਬਚਨ ਕਰ ਗਏ ਸਨ। ਦਰਸ਼ਨ ਦੇਖਤ ਭਈ ਪ੍ਰਤੀਤ। ਤੁਹਾਡੇ ਦਰਸ਼ਨ ਕਰਕੇ ਮੈਨੂੰ ਭਰੋਸਾ ਹੋ ਗਿਆ ਵੀ ਤੁਸੀਂ ਗੁਰੂ ਨਾਨਕ ਦਾ ਜਹਾਜ਼ ਇਕੱਠਿਆਂ ਕਰੋਗੇ। ਵਿਗੜੇ ਕਰੋ ਸੁਧਾਰ ਰਚੀਤ। ਆ ਜਿਨ੍ਹਾਂ ਦੇ ਚਿੱਤ ਵਿਗੜੇ ਹੋਏ ਨੇ, ਇੱਧਰ ਉੱਧਰ ਫਿਰਦੇ ਨੇ, ਬੇਮੁਖ ਹੋਏ ਫਿਰਦੇ ਨੇ, ਤੁਸੀਂ ਸੁਧਾਰ ਲਓਗੇ ਸਾਰਿਆਂ ਨੂੰ। ਸੁਣ ਸ੍ਰੀ ਕਲਗੀਧਰ ਸਭ ਲਹਿਓ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬਾਬਾ ਰਾਮ ਰਾਏ ਜੀ ਦੇ ਅੰਦਰ ਦੀ ਆਵਾਜ਼ ਸੁਣੀ, ਕਿਉਂਕਿ ਬਾਬਾ ਰਾਮ ਰਾਏ ਜੀ ਮੂੰਹ ਤੋਂ ਨਹੀਂ ਸੀ ਬੋਲ ਰਹੇ, ਉਹ ਦਿਲੋਂ ਬੋਲ ਰਹੇ ਸਨ। ਜੋ ਉਹਨਾਂ ਦਾ ਅੰਦਰ ਦਾ ਦਰਦ ਸੀ ਉਹ ਗੁਰੂ 10ਵੇਂ ਪਾਤਸ਼ਾਹ ਨੂੰ ਦੱਸ ਰਹੇ ਸਨ। ਤੇ ਸਤਿਗੁਰੂ ਕਲਗੀਧਰ ਜੀ ਸੁਣ ਕੇ ਗੁਰ ਸੁਤ ਨਿਜ ਆਛਾ ਜਿਮ ਕਹਿਓ। ਮਹਾਰਾਜ ਕਹਿਣ ਲੱਗੇ ਬਾਬਾ ਰਾਮ ਰਾਏ ਜੀ ਵੱਲ ਵੇਖ ਕੇ ਵੀ ਗੁਰੂ ਸਾਹਿਬ ਦੇ ਪੁੱਤਰ ਹਨ ਤੇ ਗੱਲ ਬੜੀ ਸਾਫ਼ ਤੇ ਸਪਸ਼ਟ ਕਹਿ ਰਹੇ ਹਨ। ਬੋਲੇ ਰਾਮ ਰਾਏ ਗੁਰ ਸਾਚਾ। ਮਹਾਰਾਜ ਕਹਿਣ ਲੱਗੇ ਬਾਬਾ ਰਾਮ ਰਾਏ ਤਾਂ ਸੱਚਾ ਗੁਰੂ ਹੈ, ਗੁਰ ਪਰ ਕੇ ਹਿਤ ਸੋਚਿਤ ਰਾਚਾ। ਕਿਉਂਕਿ ਇਹਦਾ ਮਨ ਗੁਰੂ ਨਾਨਕ ਦੀ ਸਿੱਖੀ ਦੇ ਭਲੇ ਵਾਸਤੇ ਹੈ। ਇਹ ਸਾਧ ਸੰਗਤ ਜੀ ਇੱਕ ਗੁਰੂ ਅਵਤਾਰ ਹੁੰਦੇ ਨੇ, ਇੱਕ ਗੁਰੂ ਗਿਆਨ ਦੇਣ ਵਾਸਤੇ ਟੀਚਰ, ਉਸਤਾਦ, ਮੁਰਸ਼ਿਦ ਵੀ ਹੁੰਦੇ ਨੇ। ਉਹਨਾਂ ਅੱਜ ਕੱਲ੍ਹ ਆਪਾਂ ਉਹਨਾਂ ਨੂੰ ਸੰਤ ਕਹਿ ਦਿੰਦੇ ਹਾਂ, ਮਹਾਂਪੁਰਸ਼ ਕਹਿ ਦਿੰਦੇ ਹਾਂ, ਪਹਿਲਾਂ ਗੁਰੂ ਕਹਿੰਦੇ ਹੁੰਦੇ ਸੀ। ਕਈ ਵਾਰੀ ਰੌਲਾ ਪੈ ਜਾਂਦਾ ਵੀ ਉਹ ਫਲਾਣੇ ਮਹਾਂਪੁਰਸ਼ ਨਾਲ ਗੁਰੂ ਲਿਖਿਆ ਪੁਰਾਣੇ ਸਮੇਂ, ਉਦੋਂ ਗੁਰੂ ਹੀ ਕਹਿੰਦੇ ਸੀਗੇ। ਪਰ ਹੁਣ ਦਾ ਜ਼ਮਾਨਾ ਜਦੋਂ ਸਿੰਘ ਸਭਾ ਲਹਿਰ ਚੱਲੀ ਹੈ ਨਾ, ਸਾਡੀ ਸ਼ਬਦਾਵਲੀ 'ਚ ਬੜਾ ਫਰਕ ਆ ਗਿਆ ਹੈ। ਸੋ ਉਸ ਅਰਥਾਂ ਵਿੱਚ ਇੱਥੇ ਬਾਬਾ ਰਾਮ ਰਾਏ ਜੀ ਬਾਰੇ 10ਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਬਾਬਾ ਰਾਮ ਰਾਏ ਤਾਂ ਸੱਚਾ ਗਾਈਡ ਕਰਦਾ ਲੋਕਾਂ ਨੂੰ, ਪਰ ਚੇਲਿਆਂ ਦੇ ਮਨ ਕੀ
कपटी ने, क्योंकि कबीर साचा सतगुर क्या करे, जो सिखा में चूक अंधे एक ना लाग गई, जो बांस बजाई है बांस फूक मारी अगे गंढ अड़ गई, वो भन्नी अगे होर अड़ गई। ये साडे अंदर गंढा ही नहीं भजदियां। महाराज सच्चे पातशाह कहते गुर पर के हित सो चित राचा। गुरु जिहड़ा हुंदा ना, वो दूजियां दा भला सोचदा, अपना भला नहीं सोचदा, वो समाज दा भला सोचदा। हाँ जी। हुण तक दिशा दृष्ट गुर प्रेरी। फिर महाराज ने नदी जमुना दे कंडे वाल वेख्या, केतक संगत थित तिस केरी। बाबे संग राम राय दे सिख खड़े सीगे, क्योंकि सारिਆਂ ਨੂੰ तो बेड़ी च बिठाया नहीं सी ना, महाराज ने बेड़ी च ते खास खास बिठाए सी। बाकी बाबे राम राय दे बंदे भी ते गुरु साहब दे भी उरले पासे साइडां ते अपने अपने किनारिਆਂ ते खड़े सी। राम राय दी संगत वाल महाराज 10वें पातशाह ने वेख्या, बेमुख होए कर खरे कुचारी। वो ना मूँह परा करके पिठ करके खड़े सी, वो गल्लां आपस च कर रहे सी, ना तो वो 10वें पातशाह वाल वेख रहे सी ते ना ही बाबे राम राय वाल वेख रहे सी। बाबा राम राय दी संगत वाल वेख के कलगीधर पातशाह समझ गए भी इन्हां दे अंदर शरधा ही कोई, इन्हां नूं पता ही नहीं कि गुरु बैठे ने, उन्हां दे भी गुरु बैठे ने, इधर गुरु 10वें पातशाह बैठे ने, ते जिन्हां नूं गुरु मनदे हो उन्हां वाल पिठ करके खड़ी दा। महाराज ने वेख्या ये तां खोटे ने, कोई चाल इन्हां दी राम राइयां दी भैड़ी है। सतगुर की दिश कीर पछारी। गुरु वाल पिठ करके खड़े हन। मंद भाग मत मंद मलीने। मंद भाग माड़े भाग ने इन्हां दे, मलीन बुद्धि है इन्हां दी, जिन्हां नूं इन्ना भी पता नहीं मैं अपने गुरु वाल पिठ नहीं करीदी हुंदी। सन्मुख होए ना दर्शन कीने। इन्हां ने सन्मुख हो के दर्शन नहीं कीते, ना साडे दर्शन कीते, ना अपने गुरु दा सत्कार रखिया। इन्ना भी नहीं सोचा भी चलो साडा गुरु ही मिलण आया ते असीं भी ते मिलीए, असीं ते हथ जोड़ीए। गुरु सानू पैरी मत्था टेकदा पिया है ते चेले साडे अल पिठ करके खड़े ने। हाँ जी। गण पापन अस फल उपजायो। महाराज सच्चे पातशाह सोचते ने इन्हां दे पूर्वले पाप जाग पे ने। गुरुद्वारे बंदा आवे, गुरु दे नाल शरधा नाल प्रेम नाल पेश ना आवे, गुरुद्वारे आके किसी दी दाढ़ी पुट्टे, किसी दी पग लाए, गुरुद्वारे च आके कोई इहो जिहा काम करे भी गुरु घर दी बेअदबी होवे, समझो उस बंदे दे पूर्वले पाप अगे आ गए, होर पाप कर रहा। इन्हां दे पिछले पापां दा फल है भी अज गुरु दे दर्शन होए ने ते दर्शन कर नहीं सके। जिसते नह गुरु दर्शन पायो। माड़े कर्म ने भी गुरु दे दर्शन हुंदियां भी नहीं कर सके। हाँ जी। प्रभ बिलोक तिन को मुस्काने। श्री गुरु गोबिंद सिंह साहब महाराज उन्हां बंदियां वाल जिहड़े बाबे राम राय दे चेले ਉਹ परां खड़े सी ना ते घुसर मुसर करी जांदे सी आपस च। कोई कहे ਇਹ ਤਾਂ नवीं उम्र ਦਾ ਮੁੰਡਾ ਜਿਹਾ ਹੀ ਹੈ, गुरु 10वें पातशाह बारे। हाँ ਉਹ 20-22 ਸਾਲ ਦਾ, हाँ ਇਹ ਤੇ ਬੰਦੂਕਾਂ ਚੁੱਕੀ ਫਿਰਦਾ, हाँ ਇਹ ਤਾਂ ਤੀਰ ਇਦਾਂ ਦੀਆਂ ਕੁਛ ਮਹਾਰਾਜ ਸੁਣ ਰਹੇ ਸੀ ਅੰਤਰਜਾਮਤਾ ਨਾਲ, ਉਹਦੇ ਘੱਟ ਘੱਟ ਦੀ ਜਾਣ ਵਾਲੇ ਨੇ। ਮਹਾਰਾਜ ਕਹਿੰਦੇ ਕਿੱਡੇ ਮਾੜੇ ਕਰਮ ਨੇ ਇਹਨਾਂ ਦੇ ਪਾਪੀਆਂ ਦੇ ਵੀ ਦਰਸ਼ਨ ਹੋ ਰਹੇ ਨੇ, ਦਰਸ਼ਨ ਨਹੀਂ ਕਰ ਰਹੇ। ਦਰਸ਼ਨ ਦੇਤ ਨਾ ਦਰਸ਼ਨ ਹੋ ਕੋ ਮੋਕੋ ਦਰਸ਼ ਦਿਓ। ਉਹ ਦਰਸ਼ਨ ਜਿਹੜੇ ਬੜੇ ਵੱਡਿਆਂ ਨੂੰ ਨਹੀਂ ਹੁੰਦੇ, ਉਹ ਦਰਸ਼ਨ ਹੋ ਰਹੇ ਨੇ, ਪਰ ਭਾਗਾਂ ਤੋਂ ਹੀਣਿਆਂ ਨੂੰ ਦਰਸ਼ਨ ਹੋ ਨਹੀਂ ਰਹੇ। ਹਾਂਜੀ। ਸਭ ਕੇ ਸੁਣਤੇ ਪੁਨਹ ਬਕਾਨੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਰਿਆਂ ਦੇ ਸੁਣਦਿਆਂ ਉੱਚੇ ਬੋਲ ਪਏ। ਕਲਗੀਧਰ ਦੀ ਲਿਹਾਜ਼ ਨਹੀਂ ਸੀ ਕਰਦੇ ਹੁੰਦੇ, ਜਿਹੜੀ ਗੱਲ ਫਿਰ ਕਹਿ ਦਿੰਦੇ ਸੀ, ਮਹਾਰਾਜ ਬੋਲ ਪਏ। ਰਾਮ ਰਾਏ ਤੋਂ ਹੈ ਗੁਰ ਸਾਚੇ। ਮਹਾਰਾਜ ਕਹਿੰਦੇ ਬਾਬਾ ਰਾਮ ਰਾਏ ਜੀ ਤੇ ਸੱਚੇ ਹਨ, ਇਹ ਤਾਂ ਮਹਾਂਪੁਰਸ਼ ਹਨ, ਇਹਨਾਂ ਦਾ ਤਾਂ ਮਨ ਨਿਰਮਲ ਹੈ। ਇਸ ਕੇ ਸਿੱਖ ਮੂਰਖ ਮਤ ਕਾਚੇ। ਪਰ ਰਾਮ ਰਾਏ ਜੀ ਤੁਹਾਡੇ ਸਿੱਖ ਮੂਰਖ ਹਨ, ਮਤ ਦੇ ਕੱਚੇ ਹਨ। ਰਾਮ ਰਾਏ ਤਾਂ ਮਹਾਂਪੁਰਸ਼ ਹੈ, ਪਰ ਰਾਮ ਰਾਏ ਦੇ ਚੇਲੇ ਉਹ ਕੱਚੇ ਹਨ, ਅਧੂਰੇ ਹਨ। ਅਹੇ ਭੂਤਨੀ ਸੰਗਤ ਸਾਰੀ। ਮਹਾਰਾਜ ਕਹਿੰਦੇ ਰਾਮ ਰਾਏ ਤੇਰੀ ਸੰਗਤ ਭੂਤਨਿਆਂ ਦੀ ਹੈ। ਸਾਫ਼ ਹੀ ਕਹਿੰਦਾ ਭੂਤਨੀ ਸੰਗਤ ਹੈ, ਭੂਤਾਂ ਨੂੰ ਮੰਨਣਗੇ, ਭੂਤਾਂ ਤੋਂ ਹੀ ਸਿਰ ਮਾਰਿਆ ਕਰਨਗੇ। ਜਿਨ੍ਹਾਂ ਗੁਰਨ ਦਿਸ਼ ਕੀਨ ਪਛਾਰੀ। ਜਿਨ੍ਹਾਂ ਨੇ ਗੁਰੂਆਂ ਵੱਲ ਪਿੱਠ ਕਰ ਲਈ ਹੈ। ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਕਹਿੰਦੇ ਜਿਨ੍ਹਾਂ ਨੇ ਗੁਰੂ ਵੱਲ ਪਿੱਠ ਕਰ ਲਈ ਹੈ, ਭੂਤਨਿਆਂ ਦੀ ਸੰਗਤ ਹੈ। ਗੁਰੂ ਪਰਲੋਕ ਨਾ ਬਨ ਹੈ ਸਹਾਈ। ਜਿਨ੍ਹਾਂ ਨੇ ਗੁਰੂ ਵੱਲ ਪਿੱਠ ਕਰ ਲਈ, ਗੁਰੂ ਪਰਲੋਕ ਚ ਕੀ ਸਹਾਇਤਾ ਕਰੇਗਾ ਇਹਨਾਂ ਦੀ? ਉਹਨਾਂ ਦੀ ਕੋਈ ਸਹਾਇਤਾ ਨਹੀਂ ਗੁਰੂ ਨੇ ਕਰਨੀ। ਇਹ ਕਾਮਨਾ ਕਛ ਲੈ ਪਾਈ। ਇਹੀ ਜਿਹੜੀ ਕਾਮਨਾ, ਇਹੀ ਫਲ ਮਿਲਣਾ, ਜਿਹੋ ਜਿਹੀ ਇੱਛਾ ਹੋ ਜਾ ਫਲ। ਸਾਧ ਸੰਗਤ ਜੀ,
ਰਾਮ ਰਾਈਆਂ ਬਾਰੇ ਪੰਡਤ ਤਾਰਾ ਸਿੰਘ ਜੀ ਨਰੋਤਮ ਜੀ ਨੇ ਇੱਕ ਗੁਰਮਤਿ ਨਿਰਣੈ ਗ੍ਰੰਥ ਸਾਗਰ ਵਿੱਚ ਲਿਖਿਆ ਹੈ। ਉਹ ਕਹਿੰਦੇ ਸ੍ਰੀ ਗੁਰੂ नानक देव जी के मत में, गुरु नानक देव जी के मत में एक राम राइये श्री गुरु गोविंद सिंह जी की बाणी को नहीं मानत हैं और सब सिख मानत हैं। ये अज तो पौने 200 साल 150 साल पुरानी लिखत है। जदों उन्होंने लिखा एक राम राइये श्री गुरु नानक देव जी के मत में अंदर, यानी जिहड़ा गुरु नानक दा नानक पंथी ने उन्हां 'च एक शाखा राम राइयां दी है, क्योंकि गुरु नानक तां मनदे ने पर गुरु गोबिंद सिंह दी बाणी नूं नहीं मनदे। भाई बुलाका सिंह रागी होया, घुड़ाणी पिंड दुराए दे कोल, घुड़ाणी पिंड और गुरुद्वारे 'च गया, गुरुद्वारा राम राइयां दे कब्जे विच सी। उन्हें उत्थे रहरास पढ़ी, कीर्तन कीता, बड़ा गुणी दुतारे वाला कीर्तनिया सी। उन्हें चौपई महाराज 10वें पातशाह की हमरी करो आदत शुरू ही की, वो गल पै गए। उन्होंने उसका दुतारा भन दिता, मारिया कुटिया भी तू गुरु गोबिंद सिंह की बाणी इत्थे क्यों पढ़दा। उन्हें जाके सरहंद बाबे बंदे बहादुर को अपना रोना रोया। बाबे बंदे बहादुर ने जाके फिर राम राइयां नूं चाटा छकाया। इतिहास बोलदा अज साडे विच किरपाना पा के कई राम राइये वड़ गए। वो कहंदे 10वें पातशाह की बाणी असीं नहीं पढ़न देनी। सो और वो आत्मा उही है, मर मर के वो भी जम्मी जाते हैं, सिंह भी जम्मी जाते हैं, तो काम चलता ही रहना। आखो सतनाम श्री वाहिगुरू। महाराज कहते राम राय तेरी भूतनिया की संगत है, इस तरह कह के फिर महाराज 10वें पातशाह ने भाई गुरदास वाल वेख्या, जिहड़ा राम राइयां दा मुखी मसंद सी। फिर श्री राम राय कह डेरा, वो बाबे राम राय दे कोल बैठा सी ते गुरदास भाई बहलो दा सी। महाराज ने ਉਹਦੇ ਵੱਲ ਵੇਖਿਆ, सुन बहलो के हम है बतावो। महाराज कहते सुना भी बहलो के सानू जरा दस, साडे नाल अखां मिला के गल कर जरा तू। हमरे सन्मुख तीर चलावो। सुनिया तेरा भरा बड़ा साडे बराबर तीर चला लेगा। आखो श्री वाहिगुरू। कुछ दिन पहला इस मीटिंग तो महीना 2 महीने पहला बाबे राम राय ने मीटिंग सदी अपने मसंदा की। कहन लगा 10वें पातशाह पौंटे च बैठे ने, किते मेरे डेरे ते हमला ही ना कर देन। मसंदा नूं पुछदा की करिए। ये गुरदास बोल पिया, बाबा जी तुसीं ना घबराओ, ठीक है गुरु गोबिंद सिंह तीर अंदाज है, मेरा भरा तारा चंद भी चंगे तीर चला लेंदा, गुरु गोबिंद सिंह दे बराबर तीर चला लेगा। महाराज जानी जान सुना भी गुरदास तू तेरे सुनिया साडे बराबर तीर चलाण दी सलाह करदा। आखो सतनाम श्री किसको बल ले करत प्रहारा। ये जेड़े तीर तेरा भरा तारा चंद चला लैंदा, किहदी किरपा नाल चला लैंदा, किहदा बल है, गुरु अर्जन देव दा कि किसी होर दा। आखो श्री वाहिगुरू। क्योंकि भाई बहलो साहब नूं 5वें पातशाह महाराज ने बर दिता सी ना, ते उन्हां दे खिलाफ ही तीर चलाएगा। जिन्हां कोल शक्तियां मिलियां ने, जिन्हां कोल बल मिलिया, उन्हां दे खिलाफ ही तीर चलाओगे। हाँ जी, जिससे महद गर्भ को धारा। जिहदे करके इन्ना हंकार करदा भी बड़े तीर अंदाज है तारा चंद। तब लज्जत होए इस गुरदास। कहंदे गुरदास शर्मिंदा हो गया। कहता गुरु का सिख ही सी ना, भाई बहलो का परिवार सी, पर जदे अपनी गलती का ओहो ये तो जानी जान दे, इन्हां कोलों किहड़ी गल छुपी हुई है। हाँ जी, करे दृष्टि कर हिरदे त्रास। डर भी गया, महाराज का प्रताप बड़ा सी। महाराज शास्त्रां ते जदों महाराज ने सुना भी गुरदा भाई बहलो के तेरा भरा सुनिया चंगे तीर साडे बराबर चला लेगा, ते जदों ये गल कही ते इदां अखां नीवियां हो गई, शर्मिंदा हो गया। हैरत बोलियो दुआ कर जोर। दिल दहल गया, डर जा गया, हाथ जोड़ के कंबदे हत्थां नाल बोलिया गुरदास, प्रभ जी हमको तुमरा जोर। महाराज साडे कोल काहदा जोर है, साडे कोल ते तुहाडा ही जोर है। महाराज तुहाडी दित्ती रोटी खाने आ, तुहाडे दित्ते साह लैने आ, तुसीं मालक हो, सब कुछ तुहाडा है। लग दीरघ जो कारज सारे। महाराज वड्डे छोटे जिन्ने भी काम ने हम कर सकह प्रताप तुम्हारे। तुहाडी किरपा तुहाडे प्रताप नाल ही कर सकने आ। महाराज तुहाडे बिना ते असीं कदम भी नहीं पुट सकदे। पुन गुर भनियो तनक जिन धारा। फिर महाराज बोल पे, कहंदे तेरा भरा तीर कमान चंगे चला लैंदा तीर,
ਤਜਹ ਬਾਨ ਇਹ ਨਾਮ ਸੋ ਧਾਰਾ। ਆ ਸੁਣਿਆ ਤਾਰਾ ਚੰਦ ਕਹਿੰਦੇ ਬੜਾ ਚੰਗਾ ਧਨੁਸ਼ ਧਾਰੀ ਹੈ, ਬੜਾ ਤੀਰ ਅੰਦਾਜ਼ ਹੈ। ਉਦੈ ਭਇਓ ਤਬ ਹੂੰ ਤੇ ਕਹਿਓ। ਕਹਿੰਦੇ ਇਹ ਸੂਰਮਾ ਹੈ ਨਾ, ਕਹਿੰਦੇ ਤਾਰਾ ਚੜਿਆ, ਆਖੋ ਸਿਰ ਤਾਰਾ ਚੜਿਆ ਲੰਮਾ। ਮਹਾਰਾਜ ਕਹਿੰਦੇ ਤਾਂ ਹੀ ਤੂੰ ਕਿਹਾ ਨਾ ਵੀ ਤਾਰਾ ਚੰਦ ਅਸਮਾਨ ਦਾ ਤਾਰਾ ਹੈ ਤੀਰੰਦਾਜ਼ੀ ਵਿੱਚ। ਅਬ ਸੋ ਅਸਤ ਹੋਏ ਹਮ ਲਹਿਓ। ਕਹਿੰਦੇ ਬਸ ਹੁਣ ਇਹ ਤਾਰਾ ਛੁਪ ਗਿਆ। ਆਖੋ ਸਿਰ ਅਸੀਂ ਵੇਖ ਲਿਆ ਤਾਰਾ ਚੰਦ ਚੜਿਆ ਸੀ ਤਾਰਾ, ਹੁਣ ਨਹੀਂ ਤਾਰਾ ਚੰਦ ਰਿਹਾ। ਕਿਉਂ? ਗੁਰੂ ਦੇ ਬਰਾਬਰ ਤੀਰ ਚਲਾਏਗਾ, ਗੁਰੂ ਤੇ ਤੀਰ ਚਲਾਏਗਾ। ਹਾਂਜੀ, ਸੁਨ ਕਰ ਕੰਪਤ ਦੂਸ਼ਣ ਠਾਨੀ। ਕਹਿੰਦੇ ਸੁਣ ਕੇ ਭਾਈ ਗੁਰਦਾਸ ਤੇ ਤਾਰਾ ਚੰਦ ਕੰਬਣ ਲੱਗ ਪਏ, ਚੁੱਪ ਕਰ ਗਏ। ਰਹਿਓ ਜੋੜ ਕਰ ਗੁਰ ਅਗਵਾਨੀ। ਏਦਾਂ ਹੱਥ ਜੁੜੇ ਰਹਿ ਗਏ ਮਹਾਰਾਜ ਦਸਵੇਂ ਪਾਤਸ਼ਾਹ ਦੇ ਸਾਹਮਣੇ ਦੋਵਾਂ ਭਰਾਵਾਂ ਦੇ। ਵਦ ਕੈ ਬਾਗ ਵਿਅਦ ਵੀ ਕਹਿਓ। ਬੇਅਦਬੀ ਦੇ ਬਚਨ ਗੁਰੂ ਨਾਲੋਂ ਵੱਧ ਕੇ ਕਹਿ ਬੈਠਾ ਸੀ ਨਾ। ਹਾਂਜੀ, ਪਛਤਾਵਤ ਤਿਸ ਕੋ ਫਲ ਲਹਿਓ। ਤੇ ਹੁਣ ਪਛਤਾਵਾ ਬਹੁਤ, ਫਲ ਮਿਲ ਗਿਆ, ਸਰਾਪ ਮਿਲ ਗਿਆ ਵੀ ਤਾਰਾ ਚੜਿਆ ਸੀ ਹੁਣ ਛੁਪ ਗਿਆ ਹੈ। ਇਮ ਸ੍ਰੀ ਰਾਮ ਰਾਏ ਅਰ ਸਤਿਗੁਰ। ਇਸ ਤਰ੍ਹਾਂ ਬਾਬੇ ਰਾਮ ਰਾਏ ਜੀ ਤੇ ਕਲਗੀਧਰ ਪਾਤਸ਼ਾਹ ਦੀ ਜਮਨਾ ਦੇ ਵਿੱਚ ਮੀਟਿੰਗ ਹੋਈ ਹੈ। ਬਾਗ ਬਿਲਾਸ ਕਰੇ ਪਰ ਮੁਦ ਅਰ। ਆਪਸ ਚ ਬੜੇ ਬਚਨ ਬਿਲਾਸ ਕੀਤੇ ਹਨ। ਬੰਧਨ ਠਾਨ ਵਿਦਾ ਹੋਏ ਗਇਓ। ਫਿਰ ਬਾਬਾ ਰਾਮ ਰਾਏ ਜੀ ਮੱਥਾ ਟੇਕ ਕੇ ਵਿਦਾ ਹੋਏ ਹਨ, ਗੁਰੂ ਸਾਹਿਬ ਤੋਂ ਆਗਿਆ ਲਈਏ ਵਾਪਸ ਜਾਣ ਦੀ। ਤੀਰ ਤੁਰੰਗ ਅਰੂਢਤ ਪਇਓ। ਮਹਾਰਾਜ ਨੇ ਪਰਲੇ ਪਾਸੇ ਉਹਨਾਂ ਨੂੰ ਬੇੜੀ ਤੋਂ ਉਤਾਰਿਆ ਤੇ ਉਹ ਘੋੜੇ ਤੇ ਬਹਿ ਕੇ ਦੇਹਰਾਦੂਨ ਨੂੰ ਚਲੇ ਗਏ। ਸਿੱਖ ਮਸੰਦ ਨੇ ਸੰਗ ਸਿਧਾਰਾ। ਆਪਣੇ ਮਸੰਦਾਂ ਨੂੰ, ਤਾਰਾ ਚੰਦ ਵਗੈਰਾ ਨੂੰ, ਰਾਮ ਗੁਰਦਾਸ ਨੂੰ ਨਾਲ ਲੈ ਕੇ ਚਲਾ ਗਿਆ। ਕੱਛ ਬਿਰਤੰਤ ਤਿਨ ਮਹਿ ਨਾ ਉਚਾਰਾ। ਪਰ ਜਿਹੜੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈਆਂ ਸਨ ਉਹਨੇ ਆਪਣੇ ਮਸੰਦਾਂ ਨੂੰ, ਆਪਣੇ ਬੰਦਿਆਂ ਨੂੰ ਨਹੀਂ ਦਸੀਆਂ। ਜਾਏ ਪਰਵੇਸ਼ਿਓ ਆਪਨ ਡੇਰੇ। ਆਪਣੇ ਡੇਰੇ ਜਾ ਪ੍ਰਵੇਸ਼ਿਆ ਦੇਹਰਾਦੂਨ ਵਿਖੇ। ਉਤਰਿਓ ਜਹਤੇ ਕੀਨ ਬਸੇਰੇ। ਘੋੜੇ ਤੋਂ ਉਤਰ ਕੇ ਆਪਣਾ ਵਿਸ਼ਰਾਮ ਕੀਤਾ ਤੇ ਇਧਰ ਮਹਾਰਾਜ ਵਾਪਸ ਪੌਂਟਾ ਸਾਹਿਬ ਆਏ। ਅਗਲੀ ਕਥਾ ਆਪਾਂ ਕੱਲ ਦੇ ਪ੍ਰਕਰਣ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾ। ਹੇ ਸਮਰਾਥ ਅਗੰਮ ਪੂਰਨ ਮੋਹਿ ਮਇਆ। ਅੰਧਕੂਪ ਮਹਾ ਭਿਆਨ ਨਾਨਕ ਆਏ ਪ੍ਰਭ ਸਰਨਾਗਤੀ। ਕਿਰਪਾ ਨਿਧ ਦੇ